ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਚਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਨ ਜਿਹ ਰੂਪ ਰੰਗ ਅਰ ਰੇਖ ਵੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਖਾਲਸਾ ਖਾਸ ਕਹਾਵੈ ਸੋਈ ਜਾ ਕੈ ਹਿਰਦੈ ਭਰਮ ਨਾ ਹੋਈ ਭਰਮ ਭੇਖ ਤੇ ਰਹਿ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੀਂ ਗਹੀਂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੈ ਬਨਾਏ ਤਿਨ ਪਰ ਆਪਨੋ ਹਾਥ ਦੈ ਅਸ ਤੁਜ ਲੇਤ ਬਚਾਏ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ
दासन दास कहै जन नानक जिहा तू कराए है तेहा हो करी वख्यान हमें दृष्ट सब करै हरै अग पाप सकल मल काम क्रोध अर लोभ मोह वस करै सबै बल सदा सुख मन वसै दुख संसार खोवै गुरु नव निध धरिया जन्म हम कालख तोवै सुकहो टल गुर सेवियै अहनिस सहज सुभाए दर्शन परसै गुरु का जन्म मरण दुख जाय दर्शन परसै गुरु का जन्म मरण दुख जाय। सतनाम श्री वाहेगुरु साहेब जीओ माज महला पंजवा घर दूजा नित नित दयो संभालिया मूल ना मन हो विसारिया नित नित दयो संभालिया मूल ना मन हो विसारिया रहाओ संता संगत पाइया जित जम का पंथ ना जाइया तो हर का नाम लै तेरे कुल है ना लागे गाल जियो जो सिमरंदे साईं नरक ना से पाइया तते वाओ ना लगाए जिन मन उठा आए जियो से सुंदर सोहणे साध संग जिन बहणे हर तन जिने संजया से गंभीर अपार जियो हर अम्यो रसायन पीविया मोह डिठा जन का जीविया कारज सब सवार लै नित पूजा हो गुर के पाव जियो हर अम्यो रसायन पीविया मोह डिठा जन का जीविया कारज सब सवार लै नित पूजा हो गुर के पाव जियो वाहे गुरु
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਸਤਸੰਗਤ ਵਿੱਚ ਬੈਠ ਕਰਕੇ ਆਪਣੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦੀਨ ਦਿਆਲ ਸਤਿਗੁਰੂ ਜੀ ਗਰੀਬਾਂ ਨੂੰ ਨਿਵਾਜਣ ਵਾਸਤੇ ਜਿਨ੍ਹਾਂ ਨੇ ਧਰਤੀ ਤੇ ਅਵਤਾਰ ਧਾਰਨ ਕੀਤਾ, ਨਿਤਾਣਿਆਂ ਤੇ ਨਿਮਾਣਿਆਂ ਦੀ ਰੱਖਿਆ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ। ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਪੰਥ ਦਾ ਸਿਰਜਣਾ ਦਿਵਸ ਹੋਣ ਕਰਕੇ ਪੰਥ ਦਾ ਸਿਰਜਣਾ ਦਿਵਸ ਹੋਣ ਕਰਕੇ ਆਪਾਂ ਪ੍ਰਕਰਣ ਆਰੰਭਿਆ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਹਜ਼ੂਰ ਨੇ ਬਖਸ਼ਿਸ਼ ਕੀਤੀ। ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕਰਕੇ ਫਿਰ ਮਹਾਰਾਜ ਨਾਮ ਦੀ ਦਾਤ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਫਿਰ ਹਜ਼ੂਰ ਨੇ ਰਹਿਤ ਮਰਿਆਦਾ ਦਰਸਾਈ। ਜੋ ਰਹਿਤ ਮਰਿਆਦਾ ਆਪਾਂ ਪਿਛਲੇ ਦਿਨਾਂ 'ਚ ਸਰਵਣ ਕਰਦੇ ਆ ਰਹੇ ਸਾਂ। ਸਤਿਗੁਰਾਂ ਜੀ ਦੇ ਪ੍ਰਕਾਸ਼ ਗੁਰਪੁਰਬ ਆਏ, ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਤਿਗੁਰਾਂ ਜੀ ਨੇ ਸਾਨੂੰ ਬਾਣੀਆਂ ਦਾ ਨਿਤਨੇਮ ਬਖਸ਼ਿਸ਼ ਕੀਤਾ ਹੈ। ਫਿਰ ਪੰਜਾਂ ਕਕਾਰਾਂ ਦੀ ਮਹਾਰਾਜ ਰਹਿਤ ਬਖਸ਼ਿਸ਼ ਕੀਤੀ, ਉਹ ਆਪ ਜੀ ਨੇ ਸਰਵਣ ਕੀਤਾ ਹੈ। ਸੰਖੇਪ ਹੀ 4 ਬੱਜਰ ਕ੍ਰੈਤਾਂ ਜੋ ਮਹਾਰਾਜ ਜੀ ਨੇ ਸਾਨੂੰ ਆਗਿਆ ਕੀਤੀ ਹੈ ਕਿ ਭਾਈ ਜੇ ਕੋਈ ਇਹਨਾਂ ਕੁਰੈਤਾਂ ਨੂੰ ਕਰ ਲਏ ਤੇ ਉਹਦਾ ਸਾਡੇ ਨਾਲੋਂ ਨਾਤਾ ਸੰਬੰਧ ਟੁੱਟ ਜਾਵੇਗਾ। ਜਿਹੜੇ ਨਹੀਂ ਕਰਨ ਯੋਗ ਕਰਮ ਨਾ, ਬੱਜਰ ਦਾ ਹੁੰਦਾ ਭਾਰੀ, ਬਹੁਤ ਭਾਰੀ ਜੋ ਵੱਡਾ ਪਾਪ ਹੈ। ਉਹ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਇਹਦੇ ਕਰਨ ਨਾਲ ਤੇਰਾ ਸਿੱਖੀ ਨਾਲੋਂ, ਗੁਰੂ ਨਾਨਕ ਸਾਹਿਬ ਨਾਲੋਂ, ਸਾਡੇ ਨਾਲੋਂ ਨਾਤਾ ਟੁੱਟ ਜਾਵੇਗਾ। ਉਹ ਸਤਿਗੁਰੂ ਜੀ ਨੇ 4 ਬੱਜਰ ਕੁਰੈਤਾਂ ਕਹਿ ਕੇ ਜੋ ਸਾਨੂੰ ਸਮਝਾਇਆ ਹੈ, ਦੱਸਿਆ ਹੈ। ਉਹ ਸਾਧ ਸੰਗਤ ਜੀ ਆਪਾਂ ਸੰਖੇਪ 'ਚ ਹੀ ਸਰਵਣ ਕਰਕੇ ਤੇ ਕੱਲ੍ਹ ਨੂੰ ਇਹ ਪ੍ਰਕਰਨ ਜੋ ਹੈ ਉਹ ਸੰਪੂਰਨ ਕਰ ਲਵਾਂਗੇ। ਸਤਿਗੁਰੂ ਜੀ ਦੀਆਂ ਇਹ ਦਸੀਆਂ ਹੋਈਆਂ 4 ਬੱਜਰ ਕੁਰੈਤਾਂ ਭਾਈ ਨੰਦ ਲਾਲ ਜੀ ਗੋਇਆ ਨੇ ਲਿਖੀਆਂ ਨੇ। ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰ ਦਰੂਸ਼ ਆਫਾਮ। ਇਹ 4 ਬੱਜਰ ਕ੍ਰੈਤਾਂ ਦਾ ਰਹਿਤਨਾਮਿਆਂ ਵਿੱਚ ਜ਼ਿਕਰ ਆਉਂਦਾ ਹੈ
ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦੀ ਬਾਬਤ ਆਖਿਆ ਸੀ ਕਿ ਇਹ ਕਰਮ ਇਹੋ ਜਿਹੇ ਨਿੰਦਣਯੋਗ ਹੈ ਕਿ ਇਹਨਾਂ ਕਰਮਾਂ ਨੂੰ ਕਰਨਾ ਤਾਂ ਦੂਰ ਦੀ ਬਾਤ, ਕਦੇ ਸੁਪਨੇ ਮਾਤਰ ਵੀ ਸੰਕਲਪ ਤੱਕ ਨਾ ਕਰਨਾ। ਹੁੱਕਾ ਸਾਧ ਸੰਗਤ ਜੀ ਤਮਾਕੂ ਨੂੰ ਕਿਹਾ ਜਾਂਦਾ ਹੈ, ਜਿਸ ਨੂੰ ਸੱਚੇ ਪਾਤਸ਼ਾਹ ਨੇ ਜਗਤ ਝੂਠ ਕਿਹਾ। ਸਾਰੇ ਜਗਤ ਦੀ ਝੂਠ ਖਾ ਲੈਣ ਦਾ ਪਾਪ ਹੈ ਇਹਨੂੰ, ਤਮਾਕੂ ਨੂੰ। ਤੇ ਦਲਾਂ ਪੰਥਾਂ ਵਿੱਚ ਇਸ ਦਾ ਨਾਮ ਨਹੀਂ ਲਿਆ ਜਾਂਦਾ। ਜੇ ਕੋਈ, ਕਿਉਂਕਿ ਹੁਣ ਆਮ ਸਰੋਤੇ ਬੈਠੇ ਹੁੰਦੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਹਨਾਂ ਬੋਲਿਆਂ ਨੂੰ ਉਹ ਨਹੀਂ ਸਮਝਦੇ, ਤੇ ਉਹਨਾਂ ਦੇ ਸਮਝਣ ਲਈ ਦੱਸਣਾ ਪੈਂਦਾ ਹੈ। ਤੇ ਦਲਾਂ ਪੰਥਾਂ ਵਿੱਚ ਇਹ ਮਰਿਆਦਾ ਹੈ, ਜੇ ਕੋਈ ਇਹ ਸ਼ਬਦ ਵੀ ਮੂੰਹ ਤੋਂ ਬੋਲਦਾ ਨਾ ਤੇ ਉਹ ਸਾਧ ਸੰਗਤ ਜੀ 5 ਵਾਰੀ ਵਾਹਿਗੁਰੂ ਮੰਤਰ ਉਚਾਰਦੇ ਆ, ਫਿਰ ਚੂਲੀ ਤੱਕ ਕਰਦੇ ਆ ਕਿ ਇਹ ਸ਼ਬਦ ਦਾ ਬੋਲਣਾ ਵੀ ਉਹ ਕਹਿੰਦੇ ਆ ਕਿ ਭਾਈ ਐਡਾ ਇਹ ਮਾੜੀ ਚੀਜ਼ ਹੈ। ਤੇ ਸੱਚੇ ਪਾਤਸ਼ਾਹ ਨੇ ਇਸ ਨੂੰ ਬੱਜਰ ਕੁਰੈਤ ਕਹਿ ਕੇ ਤੇ ਸਾਧ ਸੰਗਤ ਜੀ ਵਿਵਰਜਿਤ ਕੀਤਾ ਹੈ। ਤੇ ਕਈਆਂ ਦਾ ਇਹ ਖਿਆਲ ਹੁੰਦਾ ਹੈ ਕਿ ਵੇਖੋ ਜੀ ਇਹ ਵੀ ਤਾਂ ਧਰਤੀ ਤੇ ਹੀ ਪੈਦਾ ਹੁੰਦਾ, ਕਣਕ ਵੀ ਤਾਂ ਧਰਤੀ ਤੇ ਹੀ ਪੈਦਾ ਹੁੰਦੀ ਹੈ, ਹੋਰ ਚੀਜ਼ਾਂ ਧਰਤੀ ਤੇ ਹੀ ਉੱਗਦੀਆਂ, ਇਹ ਬਨਸਪਤੀ ਹੈ, ਇਹਦੇ ਵਿੱਚ ਇੰਨੀ ਮਾੜੀ ਕੀ ਗੱਲ ਵੈ? ਤੇ ਇਹਦੀ ਇੰਨੀ ਮਨਾਹੀ ਕਿਉਂ ਕੀਤੀ ਹੈ? ਸਾਧ ਸੰਗਤ ਜੀ ਧਰਤੀ ਤਾਂ ਮਾਤਾ ਹੈ, ਧਰਤੀ ਦੇ ਅੰਦਰ ਅੰਮ੍ਰਿਤ ਰੂਪ ਫਲ ਵੀ ਪੈਦਾ ਹੁੰਦਾ ਹੈ ਤੇ ਧਰਤੀ ਉੱਤੇ ਜ਼ਹਿਰ ਵੀ ਪੈਦਾ ਹੁੰਦਾ ਹੈ। ਤੇ ਮਹਾਰਾਜ ਸਾਨੂੰ ਦੱਸਿਆ, ਜਿਵੇਂ ਸਿਆਣੀ ਮਾਤਾ ਆਪਣੇ ਪੁੱਤ ਨੂੰ ਦੱਸਦੀ ਹੈ ਨਾ, ਪੁੱਤਰਾ ਅੰਮ੍ਰਿਤ ਫਲ ਖਾਵੇਂਗਾ ਤੇ ਤੇਰਾ ਜੀਵਨ ਅਮਰ ਅਟਲ ਹੋ ਜਾਏਗਾ, ਜ਼ਹਿਰ ਫਲ ਖਾਵੇਂਗਾ ਤੇ ਮਰ ਜਾਵੇਂਗਾ। ਸਤਿਗੁਰੂ ਜੀ ਨੇ ਸਾਨੂੰ ਸਾਡੀ ਮਾਤਾ ਦੀ ਨਿਆਈ ਪ੍ਰਤਪਾਲਣਾ ਕਰਦਿਆਂ ਹੋਇਆਂ ਇਹ ਸਿੱਖਿਆ ਦਿੱਤੀਆਂ ਨੇ ਕਿ ਖਾਲਸਾ ਇਹ ਜ਼ਹਿਰ ਫਲ ਵੈ, ਕਿਉਂਕਿ ਸਾਧ ਸੰਗਤ ਜੀ ਇਹਦੇ ਸੇਵਨ ਦਾ ਜਿਹੜਾ ਮਹਾ ਪਾਪ ਲੱਗਦਾ ਨਾ, ਉਹ ਸਤਿਗੁਰਾਂ ਜੀ ਨੇ ਰਹਿਤਨਾਮਿਆਂ ਵਿੱਚ ਦਰਸਾਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਤਨਕ ਤਮਾਕੂ ਸੇਵੀਐ, ਦੇਵ ਪਿੱਤਰ ਤਜ ਜਾਏ, ਪਾਣੀ ਤਾਕੈ ਹੱਥ ਕਾ ਮਧੁਰਾ ਸਮ ਹੋਏ ਜਾਏ। ਜਿਹੜਾ ਤਨਕ ਥੋੜਾ ਜਿੰਨਾ ਵੀ ਤਮਾਕੂ ਦਾ ਸੇਵਨ ਕਰਦਾ ਹੈ ਨਾ, ਤਨਕ ਤਮਾਕੂ ਸੇਵੀਏ, ਥੋੜਾ ਜਿੰਨਾ ਵੀ, ਮਹਾਰਾਜ ਕਹਿੰਦੇ ਕੋਈ ਉਹਦਾ ਇਸ਼ਟ ਦੇਵ ਤਾਂ ਕੀ ਰਹਿਣਾ, ਉਹਨੂੰ ਤਾਂ ਉਹਦੇ ਵੱਡੇ ਵਡੇਰੇ ਦੇਵ ਪਿੱਤਰ ਵੀ ਛੱਡ ਜਾਂਦੇ। ਕਹਿੰਦੇ ਨਲਾਇਕ ਸਾਡੀ ਕੁੱਲ 'ਚ ਨਹੀਂ ਹੈਗਾ, ਅਸੀਂ ਇਹਦੇ ਕੁਝ ਨਹੀਂ ਲੱਗਦੇ, ਸਾਡਾ ਕੁਝ ਨਹੀਂ ਲੱਗਦਾ, ਦੇਵ ਪਿੱਤਰ ਤਾਂ ਜਾਏ। ਤੇ ਜੇ ਕੋਈ ਮਹਾਰਾਜ ਕਹਿੰਦੇ ਭਾਈ ਗੁਰੂ ਕਾ ਸਿੰਘ ਹੋਵੇ, ਉਹਦੇ ਹੱਥੋਂ ਲੈ ਕਰਕੇ ਪਾਣੀ ਪੀ ਲਵੇ, ਪਾਣੀ ਤਾਕੈ ਹੱਥ ਕਾ, ਉਸ ਤਮਾਕੂ ਦੇ ਖਾਣ ਵਾਲੇ ਦੇ ਹੱਥੋਂ ਪਾਣੀ ਜਿਹੜਾ ਉਹਦੇ ਹੱਥ ਦਾ ਪਾਣੀ ਮਧੁਰਾ ਸਮ ਹੋਏ ਜਾਏ, ਸ਼ਰਾਬ ਦੇ ਬਰਾਬਰ ਬਣ ਜਾਵੇਗਾ। ਤੇ ਜੇ ਆਪਾਂ ਵੇਖੀਏ ਅੱਜ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਇਸ ਰਹਿਤ ਮਰਿਆਦਾ ਦੀ ਹੀ ਢਲਿਆਈ ਹੈ। ਤੇ ਫਿਰ ਕਹਿੰਦੇ ਆ ਜੀ ਨਾਮ ਵਿੱਚ ਸਾਡੀ ਸੁਰਤ ਨਹੀਂ ਲੱਗਦੀ, ਤੇ ਜਿੱਥੋਂ ਮਰਜ਼ੀ ਲੈ ਲੈ ਕੇ ਖਾਈ ਜਾਣਾ, ਕੋਈ ਵਿਵੇਕ ਨਹੀਂ, ਕੋਈ ਸੁਚਮਤਾ ਨਹੀਂ। ਤੇ ਕਹਿੰਦੇ ਤਾਂ ਔਖਾ, ਫਿਰ ਮਰ ਜਾਈਏ, ਹੁਣ ਕਿਵੇਂ ਜੀ ਸਕਦੇ ਆ? ਜਿਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਤੁਸੀਂ ਦੱਸਦੇ ਆ ਭਾਈ, ਗੁਰੂ ਕੇ ਸਿੱਖ ਵੀ ਤਾਂ ਇਸੇ ਹੀ ਸੰਸਾਰ 'ਚ ਰਹਿੰਦੇ ਆ, ਤੇ ਕਿਆ ਸੋਹਣੇ ਉਹਨਾਂ ਦੇ ਸਗੋਂ ਚਿਹਰੇ ਜਲਾਲ ਨਾਲ ਮਗਦੇ ਹੁੰਦੇ ਆ। ਤੇ ਕਈ ਐਸੇ ਗੁਰਸਿੱਖਾਂ ਨੂੰ ਵੇਖਿਆ ਜਦੋਂ ਪੰਜਾਬ ਅੰਮ੍ਰਿਤਸਰ ਸਾਹਿਬ ਤੋਂ ਬੈਠਦੇ ਆ ਨਾ ਰੇਲ ਗੱਡੀ ਤੇ ਸਫ਼ਰ ਕਰਨ ਲਈ, ਹੁਣ ਤਾਂ ਬੜੇ ਸੁੱਖ ਸਹੂਲਤਾਂ ਹੋ ਗਈਆਂ, ਪਹਿਲਿਆਂ ਸਮਿਆਂ ਵਿੱਚ ਵੀ ਬੜੇ ਜਫਰ ਜਾਲ ਕੇ ਸਿੰਘ ਇੱਥੇ ਆਇਆ ਕਰਦੇ ਸੀਗੇ ਦਰਸ਼ਨ ਕਰਨ। ਤੇ ਗੱਡੀ ਤੇ ਵੀ ਬੈਠਦਿਆਂ ਉਹਨਾਂ ਨੇ ਜੋ ਜਲ ਪਾਣੀ ਗੁਰਦੁਆਰੇ ਸਾਹਿਬ ਤੋਂ ਛਕਿਆ, ਉਹੋ ਹੀ ਛਕ ਕੇ ਇੱਥੇ ਹਜੂਰ ਸਾਹਿਬ ਆ ਕੇ ਹੀ ਛਕਣਾ। ਇਹਨਾਂ ਆਪਣਾ ਉਹ ਸੰਜਮ ਰੱਖਦੇ। ਤੇ ਸਾਧ ਸੰਗਤ ਜੀ ਜਿਹੜੇ ਕੋਈ ਸਟੇਸ਼ਨ ਵੀ ਨਹੀਂ ਲੰਘਣ ਦਿੰਦੇ ਕਿ ਮੇਰਠ ਦੇ ਪੇੜੇ ਆ ਗਏ ਉਹ ਵੀ ਖਾ ਲਓ, ਉਹ ਗਵਾਲੀਅਰ ਦਾ ਫਲਾਨਾ ਆ ਗਿਆ ਉਹ ਵੀ ਖਾ ਲਓ, ਕੋਈ ਸਟੇਸ਼ਨ ਸੁੱਕਾ ਨਹੀਂ ਲੰਘਣ ਦਿੰਦੇ। ਇੱਥੇ ਆਉਂਦਿਆਂ ਫਿਰ ਚੂਰਨ ਮੰਗਦੇ ਫਿਰਦੇ ਆ, ਫਿਰ ਵੀ ਬਿਮਾਰ। ਜਿਹਨੇ ਜ਼ਿਆਦਾ ਖਾਣਾ ਉਹਨੇ ਕਮਰਿਆਂ 'ਚ ਹੀ ਸੌਣਾ, ਆ ਕੇ ਉਹਨੇ ਕਿੱਥੇ ਕਥਾ ਕੀਰਤਨ ਸੁਣਨਾ।
ਤੋਂ ਬਾਹਰ ਜੋ ਹੈ ਨਾ ਸਾਧ ਸੰਗਤ ਜੀ ਤਕਰੀਬਨ ਆਪ ਬਹੁਤਾਤ ਵਿੱਚ ਵੇਖੋ, ਪਹਿਲਾਂ ਇੰਨਾ ਇਸ ਜਗਤ ਜੂਠ ਦਾ ਤਮਾਕੂ ਦਾ ਜ਼ੋਰ ਨਹੀਂ ਸੀਗਾ। ਦਿਨੋਂ ਦਿਨ ਇਹ ਇੰਨਾ ਜ਼ੋਰ ਪਕੜ ਗਿਆ ਹੈ ਕਿ ਕੋਈ ਵੀ ਥਾਂ ਐਸਾ ਨਹੀਂ ਕਿ ਜਿੱਥੇ ਇਹਦੀ ਵਰਤੋਂ ਨਹੀਂ ਕੀਤੀ ਜਾਂਦੀ। ਤੇ ਪਤਾ ਵੀ ਹੈ ਹੁਣ ਵਿਗਿਆਪਨ ਵੀ ਸਰਕਾਰਾਂ ਦਿੰਦੀਆਂ ਨੇ, ਪਰ ਇਹਨਾਂ ਨੂੰ ਇਹਦੇ ਵਿੱਚੋਂ ਵਪਾਰਕ ਲਾਭ ਬਹੁਤ ਜ਼ਿਆਦਾ, ਇਸ ਕਰਕੇ ਦੁਨੀਆ ਮਰਦੀ ਤੇ ਮਰੇ, ਇਹਦੇ ਤੇ ਬੈਨ ਨਹੀਂ ਲਾਉਂਦੇ। ਕਈ ਐਸੀਆਂ ਚੀਜ਼ਾਂ ਜਿਹੜੀਆਂ ਲਾਭਦਾਇਕ ਨੇ ਉਹਨਾਂ ਤੇ ਬੈਨ ਲੱਗਾ ਹੋਇਆ ਹੈ, ਤੇ ਪਰ ਇਹ ਏਡੀ ਨਾਸ਼ਕ ਹੈ ਜੀਵ ਨੂੰ। ਆ ਕਹਿੰਦੇ ਜਿਹੜਾ ਵਾਇਰਸ ਨਿਕਲਿਆ ਨਾ ਹੁਣ, ਤੇ ਇਹ ਕਹਿੰਦੇ ਆ ਵੀ ਜਿਹੜੇ ਗਾਂ ਦਾ ਮਾਸ ਜ਼ਿਆਦਾ ਖਾਂਦੇ ਇੱਕ ਤੇ ਉਹਨਾਂ ਨੂੰ ਇਹ ਜ਼ਿਆਦਾ ਮਾਰ ਰਿਹਾ, ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਹੈ ਸਾਧ ਸੰਗਤ ਜੀ ਵਿਲ ਪਾਵਰ ਨਹੀਂ ਰਹਿੰਦੀ ਹੈ, ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ। ਤੇ ਇੱਕ ਜਿਹੜੇ ਤਮਾਕੂ ਦਾ ਸੇਵਨ ਕਰਦੇ ਆ, ਨਿਹੰਗ ਸਿੰਘ ਇਹਨੂੰ ਗਧੀ ਚੁੰਗਣਾ ਕਹਿੰਦੇ ਆ, ਇਹੋ ਜਿਹਾ ਇਹਦਾ ਨਾਮ ਰੱਖਿਆ। ਤੇ ਜਿਹੜੇ ਇਹ ਤਮਾਕੂ ਦਾ ਸੇਵਨ ਕਰਦੇ ਆ ਉਹਨਾਂ ਨੂੰ ਵੀ ਇਹ ਵਾਇਰਸ ਬਹੁਤ ਛੇਤੀ ਚਿੰਬੜ ਰਿਹਾ ਹੈ, ਤੇ ਉਹਨਾਂ ਦਾ ਇਲਾਜ ਵੀ ਜਿਹੜਾ ਨਾ ਉਹ ਡਾਕਟਰ ਨਹੀਂ ਕਰ ਪਾ ਰਹੇ, ਉਹਨਾਂ ਦੀ ਸਿੱਧਾ ਮੌਤ ਹੋ ਰਹੀ ਹੈ। ਤੇ ਇਹੋ ਜੀ ਇਹ ਭੈੜੀ ਬੂਟੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਬੱਜਰ ਕੁਰੈਤ ਕਹਿ ਕੇ ਇਹਨੂੰ ਸਤਿਗੁਰਾਂ ਜੀ ਨੇ ਮਨਾਹੀ ਕੀਤੀ ਹੈ, ਵਿਵਰਜਿਤ ਕੀਤਾ ਹੈ। ਤੇ ਮਹਾਰਾਜ ਨੇ ਸਾਵਧਾਨਤਾ ਕੀਤੀ ਹੈ, ਕਿਹਾ ਹੈ ਸੁਨ ਗੁਰਸਿੱਖ ਕੀ ਰਹਿਤ ਕੋ ਤਜਾ ਤਮਾਕੂ ਸੰਗ, ਮਰਨੀ ਮਰੈ ਤਾਂ ਅਤ ਭਲਾ ਜਗਤ ਜੂਠ ਨਹਿ ਅੰਗ। ਮਹਾਰਾਜ ਕਹਿੰਦੇ ਸੁਣ ਗੁਰਸਿੱਖ ਦੀ ਰਹਿਤ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਮੌਤ ਤਾਂ ਭਾਵੇਂ ਕਬੂਲ ਕਰ ਲਈ, ਪਰ ਜਗਤ ਜੂਠ ਤਮਾਕੂ ਨੂੰ ਕਦੇ ਹੱਥ ਤੱਕ ਵੀ ਨਾ ਲਾਈ, ਕਦੇ ਹੱਥ ਵੀ ਨਹੀਂ ਛੁਹਾਉਣਾ ਚਾਹੀਦਾ। ਅਸੀਂ ਜਦੋਂ ਬਚਪਨ ਵਿੱਚ ਜਥੇ ਸੰਗਤ ਵਿੱਚ ਰਹਿੰਦੇ ਸਾਂ, ਉਦੋਂ ਇੰਨੀਆਂ ਗੱਡੀਆਂ ਨਹੀਂ ਸੀ ਹੁੰਦੀਆਂ, ਕਾਰਾਂ ਮੋਟਰਾਂ, ਪ੍ਰਾਈਵੇਟ ਜਿਹੜੀਆਂ ਬੱਸਾਂ ਜਾਂ ਸਰਕਾਰੀ ਬੱਸਾਂ ਹੀ ਇੱਕ ਦੋ ਹੁੰਦੀਆਂ ਸੀਗੀਆਂ। ਤੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਜਦੋਂ ਕਈ ਵਾਰੀ ਸਿੰਘਾਂ ਅੰਮ੍ਰਿਤ ਸੰਚਾਰ ਕਰਨ ਜਾਣਾ ਤੇ ਬੱਸਾਂ ਤੇ ਚੜ੍ਹ ਕੇ ਵੀ ਜਾਣਾ ਪੈਂਦਾ ਸੀਗਾ ਸੰਗਤ ਦੇ ਬੁਲਾਇਆ। ਤੇ ਜਦੋਂ ਉਹਨਾਂ ਸਿੰਘਾਂ ਆਉਣਾ ਨਾ, ਤੇ ਉਹਨਾਂ ਸਾਰੇ ਹੀ ਆਪਣੇ ਕੱਪੜੇ ਵੀ ਧੋਣੇ, ਸਾਰਾ ਜੋ ਕੁਝ ਬੱਸਾਂ ਵਾਲਾ ਸਮਾਨ ਸਾਰਾ ਹੀ ਧੋਣਾ। ਅਸੀਂ ਆਖਣਾ ਕਿ ਕੱਪੜੇ ਤੇ ਚੰਗੇ ਹੀ ਹੈ, ਇਹਨਾਂ ਨੂੰ ਕੀ ਲੱਗ ਗਿਆ। ਪਰ ਸਾਧ ਸੰਗਤ ਜੀ ਜਿਸ ਥਾਂ ਤੇ ਕੋਈ ਤਮਾਕੂ ਪੀਣ ਵਾਲਾ ਬਹਿ ਜਾਵੇ, ਖਬਰੇ ਉਹਨਾਂ ਸੀਟਾਂ ਤੇ ਕੌਣ ਕੌਣ ਬੈਠਾ ਹੁੰਦਾ। ਹੁਣ ਇਸੇ ਕਰਕੇ ਹੀ ਉਹ ਸਪਰੇਆਂ ਮਾਰਦੇ ਫਿਰਦੇ ਆ ਕਿ ਉਹ ਕੀਟਾਣੂ ਆਪਣੇ ਉੱਥੇ ਛੱਡ ਜਾਂਦੇ। ਤੇ ਗੁਰੂ ਸਾਹਿਬ ਨੇ ਸਾਨੂੰ ਵੇਖ ਲਓ ਅੱਜ ਤੋਂ ਕਈ ਸੌ ਸਾਲ ਪਹਿਲਾਂ ਦੱਸਿਆ ਕਿ ਇਹਨਾਂ ਕੀਟਾਣੂਆਂ ਨੂੰ ਜਲ ਨਾਲ ਹੀ ਧੋ ਦਿਓ, ਆਪਣੀ ਸੁਚਮਤਾ ਸਰੀਰ ਦੀ ਕਰੋ। ਬਾਹਰੋਂ ਆ ਕਰਕੇ ਸਮੇਤ ਕੇਸ਼ੀ ਇਸ਼ਨਾਨ ਕਰਨਾ, ਸਾਰੇ ਸਰੀਰ ਦੇ ਵਸਤਰ ਸੋਧਣੇ। ਅਜੇ ਵੀ ਵੇਕੀ ਸਿੰਘ ਦਲਾਂ ਪੰਥਾਂ ਦੇ ਅੰਦਰ ਪੂਰੀ ਸੁਚਮਤਾ ਰੱਖਦੇ ਆ। ਇਹ ਇਸੇ ਕਰਕੇ ਕਿ ਬਾਹਰ ਭਾਈ ਇਹਦੀ ਜਗਤ ਜੂਠ ਦੀ ਬਹੁਤਾਤ ਜਿਹੜੀ ਹੈ ਨਾ ਉਹ ਬਹੁਤ ਵਰਤੋਂ ਕੀਤੀ ਜਾਂਦੀ ਹੈ। ਤੇ ਹੋ ਸਕੇ ਬਾਜ਼ਾਰਾਂ ਵਾਲੇ ਥਾਵਾਂ ਤੇ ਨੰਗੇ ਪੈਰੀ ਨਹੀਂ ਉੱਥੇ ਤੁਰਨਾ ਚਾਹੀਦਾ, ਕਿਉਂਕਿ ਆਮ ਹੀ ਥੱਲੇ ਤਮਾਕੂ ਖਿਲਰਿਆ ਹੀ ਪਿਆ ਹੁੰਦਾ ਹੈ। ਬੜੀ ਸਾਵਧਾਨਤਾ ਰੱਖਣੀ ਚਾਹੀਦੀ ਹੈ। ਤੇ ਇਹਦਾ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਕਿ ਇੱਕ ਸਾਖੀ ਤਾਂ ਲੰਮੀ ਹੈ, ਪਰ ਮੈਂ ਸੂਖਸ਼ਮ ਮਾਤਰ ਬੇਨਤੀ ਕਰਾਂ ਕਿ ਇੱਕ ਬ੍ਰਾਹਮਣ ਸੀਗਾ ਤੇ ਉਹਦਾ ਸੱਤ ਭੰਗ ਜਿਹੜੀ ਸੀ ਰਾਜਕੁਮਾਰੀ ਕਰਨਾ ਚਾਹੁੰਦੀ ਸੀ। ਤੇ ਜਦੋਂ ਉਹ ਰਾਤ ਨੂੰ ਬਰਾਜਣ ਲੱਗਦਾ ਨਾ, ਤੇ ਉਹ ਮੰਤਰਾਂ ਦਾ ਜਾਪ ਕਰ ਲੈਂਦਾ, ਤੇ ਉਹਦੇ ਦੁਆਲੇ ਇਹੋ ਜਿਹਾ ਕੋਟ ਬਣ ਜਾਂਦਾ ਕਿ ਉਹ ਉਹਦੇ ਨੇੜੇ ਹੀ ਨਾ ਆ ਪਾਉਂਦੀ। ਉਹਨੇ ਆਪਣੇ ਫਿਰ ਰਾਜੇ ਪਿਤਾ ਨੂੰ ਦੱਸਿਆ, ਤੇ ਰਾਜੇ ਨੇ ਪੁੱਛਿਆ ਆਪਣੇ ਜਿਹੜੇ ਵਜ਼ੀਰ ਸੀਗੇ ਸਿਆਣੇ ਵੀ ਕੀ ਗੱਲ ਹੈ। ਉਹਨਾਂ ਨੇ ਕਿਹਾ ਰਾਜਾ ਇਹਦੇ ਵਿੱਚ ਨਾ ਮੰਤਰਾਂ ਦੀ ਸ਼ਕਤੀ ਹੈ। ਦੋ ਕੰਮ ਕੀਤੇ ਜਾ ਸਕਦੇ ਆ ਜਿਨ੍ਹਾਂ ਨਾਲ ਇਹਦੇ ਮੰਤਰਾਂ ਦੀ ਸ਼ਕਤੀ ਨਾਸ਼ ਹੋ ਸਕਦੀ ਹੈ। ਇੱਕ ਤਾਂ ਇਹਦੇ ਜੇ ਕੇਸ ਲਾ ਦਿੱਤੇ ਜਾਣ, ਪਹਿਲੋਂ ਬ੍ਰਾਹਮਣ ਵੀ ਕੇਸ ਰੱਖਦੇ ਹੁੰਦੇ ਸੀਗੇ, ਇਹ ਮੁੰਡਣ ਬਾਅਦ 'ਚ ਹੀ ਤੁਰਿਆ ਹੈ ਆਨੰਦ ਕੇ ਰਾਜਿਆਂ ਤੋਂ। ਅੱਜ ਵੀ ਹਰਿਦੁਆਰ ਦੇ ਅੰਦਰ ਕਈ ਬ੍ਰਾਹਮਣ ਤੁਹਾਨੂੰ ਮਿਲ ਜਾਣਗੇ ਜਿਹੜੇ ਪੂਰੇ ਕੇਸਾਧਾਰੀ ਹੁੰਦੇ ਆ। ਤੇ ਜਾਂ ਕਹਿੰਦੇ ਜੇ ਕੇਸ ਨਹੀਂ ਇਹਨੇ ਕਟਾਉਣੇ ਤਾਂ ਫਿਰ ਇਹਨੂੰ ਕਿਸੇ ਤਰੀਕੇ ਨਾਲ ਨਾ ਕਿਸੇ ਚੀਜ਼ ਵਿੱਚ ਪਾ ਕੇ ਤਮਾਕੂ ਜਿਹੜਾ ਉਹ ਦੇ ਦਿੱਤਾ ਜਾਵੇ, ਸਾਰੇ ਜਪ ਤਪ ਮੁੱਕ ਜਾਣਗੇ।
ਇਹ ਇਹੋ ਜੀ ਭੈੜੀ ਚੀਜ਼ ਵੈ ਜਿਹਦੇ ਨਾਲ ਸਾਰੇ ਜਪ ਤਪ ਨਸ਼ਟ ਹੋ ਜਾਂਦੇ। ਫਿਰ ਕਹਿੰਦੇ ਉਹਦੇ ਕੇਸ ਲਾਉਣੇ ਤਾਂ ਔਖੇ ਸੀਗੇ, ਤੇ ਕੀ ਕੀਤਾ ਕਿ ਉਹਨੂੰ ਸਾਧ ਸੰਗਤ ਜੀ ਫਿਰ ਤਮਾਕੂ ਜਿਹੜਾ ਸੀ ਨਾ ਕਿਸੇ ਚੀਜ਼ ਵਿੱਚ ਪਾ ਕੇ ਖਵਾਇਆ ਗਿਆ, ਤੇ ਜਦੋਂ ਉਸਨੇ ਇਸ ਦਾ ਸੇਵਨ ਕਰ ਲਿਆ ਫਿਰ ਉਹ ਮੰਤਰਾਂ ਦਾ ਜਾਪ ਕਰੇ ਤੇ ਕੋਟ ਹੋਵੇ ਹੀ ਨਾ। ਇਸ ਪ੍ਰਕਾਰ ਇਹ ਜਪ ਤਪ ਨੂੰ ਨਾਸ਼ ਕਰਦਾ ਹੈ। ਤੇ ਇਤਿਹਾਸ ਨੇ ਤਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਹਜੂਰ ਦੇ ਘੋੜੇ ਨੇ ਵੀ ਉਧਰ ਨੂੰ ਜਿਹੜਾ ਸੀ ਨਾ ਜਾਣੋ ਇਨਕਾਰ ਕਰ ਦਿੱਤਾ ਸੀ, ਅੱਗੇ ਤਮਾਕੂ ਦਾ ਖੇਤ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੱਜਰ ਕੁਰੈਤ ਕਹਿ ਕੇ ਇਸ ਦੀ ਮਨਾਹੀ ਕੀਤੀ ਹੈ। ਇਹਦੇ ਸੇਵਨ ਕਰਨ ਨਾਲ ਡਾਕਟਰਾਂ ਨੂੰ ਪੁੱਛ ਕੇ ਵੇਖ ਲਿਓ, ਦੱਸੀ ਵੀ ਜਾਂਦੇ ਆ, ਮੱਤ ਮਾਰੀ ਹੋਈ ਆਪ ਵੀ ਸੇਵਨ ਕਰੀ ਜਾਂਦੇ ਆ। ਇਹੋ ਜਿਹਾ ਬੁਰਾ ਹਾਲ ਵੈ। ਸਭ ਫੇਫੜੇ ਖਰਾਬ ਹੋ ਜਾਂਦੇ ਆ, ਸਭ ਸਾਹ ਨਾਲੀ ਖਰਾਬ ਹੋ ਜਾਂਦੀ ਹੈ। ਜੇ ਉਸਨੇ 40 ਸਾਲ ਜਿਉਣਾ ਨਾ, ਮਸਾਂ ਅੱਧੀ ਜ਼ਿੰਦਗੀ 20 ਸਾਲ ਹੀ ਜਿਉ ਸਕਦਾ ਹੈ। ਇੰਨੀ ਛੇਤੀ ਉਹ ਮੌਤ ਨੂੰ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹਦੀ ਬੱਜਰ ਕੁਰੈਤ ਕਹਿ ਕਰਕੇ ਮਹਾਰਾਜ ਸਾਹਿਬ ਜੀ ਨੇ ਤਿਆਗ ਕਰਨ ਦੀ ਆਗਿਆ ਕੀਤੀ ਹੈ ਕਿ ਮਹਾ ਪਾਪ ਹੈ, ਬੱਜਰ ਕੁਰੈਤ ਹੈ। ਫਿਰ ਸਾਧ ਸੰਗਤ ਜੀ ਹਜਾਮਤ ਹੈ। ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਰੀਰ ਦੇ ਕਿਸੇ ਵੀ ਅੰਗ ਤੋਂ ਕੇਸਾਂ ਦੀ ਬੇਅਦਬੀ ਜਿਹੜੀ ਆ ਉਹਨੂੰ ਹਜਾਮਤ ਕਿਹਾ ਜਾਂਦਾ ਹੈ। ਕਈ ਨੌਜਵਾਨ ਅੱਜ ਕੀ ਕਰਦੇ ਆ, ਉਹ ਨਾਈਆਂ ਦੇ ਮੂਹਰੇ ਖੁਰੇ ਮਸ਼ੀਨਾਂ ਵੀ ਕਿੱਦਾਂ ਦੀਆਂ ਨਿਕਲ ਆਈਆਂ, ਅਖੇ ਜੀ ਦਾੜਾ ਲੰਮਾ ਨਾ, ਇਹਦੇ ਨਾਲ ਉਮਰ ਵੱਡੀ ਲੱਗਦੀ ਹੈ, ਤੇ ਉਹਨੂੰ ਸੇਕ ਲਵਾ ਕੇ ਤੇ ਦਾੜਾ ਹੀ ਸਾਰਾ ਇਕੱਠਾ ਕਰਾ ਛੱਡਦੇ। ਤੇ ਕਿਹੋ ਜਿਹਾ ਸ਼ੇਰ ਵਰਗਾ ਪ੍ਰਭਾਵ, ਤੇ ਐਵੇਂ ਗਿੱਦੜਾਂ ਵਾਂਗੂ ਉਹ ਇਕੱਠਾ ਜਿਹਾ ਸੇਕ ਲਾ ਕੇ ਕਰਾ ਲੈਂਦੇ ਐ। ਇਹ ਸਾਧ ਸੰਗਤ ਜੀ, ਇਹ ਸੇਕ ਲਾਉਣਾ ਜਾਂ ਹੱਥਾਂ ਨਾਲ ਘਸਾਉਣੇ, ਇਹ ਸਾਰੀ ਕੇਸਾਂ ਦੀ ਬੇਅਦਬੀ ਹੈ। ਮਹਾਰਾਜ ਦੇ ਬੜੇ ਸਖਤ ਬਚਨ ਨੇ, ਸਾਬਤ ਸੂਰਤ ਰੱਬ ਦੀ ਭੰਨੈ ਬੇਈਮਾਨ, ਜਿਹਦਾ ਕੋਈ ਇਮਾਨ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਦਰਗਹ ਢੋਈ ਨਾ ਲਹੈ, ਕਾਫਰ ਕੁੱਤਾ ਸ਼ੈਤਾਨ, ਇਹੋ ਜਿਹੇ ਸਖਤ ਸ਼ਬਦ ਕਹੇ। ਇਹ ਕੇਸ ਪਰਮੇਸ਼ਰ ਦੇ ਭਾਣਾ ਮੰਨਣ ਦੇ ਪ੍ਰਤੀਕ ਹੈ। ਕੇਸਾਂ ਦਾ ਸਦਾ ਸਾਧ ਸੰਗਤ ਜੀ ਅਦਬ ਸਤਿਕਾਰ ਕਰਨਾ। ਜਿਸ ਦਿਨ ਕੇਸਾਂ ਨੂੰ ਮੋਹਰ ਵਜੋਂ ਕਕਾਰ ਵਜੋਂ ਦੱਸਿਆ ਗਿਆ ਸੀ, ਉਸ ਦਿਨ ਇਹ ਬੇਨਤੀ ਕੀਤੀ ਸੀ ਕਿ ਕੇਸਾਂ ਦੀ ਸੰਭਾਲ ਕਿਵੇਂ ਕਰਨੀ ਹੈ। ਤੋ ਸਾਧ ਸੰਗਤ ਜੀ, ਕੇਸਾਂ ਦੀ ਬੇਅਦਬੀ ਜਿਹੜੀ ਹੈ ਨਾ, ਜਦੋਂ ਕਿਤੇ ਇਹ ਅਚਨਚੇਤ ਵੀ ਕੇਸਾਂ ਦੀ ਬੇਅਦਬੀ ਹੋਵੇ ਤੇ ਤਾਂ ਵੀ ਸਾਵਧਾਨਤਾ ਰੱਖਣੀ ਚਾਹੀਦੀ ਹੈ। ਫਿਰ ਵੀ ਪੰਜਾਂ ਕੋਲੋਂ ਅਰਦਾਸ ਕਰਾਉਣੀ ਪੈਂਦੀ ਹੈ। ਤੇ ਕਿਸੇ ਪ੍ਰਕਾਰ ਵੀ ਸਰੀਰ ਦੇ ਕਿਸੇ ਵੀ ਅੰਗ ਤੋਂ ਕੇਸਾਂ ਦੀ ਬੇਅਦਬੀ ਜਿਹੜੀ ਆ ਉਹ ਹਜਾਮਤ ਬੱਜਰ ਕੁਰੈਤ ਅਖਵਾਉਂਦੀ ਹੈ। ਮਹਾਰਾਜ ਨੇ ਕਿਹਾ, ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਆਪਣਾ ਰੱਖਣਾ ਪਰਮੇਸ਼ਰ ਦੇ ਭਾਣਾ ਮੰਨਣ ਦੇ ਪ੍ਰਤੀਕ ਹਨ ਇਹ ਕੇਸ। ਦੂਰੀ ਦਸਤਾਰ ਮਹਾਰਾਜ ਜੀ ਨੇ ਆਖਿਆ ਕਿ ਕੇਸਾਂ ਦੇ ਭਾਈ ਸਜਾ ਕਰਕੇ ਰੱਖਣੀ ਹੈ। ਕਿਉਂਕਿ ਸਾਧ ਸੰਗਤ ਜੀ, ਇਹ ਜਿਹੜੇ ਨਾ ਜਿੰਨੇ ਵੀ ਚਿੰਨ੍ਹ ਮਹਾਰਾਜ ਦਿੱਤੇ ਆ ਨਾ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਜ਼ਾਦੀ ਦੀਆਂ ਨਿਸ਼ਾਨੀਆਂ ਦਿੱਤੀਆਂ ਨੇ। ਇਹ ਨਰੰਗੇ ਦੇ ਬਣਾਏ ਹੋਏ ਕਾਨੂੰਨ ਸੀਗੇ ਕਿ ਹਿੰਦੂ ਜਿਹੜੇ ਆ ਉਹ ਘੋੜੇ ਤੇ ਨਹੀਂ ਕੋਈ ਚੜ੍ਹ ਸਕਦਾ, ਧਾਨ ਦੇ ਬਰਤਨ 'ਚ ਨਹੀਂ ਖਾ ਸਕਦਾ, ਤੇ ਇਸ ਪ੍ਰਕਾਰ ਨਾ ਦਸਤਾਰ ਸਜਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਕਿਹਾ ਤਖਤ ਵੀ ਨਹੀਂ ਬਣਾ ਸਕਦੇ। ਹਜੂਰ ਨੇ ਸਾਰੇ ਹੀ ਉਹਦੇ ਬਣਾਏ ਹੋਏ ਨਿਯਮ ਤੋੜ ਦਿੱਤੇ, ਤਖਤ ਵੀ ਰਚਿਆ। ਸਤਿਗੁਰਾਂ ਜੀ ਨੇ ਦੂਰੀ ਦਸਤਾਰ ਸਜਾਉਣ ਦੀ ਆਗਿਆ ਕੀਤੀ। ਸਰਵਲੋਹ ਦਾ ਸਤਿਗੁਰਾਂ ਜੀ ਨੇ ਜਿੱਥੇ ਕੜਾ ਧਾਰਨ ਕਰਵਾਇਆ, ਸ਼ਸਤਰ ਧਾਰਨ ਕਰਵਾਏ। ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਆਗਿਆ ਕੀਤੀ ਕਿ ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਹੈ ਹੀ ਉਹ ਜਿਹੜਾ ਘੋੜ ਸਵਾਰੀ ਕਰੇ ਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ। ਇਹ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜੋ ਖਾਲਸਾ ਸੋਏ ਕਰੈ ਨਿਤ ਜੰਗ, ਜੰਗ ਦਾ ਭਾਵ ਹੁੰਦਾ ਜੰਗੀ ਅਭਿਆਸ ਕਰੇ। ਇਹ ਸ਼ਸਤਰ ਵਿਦਿਆ ਦਾ ਅਭਿਆਸ ਰੋਜ਼ ਕਰਨਾ ਚਾਹੀਦਾ। ਖਾਲਸੇ ਦੇ ਨਿਯਮ ਦੱਸੇ ਹੈ, ਖਾਲਸਾ ਸੋਏ ਨਿਰਧਨ ਕੋ ਪਾਲੈ, ਖਾਲਸਾ ਸੋਏ ਦੁਸ਼ਟ ਕੋ ਗਾਲੈ। ਇਹ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਪਰਿਭਾਸ਼ਾ ਦੱਸੀ ਹੈ। ਹਜੂਰ ਦੇ ਦਰਬਾਰੀ ਕਵੀਆਂ ਨੇ ਇਹ ਸਾਧ ਸੰਗਤ ਜੀ ਬਚਨ ਜੋ ਸਤਿਗੁਰਾਂ ਜੀ ਦੇ ਸ਼੍ਰੀ ਮੁਖ ਵਾਕ ਕਰਕੇ ਲਿਖੇ ਹੈ, ਉਹਨਾਂ ਉੱਤੇ ਸਤਿਗੁਰਾਂ ਜੀ ਦੀਆਂ ਮੋਹਰ ਛਾਪਾਂ ਲੱਗੀਆਂ ਹੋਈਆਂ ਹਨ। ਇਹ ਸਾਧ ਸੰਗਤ ਜੀ ਜਿਹੜੀ ਕੇਸਾਂ ਦੀ ਬੇਅਦਬੀ ਹੈ ਨਾ, ਇਹ ਬੱਜਰ ਕੁਰੈਤ ਹੈ। ਇਹਦੇ ਨਾਲ ਗੁਰਸਿੱਖ ਨਹੀਂ ਰਹਿੰਦਾ। ਤੇ ਕਈ ਮੂੰਹ ਸਿਰ ਕਟਾ ਕੇ ਵੀ ਕਹਿੰਦੇ ਅਸੀਂ ਸਹਿਜ ਧਾਰੀ ਸਿੱਖ ਮਾਂ। ਇਹ ਸਾਧ ਸੰਗਤ ਜੀ
ਸਿੱਖੀ ਨੂੰ ਢਾਹ ਲਾਉਣ ਵਾਸਤੇ ਸਿੱਖ ਵਿਰੋਧੀ ਤਾਕਤਾਂ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਦੀਆਂ ਤੇ ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ, ਮੂੰਹ ਤੇ ਕੇਸ ਨਹੀਂ, ਉਹਨਾਂ ਨੂੰ ਵੀ ਕਹਿੰਦੇ ਆ ਇਹ ਵੀ ਸਿੱਖੀ ਦੇ ਨੁਮਾਇੰਦੇ ਵਾਸਤੇ ਵੋਟ ਪਾ ਸਕਦੇ ਆ। ਤੇ ਜਿਹੜੇ ਭੁੱਲੇ ਹੋਏ ਕਈ ਸਿੱਖ ਵੀਰ, ਕਿਉਂਕਿ ਸਾਧ ਸੰਗਤ ਜੀ ਬਹੁਤਾਤ ਬਾਹਰਲੇ ਦੇਸ਼ਾਂ ਵਿੱਚ ਹੁਣ ਤਾਂ ਇਹ ਚੀਜ਼ ਘਟੀ ਹੈ ਤੇ ਨੌਜਵਾਨਾਂ ਨੇ ਨਾ, ਹੈ ਤਾਂ ਉਹ ਸਿੱਖਾਂ ਦੇ ਬੱਚੇ, ਪਰ ਉਹਨਾਂ ਮੂੰਹ ਤੇ ਕੇਸ ਨਹੀਂ ਰੱਖੇ ਤੇ ਸਿਰ ਤੇ ਕੇਸ ਨਹੀਂ ਰੱਖੇ। ਬਹਾਨੇ ਉਹਨਾਂ ਦੇ ਹੈ ਕਿ ਬਾਬਾ ਜੀ ਸਾਡੇ ਕੋਲੋਂ ਕੰਮ ਤੇ ਬੜੀ ਮਜਬੂਰੀ ਹੈ। ਤੇ ਜਦੋਂ ਅਸੀਂ ਕਿਤੇ ਕੇਸ ਰੱਖਣ ਬਾਰੇ ਬੋਲਦੇ ਆ ਤੇ ਜਿਹੜੇ ਸ਼ੈਤਾਨ ਲੋਕ ਹੈ ਫਿਰ ਉਹਨਾਂ ਨੂੰ ਬੜਾ ਚੁੱਕਦੇ ਆ, ਵੇਖੋ ਇਹ ਤੁਹਾਡੇ ਖਿਲਾਫ ਬੋਲਦੇ ਆ ਕਿ ਕੇਸ ਕੱਟੇ ਵਾਲੇ ਜਿਹੜੇ ਆ ਉਹ ਚੰਗੇ ਨਹੀਂ ਹੁੰਦੇ। ਸਾਧ ਸੰਗਤ ਜੀ, ਗੁਰੂ ਸਾਹਿਬ ਦੀ ਮਰਿਆਦਾ ਦੱਸਣੀ ਸਾਡਾ ਫਰਜ਼ ਹੈ, ਪਰ ਜਿੱਥੇ ਅਸੀਂ ਸੰਥਿਆ ਕਰਾਉਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਸ਼ਸਤਰ ਵਿਦਿਆ ਸਿਖਾਉਂਦੇ ਆ, ਮੈਂ ਬਾਹਰਲਿਆਂ ਦੇਸ਼ਾਂ ਵਿੱਚ ਵਿਚਰਿਆ, ਕਿਹਾ ਕਿਸੇ ਮੋਨੇ ਨੂੰ ਮਨਾਹੀ ਨਹੀਂ, ਆਓ ਸੰਥਿਆ ਕਰੋ, ਕਿਸੇ ਮੋਨੇ ਨੂੰ ਮਨਾਹੀ ਨਹੀਂ, ਆਓ ਸ਼ਸਤਰ ਵਿਦਿਆ ਸਿੱਖੋ। ਪਰ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਨਾ ਮੋਨਾ ਵਰਤਾ ਸਕਦਾ। ਕੜਾਹ ਪ੍ਰਸ਼ਾਦ ਦੀ ਦੇਗ ਮੋਨਾ ਨਹੀਂ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਦੀ ਲੈ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਨਹੀਂ ਕਰ ਸਕਦਾ। ਪਰ ਉਹ ਵਿਗੜੇ ਹੋਏ ਕਈ ਉੱਥੇ ਆਖੇ ਨਹੀਂ ਲੱਗਦੇ, ਕਰਦੇ ਐ। ਪਰ ਜਿਨ੍ਹਾਂ ਨੂੰ ਪ੍ਰੇਮ ਨਾਲ ਪਤਾ ਲੱਗ ਜਾਂਦਾ ਨਾ ਸਾਧ ਸੰਗਤ ਜੀ, ਸੰਥਿਆ ਕਰਦਿਆਂ ਕਰਦਿਆਂ ਬਹੁਤਾਤ ਗਿਣਤੀ ਵਿੱਚ ਗੁਰਸਿੱਖ ਸੱਜ ਗਏ। ਇਕੱਲੇ ਗੁਰਸਿੱਖ ਨਹੀਂ ਸੱਜ ਗਏ, ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਵੀ ਲੱਗਣ ਲੱਗ ਪਏ। ਇੰਨੀ ਮਹਾਰਾਜ ਕਿਰਪਾ ਕਰਦੇ ਐ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਹੈ, ਭੁੱਲੇ ਹੋਏ ਐ। ਜਦੋਂ ਪਿਆਰ ਨਾਲ ਲਾਈਏ ਨਾ ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ, ਕਿਉਂਕਿ ਸਿੱਖੀ ਸਰੂਪ ਨਾਲ ਜੇ ਉਹ ਪਿਆਰ ਕਰਦੇ ਆ ਤੇ ਪਤਾ ਉਹਨਾਂ ਨੂੰ ਹੈ ਕਿ ਅਸਲ ਸਰੂਪ ਇਹੀ ਹੈ। ਅਸੀਂ ਗਲਤੀ ਕੀਤੀ ਆ, ਹੌਲੀ ਹੌਲੀ ਉਹ ਆਪਣੀ ਗਲਤੀ ਸਮਝ ਕੇ ਸੁਧਾਰ ਲੈਂਦੇ ਆ। ਸਤਿਗੁਰੂ ਜਿਨ੍ਹਾਂ ਉੱਤੇ ਰਹਿਮਤ ਕਰਦੇ ਆ। ਇਸ ਕਰਕੇ ਕੇਸਾਂ ਕੱਟਿਆਂ ਨੂੰ ਕਦੇ ਯੋਗ ਨਾ ਸਮਝਣਾ। ਕਦੇ ਇਹ ਵੀ ਸਮਾਂ ਸੀਗਾ ਕਿ ਕੈਨੇਡਾ ਵਿੱਚ ਸਾਧ ਸੰਗਤ ਜੀ, ਜਦੋਂ ਉਹ ਕੜਾਹ ਪ੍ਰਸ਼ਾਦ ਦੀ ਪੰਜਾਂ ਪਿਆਰਿਆਂ ਦੀ ਦੇਗ ਨਾ, ਇੱਕ ਨੌਜਵਾਨ ਸੀ ਮੋਨਾ, ਉਹ ਕਹਿੰਦਾ ਮੈਂ ਲੈਣੀ ਹੈ। ਉਹ ਕਹਿੰਦੇ ਵੀ ਨਹੀਂ ਭਾਈ, ਇਹ ਪੰਜਾਂ ਪਿਆਰਿਆਂ ਦੀ ਦੇਗ ਤੂੰ ਨਹੀਂ ਲੈ ਸਕਦਾ, ਇਹ ਪੰਜਾਂ ਪਿਆਰਿਆਂ ਦਾ ਛੰਦ ਹੈ। ਕਹਿੰਦਾ ਮੈਂ ਲੈਣੀ ਹੈ ਦੇਗ। ਤੇ ਉਹ ਜਿੱਦ ਕੀਤੀ, ਜਦੋਂ ਨਾ ਦਿੱਤੀ ਉਹ ਕਹਿੰਦੇ ਅਸੀਂ ਵੱਖਰਾ ਗੁਰਦੁਆਰਾ ਬਣਾ ਲਾਂਗੇ। ਉੱਥੇ ਇਹੀ ਗੱਲ ਹੁੰਦੀ, ਜਦੋਂ ਲੜਾਈ ਕਰੋ ਤੇ ਝਾਟੀ ਉਹ ਦੂਜਾ ਗੁਰਦੁਆਰਾ ਤੇ ਐਂ ਖੋਲਦੇ ਜਿਵੇਂ ਫੈਕਟਰੀ ਖੋਲਣੀ ਹੁੰਦੀ। ਤੇ ਉਹਨਾਂ ਨੇ ਜਾ ਕੇ ਗੁਰਦੁਆਰਾ ਸਾਹਿਬ ਬਣਾ ਲਿਆ ਤੇ ਉਹਦਾ ਨਾਮ ਪਤਾ ਕੀ ਰੱਖਿਆ ਉਹਨਾਂ? ਮੋਨਿਆਂ ਦਾ ਗੁਰਦੁਆਰਾ ਸਾਹਿਬ ਹੈ, ਉਹਦਾ ਨਾਂ ਇਹ ਰੱਖਿਆ। ਵੇਖੋ। ਤੇ ਮੁੜ ਉਹਨਾਂ ਨੂੰ ਫਿਰ ਜਦੋਂ ਪੰਥ ਦੇ ਕੁਝ ਨੁਮਾਇੰਦਿਆਂ ਨੂੰ ਪਤਾ ਲੱਗਾ, ਫਿਰ ਉਹਨਾਂ ਨੂੰ ਸਮਝਾਇਆ ਬੁਝਾਇਆ ਵੀ ਇਹ ਗੱਲ ਠੀਕ ਨਹੀਂ ਗੀ, ਮੋਨਿਆਂ ਦਾ ਗੁਰਦੁਆਰਾ ਨਹੀਂ ਹੁੰਦਾ। ਭਾਵੇਂ ਕਿ ਗੁਰੂ ਘਰ ਦੇ ਅੰਦਰ ਵੀ ਬਹੁਤ ਸਾਧ ਸੰਗਤ ਜੀ ਇਹਨਾਂ ਨੇ ਵਖਰੇਵੇਂ ਪਾ ਛੱਡੇ ਆ, ਜਾਤਾਂ ਦੇ ਪ੍ਰਤੀ ਵੀ ਤੇ ਇਲਾਕਿਆਂ ਦੇ ਪ੍ਰਤੀ ਵੀ, ਕਿ ਇਹ ਮਲਵਈਆਂ ਦਾ ਗੁਰਦੁਆਰਾ ਹੈ, ਇਹ ਮਾਝਿਆਂ ਵਾਲਿਆਂ ਦਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਕੀਤਾ, ਜਾਤਾਂ ਪਾਤਾਂ ਨਾਸ਼ ਕਰਕੇ ਖਾਲਸਾ ਸਜਾਇਆ। ਤੇ ਅਸੀਂ ਉਹ ਫਿਰ ਇਹ ਰਬਦਾਸੀਆਂ ਦਾ ਗੁਰਦੁਆਰਾ, ਇਹ ਫਲਾਨਿਆਂ ਦਾ, ਇਹ ਮਜਬੀਆਂ ਦਾ, ਇਸ ਤਰ੍ਹਾਂ ਸਾਧ ਸੰਗਤ ਜੀ ਵਖਰੇਵੇਂ ਫਿਰ ਪਾਏ ਹੋਏ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਾਨੂੰ ਸਿੱਖਿਆ ਕਮਾਉਣੀ ਚਾਹੀਦੀ ਹੈ। ਜਿਹੜੇ ਵੀਰ ਸੁਣ ਕਰਕੇ ਅਸਰ ਕਰਦੇ ਆ, ਉਹ ਜ਼ਰੂਰ ਸਾਧ ਸੰਗਤ ਜੀ ਫਿਰ ਮਹਾਰਾਜ ਉਹਨਾਂ ਤੇ ਰਹਿਮਤ ਕਰਦੇ ਆ ਕਿ ਕਦੇ ਸਿੱਖੀ ਅੰਦਰ ਪਿਆਰ ਹੋਵੇ ਨਾ ਤੇ ਬਾਹਰ ਪ੍ਰਫੁੱਲਤ ਹੋ ਹੀ ਜਾਂਦਾ ਹੁੰਦਾ। ਤੇ ਬਹੁਤਾਤ ਵਿੱਚ ਨੌਜਵਾਨ ਜਿਹੜੇ ਆ ਉਹ ਫਿਰ ਸਿੱਖੀ ਦਾ ਪ੍ਰਚਾਰ ਸੁਣ ਕੇ ਸਿੱਖੀ ਸਰੂਪ ਵਿੱਚ ਆਏ। ਤੋ ਹੁਣ ਬੜੀ ਤਬਦੀਲੀ ਆਈ ਹੈ, ਬੜੀ ਤੇਜ਼ੀ ਨਾਲ। ਤੋ ਸਾਧ ਸੰਗਤ ਜੀ, ਇਹ ਮਹਾਰਾਜ ਕੇਸਾਂ ਦੀ ਬੇਅਦਬੀ ਜਿਹੜੀ ਹੈ ਨਾ, ਹਜਾਮਤ ਵਜੋਂ ਸਤਿਗੁਰਾਂ ਨੇ ਇਸ ਦੀ ਮਨਾਹੀ ਕੀਤੀ ਹੈ ਕਿ ਭਾਈ ਇਹ ਬੱਜਰ ਕਰਾਇਤ ਹੈ, ਹਜਾਮਤ ਨਹੀਂ ਕਰਨੀ ਕਿਸੇ ਵੀ ਪ੍ਰਕਾਰ। ਜੇ ਕੋਈ ਧੌਲੇ ਵੀ ਕਈ ਚੁਣਨ ਲੱਗ ਪੈਂਦੇ ਆ ਕਿ ਵੀ ਛੇਤੀ ਇੱਕ ਅੱਧਾ ਹੀ ਚਿੱਟਾ ਆਇਆ ਤੇ ਇਹਨੂੰ ਕੱਢ ਹੀ ਦੇਵਾਂ ਮੋਚਨੇ ਨਾਲ, ਉਹ ਸਾਧ ਸੰਗਤ ਜੀ ਇੱਕ ਵੀ ਰੋਮ ਹਿਲਾਉਣਾ ਜਿਹੜਾ ਨਾ, ਇਹ ਕੇਸਾਂ ਦੀ ਬੇਅਦਬੀ ਹੈ। ਬੜੇ ਖਿਆਲ ਨਾਲ ਕੇਸੀ ਕੰਘਾ ਵੀ ਕਰਨਾ, ਕਈ ਕੰਘਾ ਹੀ ਇੰਨੀ ਜ਼ੋਰ ਨਾਲ ਖਿੱਚ ਕੇ ਕਰਦੇ ਕਿ ਕੇਸ ਹੀ ਤੋੜ ਦਿੰਦੇ ਆ। ਇਸ ਤਰ੍ਹਾਂ ਨਹੀਂ, ਬੜੇ ਪਿਆਰ ਨਾਲ ਸਾਧ ਸੰਗਤ ਜੀ ਕੇਸੀ ਕੰਘਾ ਕਰੀਦਾ, ਦਾੜੇ 'ਚ ਕੰਘਾ ਕਰੀਦਾ। ਇਹ ਮਹਾਰਾਜ ਦੀ ਮੋਹਰ ਵਜੋਂ ਜਾਣ ਕਰਕੇ ਇਹਨਾਂ ਦੀ ਸੰਭਾਲ ਕਰੀਦੀ ਹੈ ਕੇਸਾਂ ਦੀ। ਤੋ ਫਿਰ ਸਾਧ ਸੰਗਤ ਜੀ, ਹੁੱਕਾ ਹਜਾਮਤ ਤੇ ਹਲਾਲੋ, ਇਹ ਹਲਾਲ ਕਿਹਾ ਜਾਂਦਾ ਹੈ। ਜਿਹੜਾ ਸਾਧ ਸੰਗਤ ਜੀ ਮੁਸਲਮਾਨ ਜੀਵ ਨੂੰ ਕੋਹ ਕੇ ਮਾਰਦੇ ਆ ਨਾ, ਉਹ ਕਹਿੰਦੇ ਅਸੀਂ ਹਲਾਲ ਕਰਦੇ। ਹਲਾਲ ਦਾ ਅਰਥ ਹੁੰਦਾ ਹੱਕ, ਕਹਿੰਦੇ ਹੱਕ ਕਰਦੇ ਆ।
ਤੇ ਕਹਿੰਦੇ ਇਹਦੀ ਮੁਕਤੀ ਕਰਦੇ ਆ। ਗੁਰੂ ਸਾਹਿਬ ਨੇ ਕਿਹਾ ਭਾਈ ਐਵੇਂ ਮੁਕਤੀ ਥੋੜਾ ਹੁੰਦੀ ਹੈ, ਸਗੋਂ ਉਹਨੂੰ ਕੋਹ ਕੇ ਮਾਰਦੇ ਆ, ਥੋੜੀ ਜੀ ਛੁਰੀ ਫੇਰਦੇ ਆ, ਫਿਰ ਕਲਮਾ ਪੜ੍ਹਦੇ ਆ, ਫਿਰ ਥੋੜੀ ਛੁਰੀ ਫੇਰਦੇ, ਫਿਰ ਕਲਮਾ ਪੜ੍ਹਦੇ ਆ। ਕਾਬਲ ਦੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਹਸਤ ਕਮਲਾਂ ਨਾਲ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਪੰਥ ਕੋਲ ਮੌਜੂਦ ਹੈ, ਜਿਹਦੇ ਵਿੱਚ ਸਤਿਗੁਰਾਂ ਨੇ ਕਿਹਾ ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਇਹ ਮਹਾਰਾਜ ਜੀ ਨੇ ਸ਼ਬਦ ਲਿਖੇ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੋਹਰ ਛਾਪ ਲੱਗੀ ਹੈ ਕਿ ਕਿਸੇ ਇਕੱਲੇ ਦੁਕੱਲੇ ਤੋਂ ਨਹੀਂ ਲੈਣਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਵਾਹਿਗੁਰੂ ਵਾਹਿਗੁਰੂ ਜਪਣਾ, ਮੀਣੇ ਮਸੰਦੀਆਂ ਦੀ ਸੰਗਤ ਨਹੀਂ ਬੈਸਣਾ। ਇਹ ਸਤਿਗੁਰਾਂ ਜੀ ਨੇ ਕਾਬਲ ਦੀ ਸੰਗਤ ਨੂੰ ਲਿਖੇ ਹੋਏ ਵਾਕ ਨੇ। ਫਿਰ ਕਿਹਾ ਸਰਬੱਤ ਸੰਗਤ ਅਪਾਖਿਆ ਕਾ ਕੁੱਠਾ ਮਾਸ ਖਾਵੈ ਨਾਹੀ। ਇਹ ਸੱਚੇ ਪਾਤਸ਼ਾਹ ਜੀ ਨੇ ਉਸ ਹੁਕਮਨਾਮੇ ਸਾਹਿਬ ਦੇ ਅੰਦਰ ਲਿਖਿਆ ਹੋਇਆ ਹੈ। ਤੇ ਸਾਧ ਸੰਗਤ ਜੀ ਜਿਹੜਾ ਇਉਂ ਸਤਿਗੁਰੂ ਜੀ ਦੇ ਵੇਖੋ ਖਿਆਲ ਹੀ ਨਹੀਂ ਕਰਦੇ, ਤੇ ਜਿਹਨੂੰ ਕੇਵਲ ਫਿਰ ਸਵਾਦ ਹੀ ਪੈ ਜੇ ਨਾ, ਤੇ ਉਹ ਸਾਧ ਸੰਗਤ ਜੀ ਮਰਿਆਦਾ ਨੂੰ ਤਾਂ ਛਿੱਕੇ ਹੀ ਟੰਗ ਦਿੰਦੇ ਐ। ਤੇ ਜਿਹੜੇ ਆ ਦੁਕਾਨਾਂ ਤੇ ਬਹਿ ਕੇ ਚਿਕਨ ਖਾਣੇ, ਉਹ ਸਾਧ ਸੰਗਤ ਜੀ ਉਹਨਾਂ ਸਾਰਿਆਂ ਝਟਕੇ ਨਹੀਂ ਕਿਤੇ ਕੀਤੇ ਹੁੰਦੇ, ਉਹ ਤਾਂ ਅੱਗੇ ਨੌਕਰ ਹੀ ਰੱਖੇ ਹੁੰਦੇ ਐ। ਤੇ ਕਿਵੇਂ ਛੁਰੀਆਂ ਉਹ ਮੁਰਗੀਆਂ ਦੀਆਂ ਧੌਣਾਂ ਤੇ ਫੇਰਦੇ ਐ, ਜੋ ਮੱਛੀਆਂ ਖਾਈ ਜਾਣੀਆਂ। ਤੇ ਇਹ ਤਾਂ ਸਾਧ ਸੰਗਤ ਜੀ ਫਿਰ ਕੀ ਹੈ, ਗੁਰੂ ਸਾਹਿਬ ਜੀ ਦੀ ਰਹਿਤ ਨੂੰ ਤੰਜਾਂਦਲੀ ਦੇਣ ਵਾਲੀ ਗੱਲ ਹੈ। ਰਸਨਾ ਦੇ ਸਵਾਦ ਵਿੱਚ ਫਸ ਕਰਕੇ ਤੇ ਸਤਿਗੁਰਾਂ ਜੀ ਦੀ ਮਰਿਆਦਾ ਨੂੰ ਹੀ ਛੱਡ ਦੇਣਾ, ਤੇ ਇਉਂ ਕਹਿਣਾ ਕਿ ਅੱਛਾ ਚਲੋ ਮੱਛੀ ਦਾ ਵੀ ਝਟਕਾ ਕਰ ਲਈਏ, ਕੁਕੜੀ ਦਾ ਵੀ ਝਟਕਾ ਕਰ ਲਈਏ। ਇਸ ਤਰ੍ਹਾਂ ਨਹੀਂ ਸਾਧ ਸੰਗਤ ਜੀ ਹੁੰਦਾ। ਜੋ ਸਤਿਗੁਰਾਂ ਜੀ ਨੇ ਕਈ ਇਸੇ ਕਰਕੇ ਫਿਰ ਤਖਤ ਸਾਹਿਬ ਜੀ ਦੀਆਂ ਮਰਿਆਦਾ ਤੇ ਵੀ ਕਈ ਕਿੰਤੂ ਕਰਨ ਲੱਗ ਪੈਂਦੇ ਆ। ਤੋ ਸਾਧ ਸੰਗਤ ਜੀ ਜੋ ਗੁਰੂ ਘਰ ਦੇ ਅੰਦਰ ਰਵਾਇਤਾਂ ਨਾ, ਉਹਨਾਂ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਤੇ ਜੋ ਸਤਿਗੁਰਾਂ ਸਾਨੂੰ ਆਗਿਆ ਕੀਤੀ ਹੈ, ਉਸ ਆਗਿਆ ਦਾ ਸਾਨੂੰ ਪਾਲਣ ਕਰਨਾ ਚਾਹੀਦਾ। ਕਦੇ ਵਾਸਤੇ ਵੀ ਸਤਿਗੁਰੂ ਜੀ ਕਹਿੰਦੇ ਭਾਈ ਅਪਾਖਿਆ ਕੁੱਠਾ ਜਿਹੜਾ ਮਾਸ ਹੈ ਨਾ, ਉਹਦੀ ਵਰਤੋਂ ਨਹੀਂ ਕਰਨੀ। ਤੇ ਤਕਰੀਬਨ ਬਾਹਰਲਿਆਂ ਦੇਸ਼ਾਂ ਵਿੱਚ ਸਾਧ ਸੰਗਤ ਜੀ ਜਿਹੜੇ ਦੁਕਾਨਾਂ ਹੈ ਨਾ ਕਈ, ਉੱਥੇ ਲਿਖਿਆ ਹੁੰਦਾ ਹਲਾਲ ਦਾ ਮਾਸ ਇੱਥੋਂ ਖਾਓ ਜੀ, ਇੱਥੋਂ ਲਵੋ ਜੀ। ਤੇ ਉਹ ਸਾਧ ਸੰਗਤ ਜੀ ਕੀ ਹੈ ਕਿ ਹਲਾਲ ਕਰਕੇ ਮਾਸ ਵਰਤਾਉਂਦੇ ਹੈ, ਤੇ ਜਿਹਨੂੰ ਪਿਆ ਹੁੰਦਾ ਜ਼ਬਾਨ ਦਾ ਸਵਾਦ, ਉਹ ਫਿਰ ਸਾਧ ਸੰਗਤ ਜੀ ਕੀ ਹੈ ਕਿ ਵੇਖਦੇ ਹੀ ਨਹੀਂ, ਖਾਈ ਤੁਰੇ ਜਾਂਦੇ ਆ। ਤੇ ਸਾਧ ਸੰਗਤ ਜੀ ਅੰਗਰੇਜ਼ ਦੇ ਵਕਤ ਵਿੱਚ, ਕਿਉਂਕਿ ਅੰਗਰੇਜ਼ ਨਾ ਉੱਥੇ ਬੀਫ ਕਹਿੰਦੇ ਆ ਗਾਂ ਦੇ ਮਾਸ ਨੂੰ, ਤੇ ਸਾਧ ਸੰਗਤ ਜੀ ਉੱਥੇ ਕੋਈ ਚੀਜ਼ ਇਹੋ ਜਿਹੀ ਹੋਊ ਜਿਹਦੇ ਚ ਮਾਸ ਨਾ ਪੈਂਦਾ ਹੋਵੇ ਗਾਂ ਦਾ। ਤੇ ਹੁਣ ਤੁਸੀਂ ਜ਼ਿਆਦਾ ਸੁਣਿਆ ਹੋਊਗਾ ਚੀਨ ਵਿੱਚ ਤਾਂ ਸਿਰਫ ਉਹ ਲੱਕੜ ਦੀ ਕੁਰਸੀ ਤੇ ਲੱਕੜ ਦਾ ਮੇਜ਼ ਨਹੀਂ ਖਾਂਦੇ, ਬਾਕੀ ਸਭ ਕੁੱਤਾ ਬਿੱਲਾ ਚੂਹਾ ਸੱਪ ਠੂੰਮਾ ਸਭ ਖਾ ਜਾਂਦੇ। ਤੇ ਇਹ ਅਸੀਂ ਆਪਣੇ ਅੱਖੀਂ ਵੇਖਿਆ ਉੱਥੇ ਵਿਚਰਦਿਆਂ ਹੋਇਆਂ। ਹੁਣ ਤਾਂ ਪ੍ਰਚਲਿਤ ਹੋਈਆਂ ਨਾ ਚੀਜ਼ਾਂ ਵਾਇਰਸ ਦੇ ਫੈਲਣੇ ਕਰਕੇ, ਇਹ ਜਿਹੜੀਆਂ ਕੋਈ ਰਹਿਤ ਹੀ ਨਾ ਰੱਖਣੀ, ਕੋਈ ਆਪਣਾ ਕਿਹੜਾ ਸਾਧ ਸੰਗਤ ਜੀ ਕੋਈ ਸੂਰ ਹੀ ਖਾਈ ਜਾਂਦੇ ਆ, ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮਹਾਰਾਜ ਸਾਹਿਬ ਸਾਨੂੰ ਮਨਾ ਕੀਤੀਆਂ। ਇਸ ਕਰਕੇ ਇਹ ਬੱਜਰ ਕਰਾਇਤਾ ਅਪਾਖਿਆ ਦਾ ਕੁੱਠਾ ਮਾਸ ਜਿਹੜਾ ਹੈ, ਉਹ ਸਾਧ ਸੰਗਤ ਜੀ ਉਹਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸੋ ਸਮਾਂ ਇਹਨਾਂ ਨਹੀਂ ਕਿ ਮੈਂ ਇਹਦੇ ਤੇ ਹੋਰ ਵਿਸਥਾਰ ਕਰਾਂ। ਤੇ ਚੌਥੀ ਕਰਾਇਤ ਹੈ ਹਰਾਮ। ਇਹ ਮਹਾਰਾਜ ਆਖਿਆ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਕਿ ਭਾਈ ਏਕਾ ਨਾਰੀ ਜਤੀ ਹੋਏ। ਜੋ ਧਰਮ ਪਤਨੀ ਹੈ ਨਾ, ਉਸ ਦੇ ਜਤ ਸਤ ਵਿੱਚ ਪਰਪੱਕ ਰਹਿਣਾ। ਸਿੰਘਾਂ ਨੂੰ ਇਹ ਆਗਿਆ ਕਿ ਆਪ ਤੋਂ ਵੱਡੀਆਂ ਨੂੰ ਮਾਤਾਵਾਂ, ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਪੁੱਤਰੀਆਂ ਸਮਾਨ ਜਾਣਨੇ ਭਾਵਨਾ ਰੱਖਣੀ। ਇਸੇ ਤਰ੍ਹਾਂ ਬੀਬੀਆਂ ਨੂੰ ਆਗਿਆ ਕੀਤੀ ਕਿ ਵੱਡਿਆਂ ਨੂੰ ਪਿਤਾ, ਬਰਾਬਰ ਦਿਆਂ ਨੂੰ ਭਰਾ, ਤੇ ਛੋਟਿਆਂ ਨੂੰ ਪੁੱਤਰਾਂ ਸਮਾਨ ਜਾਣਨਾ। ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਜੇ ਕੋਈ ਸਰੀਰ ਕਰਕੇ ਕਾਮ ਦੇ ਵਸ ਪੈ ਕਰਕੇ ਗਲਤੀ ਕਰਦਾ ਨਾ, ਤੇ ਕਈਆਂ ਨੇ ਇੱਥੋਂ ਤੱਕ ਵੀ ਢਲਿਆਈ ਕੀਤੀ ਹੋਈ ਹੈ ਕਿ ਮਹਾਰਾਜ ਨੇ ਕਿਹਾ ਕਿ ਜਿਹੜਾ ਤੁਰਕਣੀ ਦੇ ਨਾਲ ਮੇਲ ਨਹੀਂ ਕਰਨਾ, ਬਾਕੀ ਅਖੇ ਕੋਈ ਗੱਲ ਨਹੀਂ। ਸਾਧ ਸੰਗਤ ਜੀ ਪਰਾਈ ਔਰਤ ਕਿਹਾ ਮਹਾਰਾਜ ਸਾਹਿਬ ਜੀ ਨੇ। ਇਸ ਕਰਕੇ ਪਰ ਔਰਤ ਕੀ ਕਿ ਆਪਣੀ ਇਸਤਰੀ ਤੋਂ ਬਿਨਾ ਬਾਕੀ ਸਭ ਪਰ ਔਰਤਾਂ ਹਨ। ਤੇ ਸੋਹਣਾ ਸਰੂਪ ਵੇਖ ਕਰਕੇ ਭਰਮੀ ਜਾਣਾ, ਚਮੜੀ ਵੇਖ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਭਰਮ ਵਿੱਚ ਫਸਿਆ ਹੋਇਆ ਨਾ, ਉਹ ਬਾਹਰੋਂ ਵੇਖ ਕਰਕੇ ਰੂਪ ਤੇ ਉਹਦੇ ਚ ਫਸ ਕਰਕੇ ਫਿਰ ਗਲਤੀਆਂ ਕਰਦਾ। ਜੇ ਮਨ ਦੇ ਫੁਰਨੇ ਨੂੰ ਨਹੀਂ ਰੋਕਿਆ
ਤੇ ਮਨ ਦਾ ਫੁਰਨਾ ਫਿਰ ਪਾਪ ਵੱਲ ਲੈ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਕੋਈ ਸਾਧ ਸੰਗਤ ਜੀ ਅਚਨਚੇਤ ਹੀ ਕਿਤੇ ਕੋਈ ਭੁੱਲ ਹੋਣ ਲੱਗੇ ਨਾ, ਜਿਵੇਂ ਭਾਈ ਜੋਗਾ ਸਿੰਘ ਅਚਨਚੇਤ ਹੀ ਵਾਸ਼ਨਾ ਦਾ ਜ਼ੋਰ ਪਿਆ ਸੀ, ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਪਹਿਰੇ ਤੇ ਖਲੋ ਗਏ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖ ਨੂੰ ਨਰਕਾਂ ਵਿੱਚ ਨਹੀਂ ਮਹਾਰਾਜ ਡਿੱਗਣ ਦਿੰਦੇ। ਸਾਧ ਸੰਗਤ ਜੀ ਐਸੇ ਸਮਰੱਥ ਸਤਿਗੁਰੂ ਜੀ ਕੇ ਪਾਪਾਂ ਦੀ ਅੱਗ ਵਿੱਚੋਂ ਵੀ ਕੱਢ ਲੈਂਦੇ ਸੱਚੇ ਪਾਤਸ਼ਾਹ, ਸੇਕ ਨਹੀਂ ਲੱਗਣ ਦਿੰਦੇ। ਪਰ ਜੇ ਮਹਾਰਾਜ ਨੇ ਕਿਹਾ ਕਿ ਖਾਲਸਾ ਜੀ ਜੇ ਇਹ ਸਰੀਰ ਕਰਕੇ ਗਲਤੀ ਕੀਤੀ, ਸਾਧ ਸੰਗਤ ਜੀ ਇਹਦੇ ਅੱਗੇ ਕੋਈ ਜ਼ੋਰ ਨਹੀਂ, ਮਹਾਰਾਜ ਦੇ ਅੱਗੇ ਬੇਨਤੀ ਕਰਕੇ ਸਦਾ ਹੀ ਹਲੀਮੀ ਨਾਲ ਗੁਰਸਿੱਖ ਜਿਹੜੇ ਆ ਇਸ ਸੰਸਾਰ ਨੂੰ ਤਰਦੇ ਆ। ਤੇ ਸਾਧ ਸੰਗਤ ਜੀ ਜਿਹੜਾ ਇਹਦੇ ਵਿੱਚ, ਕਿਉਂਕਿ ਜੋਗਾ ਸਿੰਘ ਜੀ ਵੀ ਮਾਣ ਹੀ ਕਰ ਬੈਠੇ ਸੀ ਨਾ ਕਿ ਮੇਰੇ ਵਰਗਾ ਹੁਕਮ ਕਿਹਨੇ ਮੰਨਣਾ, ਤੇ ਤਾਂ ਹੀ ਫਿਰ ਮਹਾਰਾਜ ਨੇ ਪੱਬ ਚੁਕਾਤੇ ਸੀਗੇ ਕਿ ਵੇਖ ਭਾਈ ਤੂੰ ਐਡਾ ਹੁਕਮ ਮੰਨਦਾ, ਕਿੱਥੇ ਵੇਸਵਾ ਦੇ ਦੁਆਰੇ ਚੜ੍ਹ ਚੱਲਿਆ ਸੈਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਪੂਰੀ ਜਿਹੜੀ ਸ਼ਕਤੀ ਹੈ ਨਾ, ਉਹਦੇ ਅੱਗੇ ਸੀਸ ਝੁਕਾ ਕੇ ਰੱਖਣਾ ਚਾਹੀਦਾ। ਮਹਾਰਾਜ ਮੇਰਾ ਕੋਈ ਬਲ ਨਹੀਂ, ਤੇ ਸਤਿਗੁਰਾਂ ਨੇ ਡਰ ਵੀ ਇਸੇ ਕਰਕੇ ਦਿੱਤਾ ਇੰਨਾ ਜ਼ਿਆਦਾ। ਜਦੋਂ ਸਿੰਘਾਂ ਕਿਹਾ ਮਹਾਰਾਜ ਇਹ ਤਾਂ ਵਾਸ਼ਨਾ ਦੇ ਵਿੱਚ ਬੱਝੇ ਹੋਏ ਜੀਵ, ਜੇ ਗਲਤੀ ਹੋ ਜੇ ਤਾਂ ਮਹਾਰਾਜ ਕਹਿੰਦੇ ਫਿਰ ਮੇਰੇ ਕਿਸੇ ਕੰਮ ਦੇ ਨਹੀਂ ਤੁਸੀਂ। ਇਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਿਆ ਸਤਿਗੁਰੂ ਜੀ ਕੁਝ ਤਾਂ ਰਾਹ ਦੱਸੋ। ਮਹਾਰਾਜ ਫਿਰ ਆਖਿਆ ਕਿ ਭਾਈ ਜਿਹੜਾ ਭਾਂਡਾ ਰੋਜ਼ ਰਸੋਈ 'ਚ ਵਰਤੀਦਾ ਨਾ, ਲੰਗਰ 'ਚ ਵਰਤੀਦਾ, ਖਾਲਸਾ ਜੀ ਜੱਥੋਂ ਉਹਦੇ ਵਿੱਚ ਛੇਕ ਪੈ ਜੇ ਤੇ ਕੋਈ ਦੁੱਧ ਪਾ ਸਕੀਦਾ ਉਹਦੇ 'ਚ? ਜੇ ਉਹਦੇ 'ਚ ਛੇਕ ਪੈ ਜੇ ਕੋਈ ਹੋਰ ਵਸਤੂ ਪਾ ਸਕੀਦੀ ਹੈ? ਨਹੀਂ ਮਹਾਰਾਜ। ਸਤਿਗੁਰੂ ਕਹਿੰਦੇ ਬੱਜਰ ਕਰੈਤ ਦੀ ਉਹਦੇ ਵਿੱਚ ਛੇਕ ਪੈ ਜਾਏਗਾ ਉਹਦੇ ਸਰੀਰ ਰੂਪੀ ਭਾਂਡੇ 'ਚ, ਉਹ ਸਾਡੇ ਕਿਸੇ ਕੰਮ ਨਹੀਂ। ਮਹਾਰਾਜ ਕੁਝ ਤਾਂ ਦੱਸੋ ਸੱਚੇ ਪਾਤਸ਼ਾਹ, ਕਿਤੇ ਤਾਂ ਮਹਾਰਾਜ ਸਾਨੂੰ ਕੰਡੇ ਲਾਓ। ਫਿਰ ਸਤਿਗੁਰੂ ਜੀ ਕਹਿੰਦੇ ਅੱਛਾ ਖਾਲਸਾ ਜੀ ਉਸ ਭਾਂਡੇ ਨੂੰ ਨਾ ਟਾਂਕਾ ਲਾਇਆ ਜਾ ਸਕਦਾ। ਫਿਰ ਇਹ ਹੈ ਕਿ ਜੇ ਭੁੱਲ ਹੋ ਜੇ ਤੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਤਿਆਰ ਪਰ ਤਿਆਰ ਹੋਵੇ, ਸੁਧਾਈ ਕਰਾ ਲਵੇ, ਕਦੇ ਫੁਰਨੇ ਮਾਤਰ ਵੀ ਉਸ ਨੂੰ ਚੇਤੇ ਨਾ ਉਸ ਚੀਜ਼ ਨੂੰ ਕਰੇ। ਤੇ ਮਹਾਰਾਜ ਕਹਿੰਦੇ ਫਿਰ ਇਹ ਗੱਲ ਸੁਣ ਲਓ ਪਰ ਕਿ ਟਾਂਕਾ ਸਾਰੀ ਉਮਰ ਜਿਹੜਾ ਨਾ ਰੜਕਦਾ ਹੀ ਰਹਿੰਦਾ ਹੈ। ਮਹਾਰਾਜ ਜੀ ਦੇ ਸ਼ਬਦ ਕਿਸੇ ਕਵੀ ਨੇ ਕਿਹਾ ਰਹਿਮਨ ਧਾਗਾ ਪ੍ਰੇਮ ਕਾ ਮਤ ਤੋਰੋ ਝਟਕਾਏ, ਟੂਟੇ ਸੇ ਫਿਰ ਨਾਹੀ ਮਿਲੇ, ਮਿਲੇ ਤੋ ਗਾਂਠ ਪਰ ਜਾਏ। ਟੁੱਟਿਆ ਹੋਇਆ ਧਾਗਾ ਜੁੜਦਾ ਨਹੀਂ, ਜੇ ਜੁੜ ਜੇ ਤੇ ਗੰਢ ਪੈ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਗੰਢ ਫਿਰ ਸਦਾ ਰੜਕਦੀ ਰਹੂਗੀ। ਮੇਰੇ ਪਿਆਰ ਦੇ ਧਾਗੇ ਨੂੰ ਕਦੇ ਖਾਲਸਾ ਜੀ ਖਿੱਚ ਕੇ ਨਾ ਤੋੜਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਪਿਆਰ ਦਾ ਧਾਗਾ ਇੰਨਾ ਮਜ਼ਬੂਤ ਸਾਨੂੰ ਦਿੱਤਾ ਹੈ। ਆਪਣਾ ਸਾਰਾ ਹੀ ਪਰਿਵਾਰ ਵਾਰ ਕੇ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੇ ਬਣਾਇਆ, ਗਰੀਬ ਨਵਾਜ ਨੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਾਧ ਸੰਗਤ ਜੀ ਰਹਿਤ ਨੂੰ ਗੁਰਸਿੱਖਾਂ ਨੂੰ ਚੇਤੇ ਕਰਨਾ ਚਾਹੀਦਾ। ਕਦੇ ਸੰਸਾਰ ਵਿੱਚ ਔਖਾ ਸਮਾਂ ਬਣੇ ਤੇ ਬਾਜਾਂ ਵਾਲੇ ਸਤਿਗੁਰੂ ਦਾ ਧਿਆਨ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਖਾਲਸੇ ਨੂੰ ਰੂਪ ਤੋਂ ਭਰਮਣ ਤੋਂ ਬਚਾਉਂਦੇ ਹੈ, ਬੱਜਰ ਕਰੈਤ ਤੋਂ ਬਚਾਉਂਦੇ ਹੈ। ਤੇ ਜੇ ਸਰੀਰ ਕਰਕੇ ਹੋਈ ਗਲਤੀ ਤੇ ਉਹਦੇ ਵਾਸਤੇ ਸਤਿਗੁਰਾਂ ਜੀ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ ਹੈ। ਮਹਾਰਾਜ ਕਹਿੰਦੇ ਆ ਸਿੰਬਲ ਦੇਖ ਸੂਆ ਬਿਗਸਾਨਾ, ਅੰਤ ਕੀ ਬਾਰ ਮੂਆ ਲਪਟਾਨਾ। ਸਿੰਬਲ ਦਾ ਰੁੱਖ ਜਿਹੜਾ ਬੜਾ ਸੋਹਣਾ ਲੱਗਦਾ ਵੇਖਣ ਨੂੰ, ਤੋਤੇ ਨੂੰ, ਸੂਆ ਤੂਤੇ ਨੂੰ ਕਹਿੰਦੇ ਆ। ਉਹਦਾ ਫਲ ਨਾ ਬੜਾ ਲਿਸ਼ਕਦਾ ਉਹਨੂੰ ਪ੍ਰਤੀਤ ਹੁੰਦਾ ਹੈ, ਸੋਚਦਾ ਇਹਦੇ ਵਿੱਚ ਬੜਾ ਮੈਨੂੰ ਰਸ ਆਊਗਾ। ਪਰ ਜਦੋਂ ਚੁੰਝ ਮਾਰਦਾ ਨਾ ਉਹ ਲੰਮਾ ਬੜਾ ਹੁੰਦਾ, ਉੱਚਾ, ਤੇ ਚੁੰਝ ਮਾਰਦਾ, ਤੋਤੇ ਦੀ ਚੁੰਝ ਮੁੜੀ ਹੁੰਦੀ ਹੈ ਤੇ ਉਹ ਚੁੰਝ ਵਿੱਚ ਤਾਂ ਚਲੀ ਜਾਂਦੀ ਹੈ ਪਰ ਕੁੰਡੀ ਹੋਣ ਕੇ ਵਾਪਸ ਨਹੀਂ ਨਿਕਲਦੀ। ਤੇ ਫਲ ਹੁੰਦਾ ਸਖਤ, ਉੱਥੇ ਹੀ ਫੜਾਉਂਦਾ, ਤੜਫ ਕੇ ਮਰ ਜਾਂਦਾ, ਸੁੱਕ ਜਾਂਦਾ, ਸੜ ਜਾਂਦਾ। ਸਾਧ ਸੰਗਤ ਜੀ ਚੁੰਝ ਨਹੀਂ ਉਹਦੇ ਵਿੱਚੋਂ ਨਿਕਲਦੀ। ਸਤਿਗੁਰੂ ਜੀ ਕਹਿੰਦੇ ਆ ਇਸਤਰੀ ਦਾ ਰੂਪ ਸਿੰਬਲ ਦੇ ਉਸ ਫਲ ਦੀ ਤਰ੍ਹਾਂ ਹੈ, ਤੈਨੂੰ ਵੇਖਣ ਨੂੰ ਹੀ ਲਿਸ਼ਕਣਾ ਤੇ ਬੜਾ ਪ੍ਰਤੀਤ ਹੋ ਰਿਹਾ ਕਿ ਬੜਾ ਮੈਨੂੰ ਇਹਦੇ ਚੋਂ ਰਸ ਆਊਗਾ। ਜਾਂ ਕਿਸੇ ਔਰਤ ਨੂੰ ਮਰਦ ਦਾ ਰੂਪ ਸੋਹਣਾ ਲੱਗਦਾ ਤੇ ਸਿੰਬਲ ਦੇ ਉਸ ਫਲ ਵਾਂਗੂ ਹੀ ਮਹਾਰਾਜ ਕਹਿੰਦੇ ਪ੍ਰਤੀਤ ਹੋ ਰਿਹਾ ਹੈ। ਤੇ ਚੁੰਝ ਕਿਹੜੀ ਹੈ? ਬਿਰਤੀ ਰੂਪੀ ਚੁੰਝ ਹੈ। ਇੱਕ ਵਾਰੀ ਭੋਗ ਲਿਆ ਨਾ ਫਿਰ ਸਾਧ ਸੰਗਤ ਜੀ ਦਲਦਲ ਚੋਂ ਨਹੀਂ ਨਿਕਲਿਆ ਜਾਂਦਾ। ਇਸ ਕਰਕੇ ਮਨ ਵਿੱਚ ਤੇ ਖਿਆਲ ਕਰਨਾ ਚਾਹੀਦਾ ਹੈ ਕਿ ਇੱਕ ਵਾਰੀ ਭੋਗਣ ਨਾਲ ਭੁੱਖ ਥੋੜੋ ਮਿਟਦੀ ਹੈ, ਤਾਂ ਭੁੱਖ ਵਿਕਾਰਾਂ ਦੀ ਵੱਧਦੀ ਜਾਂਦੀ ਹੈ। ਫਿਰ ਸਾਧ ਸੰਗਤ ਜੀ ਮਹਾਰਾਜ ਆਖਿਆ ਕਿ ਜੇ ਪਾਪ ਕਰਦਾ ਤੇ ਤਪਤ ਥੰਮ ਗੱਲ ਲਾਤਿਆ, ਪਰ ਤਰਿਆ ਰਾਵਣ ਜਾਹੇ ਸੇਈ ਤਾ ਲਾਜੀ ਹੈ। ਉਹਨਾਂ ਨੂੰ ਤੱਤੇ ਤੇਲ ਦੇ ਕੜਾਹਿਆਂ ਵਿੱਚ ਤਲ ਦਿੱਤਾ ਜਾਂਦਾ ਹੈ। ਇਹੋ ਜੀ ਹਾਲਤ ਹੁੰਦੀ ਹੈ।
ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਬੱਜਰ ਕਰੈਤ ਕਹਿ ਕੇ ਮਨਾਹੀ ਕੀਤੀ ਹੈ। ਅੰਗਰੇਜ਼ ਨੇ ਰਾਜ ਕੀਤਾ ਇਸ ਦੇਸ਼ ਦੇ ਉੱਤੇ। ਜਦੋਂ ਅੰਗਰੇਜ਼ ਦਾ ਰਾਜ ਸਾਧ ਸੰਗਤ ਜੀ ਪੰਜਾਬ ਦੇ ਉੱਤੇ ਹੋਇਆ ਨਾ, ਤੇ ਜਿਹੜੇ ਉਹਦੇ ਕੋਈ ਅੰਗਰੇਜ਼ ਦੇ ਚੰਗੇ ਰਾਈਟਰ ਸੀਗੇ, ਉਹਨਾਂ ਨੇ ਖਾਲਸੇ ਦਾ ਜੀਵਨ ਵੇਖਿਆ, ਤੇ ਕਈ ਅੰਗਰੇਜ਼ ਜਿਹੜੇ ਸੀ ਨਾ, ਤਕਰੀਬਨ ਉਹਨਾਂ ਦੇ ਨਾਮ ਵੀ ਸਾਧ ਸੰਗਤ ਜੀ ਲਿਖੇ ਹੋਏ ਆ। ਉਹ ਖਾਲਸੇ ਦੇ ਜੀਵਨ ਤੋਂ ਪ੍ਰਭਾਵਿਤ ਹੋ ਕਰਕੇ ਸਿੰਘ ਹੀ ਸਜ ਗਏ ਸੀ। ਕਈਆਂ ਨੇ ਤਾਂ ਲਾਹੌਰ ਵਿੱਚ ਸਰੀਰ ਛੱਡਿਆ ਹੈ। ਇਸ ਤਰ੍ਹਾਂ ਉਹਨਾਂ ਨੂੰ ਅਸਰ ਪਿਆ ਖਾਲਸੇ ਦੀ ਰਹਿਣੀ ਦਾ। ਤੇ ਇੱਕ ਰਾਈਟਰ ਨੇ ਲਿਖਿਆ ਹੋਇਆ ਹੈ ਕਿ ਜਿਸ ਵਕਤ ਕੋਈ ਔਖਾ ਸਮਾਂ ਆ ਜਾਵੇ, ਕਹਿੰਦਾ ਮੈਂ ਆਪਣੀ ਨੌਜਵਾਨ ਪੁੱਤਰੀ ਨੂੰ ਤੇ ਆਪਣੀ ਨੌਜਵਾਨ ਇਸਤਰੀ ਨੂੰ ਆਪਣੇ ਨਾਲੋਂ ਸਿੰਘ ਦੀ ਹਿਫਾਜ਼ਤ ਵਿੱਚ ਮਹਿਫੂਜ਼ ਸਮਝਦਾ ਹਾਂ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਖਾਲਸਾ ਨਾ, ਉਹਦੇ ਤੇ ਕਹਿੰਦਾ ਮੈਨੂੰ ਇੰਨਾ ਭਰੋਸਾ ਤੇ ਨਿਸ਼ਚਾ ਹੈ ਕਿ ਮੇਰੇ ਨਾਲੋਂ ਵੀ ਵੱਧ ਮੇਰੀ ਔਰਤ ਦੀ ਤੇ ਮੇਰੀ ਲੜਕੀ ਦੀ ਉਹ ਇੱਜ਼ਤ ਦੀ ਰੱਖਿਆ ਕਰ ਸਕਦਾ ਹੈ। ਇਹਨਾਂ ਦੁਸ਼ਮਣ ਦੇ ਉੱਤੇ ਵੀ ਸਾਧ ਸੰਗਤ ਜੀ ਇਖਲਾਕ ਦਾ ਪ੍ਰਭਾਵ। ਅਹਿਮਦ ਸ਼ਾਹ ਅਬਦਾਲੀ ਨੂੰ ਵੀ ਜਿਹੜਾ ਸੀ ਸਿੰਘਾਂ ਦੀ ਨਕਲ ਕਰਕੇ ਜਿਹੜਾ ਉਹਨਾਂ ਦੱਸਿਆ ਨਾ, ਉਹਨਾਂ ਇਹੀ ਆਖਿਆ ਕਿ ਪਰਾਈ ਔਰਤ ਨੂੰ ਇਹ ਆਪਣੀ ਮਾਤਾ ਤੇ ਭੈਣ ਤੇ ਧੀ ਦੇ ਬਰਾਬਰ ਜਾਣਦੇ ਆ। ਤੇ ਹੈਰਾਨ ਹੋ ਗਿਆ ਸੀ ਅਬਦਾਲੀ ਵੀ ਸੁਣ ਕਰਕੇ ਕਿ ਦੁਸ਼ਮਣ ਦੀ ਔਰਤ ਦਾ ਵੀ ਐਡਾ ਮਾਣ ਕਰਦੇ ਆ। ਤੇ ਸਾਧ ਸੰਗਤ ਜੀ ਨਹੀਂ ਤੇ ਵੇਖ ਲਓ ਸੰਸਾਰ ਦੇ ਅੰਦਰ ਜਦੋਂ ਜੰਗਾਂ ਹੁੰਦੀਆਂ ਨਾ, ਤੇ ਉਹ ਫੌਜੀ ਕੀ ਕਰਦੇ ਆ, ਬੜੇ ਕੁਕਰਮ ਕਰਦੇ ਆ, ਬਹੁਤ ਜ਼ਿਆਦਾ ਪਾਪ ਕਮਾਉਂਦੇ ਆ। ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਪੜੋ ਪੰਥ ਪ੍ਰਕਾਸ਼ ਵਿੱਚ ਲਿਖਿਆ। ਸਾਧ ਸੰਗਤ ਜੀ ਇਹੋ ਜਿਹਾ ਉੱਚਾ ਜੀਵਨ ਸੀ ਕਿ ਦੁਸ਼ਮਣ ਹੁੰਦਿਆਂ ਹੋਇਆਂ ਵੀ, ਭਾਵੇਂ ਕਿ ਵਜੀਦੇ ਦੀ ਔਰਤ ਵੀ ਬਾਬਾ ਬੰਦਾ ਸਿੰਘ ਸਾਹਿਬ ਉਹਨੂੰ ਸਜ਼ਾ ਦੇ ਸਕਦੇ ਸੀਗੇ, ਪਰ ਉਹਨੂੰ ਕਿਹਾ ਕਿ ਜਿੱਥੇ ਤੂੰ ਜਾਣਾ ਚਾਹੁੰਦੀ ਆਪਣੀ ਮਰਜ਼ੀ ਨਾਲ, ਸਿੰਘਾਂ ਨੂੰ ਕਿਹਾ ਇਹਨੂੰ ਉੱਥੇ ਪਹੁੰਚਾ ਦਿਓ। ਦੁਸ਼ਮਣ ਦੀ ਔਰਤ ਦਾ ਵੀ ਸਤਿਕਾਰ ਕਰਦੇ ਸੀਗੇ। ਇਹੋ ਜਿਹਾ ਇਖਲਾਕ ਮਹਾਰਾਜ ਨੇ ਦਿੱਤਾ। ਸਿੰਘਾਂ ਆਖਿਆ ਸੀ ਮਹਾਰਾਜ ਨੂੰ, 10ਵੇਂ ਪਾਤਸ਼ਾਹ ਜੀ ਨੂੰ, ਜਦੋਂ ਕੁਝ ਤੁਰਕਣੀਆਂ ਪਕੜ ਲਈਆਂ ਨਾ, ਤੇ ਕਹਿੰਦੇ ਸਿੰਘ ਕਹਿੰਦੇ ਮਹਾਰਾਜ ਇਹਨਾਂ ਨੂੰ ਦਈਏ ਸਜ਼ਾ, ਤੇ ਨਾਲੇ ਸਿੰਘਾਂ ਨੂੰ ਮਹਾਰਾਜ ਆਗਿਆ ਕਰੀਏ। ਸਤਿਗੁਰੂ ਜੀ ਕਹਿੰਦੇ ਨਹੀਂ ਖਾਲਸਾ ਜੀ, ਅਸੀਂ ਤੁਹਾਨੂੰ ਅਧੋਗਤੀ ਨੂੰ ਨਹੀਂ ਪਹੁੰਚਾਉਣਾ, ਨਰਕਾਂ 'ਚ ਨਹੀਂ ਪਹੁੰਚਾਉਣਾ, ਅਸੀਂ ਆਪਣੇ ਪੰਥ ਨੂੰ ਉਚੇਰਿਆਂ ਚੱਕਣਾ ਹੈ। ਇਸ ਕਰਕੇ ਦੁਸ਼ਮਣ ਦੀ ਔਰਤ ਨੂੰ ਵੀ ਆਪਣੀ ਮਾਤਾ, ਆਪਣੀ ਭੈਣ ਤੇ ਆਪਣੇ ਧੀ ਦੇ ਬਰਾਬਰ ਜਾਣਨਾ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਅਸੂਲ ਦਿੱਤੇ। ਤੇ ਫਿਰ ਸਾਧ ਸੰਗਤ ਜੀ 5ਵੇਂ ਥਾਂ ਤੇ ਸ਼ਰਾਬ ਦਾ ਵੀ ਜ਼ਿਕਰ ਆਉਂਦਾ ਹੈ। ਤੇ ਜਿਹੜਾ ਹੈ ਸ਼ਰਾਬ ਦਾ ਸੇਵਨ ਕਰਨਾ, ਕਹਿੰਦੇ ਬਾਣੀ 'ਚ ਮਨਾਹੀ ਨਹੀਂ ਕੀਤੀ। ਮਹਾਰਾਜ ਆਖਿਆ ਕਿ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਨਸ਼ੇ ਵਿੱਚ ਉਹਨੂੰ ਇਹ ਪ੍ਰਤੀਤ ਨਹੀਂ ਹੁੰਦਾ ਕਿ ਮੇਰੀ ਘਰਵਾਲੀ ਹੈ, ਕਿ ਮੇਰੀ ਭੈਣ ਹੈ, ਕਿ ਮੇਰੀ ਮਾਤਾ ਹੈ। ਇਹੋ ਜਿਹਾ ਨਸ਼ਾ ਸਾਧ ਸੰਗਤ ਜੀ ਸ਼ਰ ਜਮਾ ਆਬ, ਸਾਰੀਆਂ ਹੀ ਸ਼ਰਾਰਤਾਂ ਦਾ ਜੜ ਜਿਹੜਾ ਪਾਣੀ, ਉਹਨੂੰ ਸ਼ਰਾਬ ਕਿਹਾ ਜਾਂਦਾ ਹੈ। ਕਈਆਂ ਦਾ ਖਿਆਲ ਹੈ ਜੀ ਇਹ ਤਾਂ ਉਹ ਸ੍ਰੀਮਨ ਰੰਭਾ ਬਾਰਨੀ ਸ਼ਰਾਬ ਜੋ ਕਹੀ ਹੈ, ਤੇ ਇਹ ਤਾਂ 14 ਰਤਨਾਂ ਚੋਂ ਰਤਨ ਨਿਕਲਿਆ ਸੀ ਸਮੁੰਦਰ ਚੋਂ, ਤਾਂ ਹੀ ਕਈ 5 ਰਤਨੀ ਕਹਿ ਕੇ ਛਕ ਜਾਂਦੇ ਆ। ਸਾਧ ਸੰਗਤ ਜੀ ਉਹ ਤਾਂ ਫਿਰ ਜ਼ਹਿਰ ਵੀ ਇੱਕ ਰਤਨ ਨਿਕਲਿਆ ਸੀ, ਜ਼ਹਿਰ ਵੀ ਖਾਣੀ ਚਾਹੀਦੀ ਹੈ, ਕਿਉਂਕਿ ਉਹ ਰਤਨ ਦੇ ਥਾਂ ਨਿਕਲੀ ਸੀ ਨਾ, ਉਹ ਵੀ ਜ਼ਹਿਰ ਵੀ ਉੱਥੋਂ ਹੀ ਨਿਕਲੀ ਸੀ ਨਾਲ। ਇਸ ਕਰਕੇ ਵੇਖਣਾ ਚਾਹੀਦਾ ਕਿ ਕੀ ਛਕਣ ਯੋਗ ਤੇ ਕੀ ਨਹੀਂ ਛਕਣ ਯੋਗ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦੀ ਵੀ ਮਨਾਹੀ ਕੀਤੀ ਹੈ। ਤੇ ਦੂਸਰਾ ਸਾਧ ਸੰਗਤ ਜੀ ਮਹਿਸੂਸ ਨਹੀਂ ਕਰਨਾ, ਕਿਉਂਕਿ ਕਈ ਵੀਰ ਨਾ ਰਹਿਤ ਵਿੱਚ ਲਿਖਿਆ, ਇਸ ਕਰਕੇ ਬੇਨਤੀ ਕਰਨ ਲੱਗੇ ਜੇ ਅਸੀਂ ਰਹਿਤ ਦੱਸਣ ਲੱਗੇ ਹਾਂ, ਢਲਾਈ ਕਰੀਏ ਨਾ, ਫਿਰ ਅਸੀਂ ਵੀ ਦੋਸ਼ੀ ਹਾਂ। ਜਿਹੜਾ ਆਪਣੇ ਕੇਸਾਂ ਨੂੰ ਚਿੱਟਿਆਂ ਜਾਣ ਕਰਕੇ ਰੰਗ ਲਾਉਣਾ ਹੈ ਨਾ, ਮਹਾਰਾਜ ਨੇ ਕਿਹਾ ਕਿ ਇਹ ਭਾਈ ਇਹ ਵੀ ਬੱਜਰ ਕਰੈਤ ਹੈ, ਇਹਦੇ ਨਾਲ ਚਮੜੀ ਦੇ ਰੋਗ ਲੱਗਦੇ ਹੈ, ਕਿਉਂਕਿ ਅੰਦਰ ਇੱਛਾ ਹੁੰਦੀ ਹੈ ਕਿ ਮੈਂ ਬਿਰਧ ਨਾ ਦਿਖਾਈ ਦੇਵਾਂ। ਤੇ ਫਿਰ ਸਾਧ ਸੰਗਤ ਜੀ ਉਹਦੇ ਨਾਲ ਕੀ ਹੁੰਦਾ ਹੈ ਕਿ ਆਪਣੇ ਆਪ ਨੂੰ ਨੌਜਵਾਨ ਆਪਾਂ ਸਦਾ ਹੀ ਰੱਖਣਾ ਚਾਹੁੰਦੇ ਹਾਂ, ਪਰ ਗੁਰਮੁਖ ਜਾਣਦੇ ਆ ਕਿ ਸਰੀਰ ਤਾਂ ਪ੍ਰਣਾਮ ਭਾਵ ਨੂੰ ਪ੍ਰਾਪਤ ਹੋ ਰਿਹਾ ਹੈ, ਇਹ ਕਦੇ ਆਪਾਂ ਨੌਜਵਾਨ ਰਹਿ ਨਹੀਂ ਸਕਦੇ। ਇਹ ਵੀ ਸਾਧ ਸੰਗਤ ਜੀ ਬਾਰਿਸ਼ੇ ਹਿਨਾ ਕਰ ਦਰੂ ਸ਼ਿਆ ਫਾਮ, ਜਿਹੜਾ ਸ਼ਿਆਹੀ ਲਾਉਣੀ ਨਾ, ਆਪਣਾ ਕਾਲਾ ਕਰਨਾ ਦਾੜਾ, ਇਹ ਵੀ ਬੱਜਰ ਕਰੈਤ ਵੈ। ਤੇ ਆਪਾਂ ਹੁਣ ਇਹਨੂੰ ਸਹਿਜੇ ਹੀ ਲਈ ਜਾਂਦੇ ਆ ਕਿ ਨਹੀਂ ਕੋਈ ਗੱਲ ਨਹੀਂ, ਤੇ ਇਹਦੇ ਨਾਲ ਕਿਹੜਾ ਇੰਨਾ ਫਰਕ ਹੁੰਦਾ ਹੈ, ਰੰਗ ਹੀ ਲਾਉਣਾ ਹੁੰਦਾ। ਤਾਂ ਸਾਧ ਸੰਗਤ ਜੀ ਇਹ ਮਹਾਰਾਜ ਭਾਈ ਨੰਦ ਲਾਲ ਜੀ ਦਾ ਲਿਖਿਆ ਹੋਇਆ, ਮੈਂ ਨਹੀਂ ਲਿਖਿਆ, ਤੇ ਮੈਂ ਤਾਂ ਪੜ੍ਹ ਕੇ ਹੀ ਸੁਣਾਇਆ। ਇਸ ਕਰਕੇ ਮਨ 'ਚ ਮਹਿਸੂਸ ਨਹੀਂ ਕਰਨਾ, ਕਿਉਂਕਿ ਜਦੋਂ ਕੋਈ ਸਾਨੂੰ ਮਿਲੇ ਜਾਂ ਜਥੇਦਾਰ ਜੀ ਵੀ ਕਿਹਾ ਕਰਦੇ, ਕਿਉਂਕਿ ਅਸੀਂ
ਧਾਰਮਿਕ ਥਾਂ ਤੇ ਹੋਣੇ ਕਰਕੇ ਸਾਡੀ ਤਾਂ ਭਾਈ ਜ਼ਿੰਮੇਵਾਰੀ ਬਣਦੀ ਹੈ ਕਿ ਗੁਰਸਿੱਖਾਂ ਨੂੰ ਸਤਿਗੁਰੂ ਜੀ ਦੀ ਰਹਿਤ ਦੱਸੀਏ। ਤੇ ਫਿਰ ਮਹਾਰਾਜ ਅੱਗੇ ਵੀ ਬੇਨਤੀ ਕਰਦੇ ਹਾਂ ਆਪਾਂ, ਮਹਾਰਾਜ ਸਾਨੂੰ ਵੀ ਰਹਿਤ ਵਿੱਚ ਪਰਪੱਕ ਰੱਖਿਓ, ਆਪ ਜੀ ਦੀ ਰਹਿਤ ਵਿੱਚ ਸਦਾ ਤਿਆਰ ਪਰ ਤਿਆਰ ਰਹੀਏ, ਕਿਉਂਕਿ ਆਪ ਨੇ ਬੋਲ ਸੁਣੇ ਆ ਕਿ ਰਹਿਤ ਬਿਨਾ ਨ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਮਾਲਕ ਕਹਿਤਾ ਮਹਾਰਾਜ ਜੀ ਨੇ ਆਪਣਾ। ਤੋ ਇਸ ਕਰਕੇ ਸਾਧ ਸੰਗਤ ਜੀ ਕਦਾਚਿਤ ਵੀ ਜਿਹੜਾ ਹੈ ਕੇਸਾਂ ਨੂੰ ਰੰਗ ਨਹੀਂ ਲਾਉਣਾ ਚਾਹੀਦਾ, ਤਾਂ ਫਿਰ ਵੀ ਇੱਕ ਦਿਨ ਚਿੱਟੇ ਆਉਣੇ ਹੀ ਆ ਨਾ। ਤੇ ਜੇ ਆਪਾਂ ਰੰਗ ਲਾਈ ਜਾਈਏ, ਕਿਉਂਕਿ ਕਈ ਵਾਰੀ ਲੀਡਰਾਂ ਦੇ ਲਾਈਆਂ ਵੇਖ ਕਰਕੇ ਤੇ ਕਹਿੰਦੇ ਉਹ ਲੀਡਰ ਨੇ ਲਾਈ ਹੈ, ਨਾਲੇ ਗੁਰਦੁਆਰੇ ਸਾਹਿਬ 'ਚ ਬੜਾ ਲੀਡਰ ਵੈ। ਤੇ ਫਿਰ ਸਾਧ ਸੰਗਤ ਜੀ ਉਹ ਕਚਹਿਰੀ ਦੇ ਅੰਦਰ ਜਿੱਥੇ 10ਵੇਂ ਪਾਤਸ਼ਾਹ ਮਹਾਰਾਜ, ਉਹ ਤਾਂ ਨਹੀਂ ਵੇਖਦੇ ਫਿਰ ਲੀਡਰ ਹੈ ਕਿ ਕਿਉਂ ਕੌਣ ਹੈ, ਉੱਥੇ ਤਾਂ ਸਭ ਨੂੰ ਇੱਕੋ ਜਿਹਾ ਹੀ ਪੁੱਛਿਆ ਜਾਂਦਾ, ਜੇ ਕੋਈ ਗਲਤੀ ਕਰਦਾ ਤੇ ਉਸ ਗਲਤੀ ਦੀ ਸਜ਼ਾ ਹੈ। ਇਸ ਕਰਕੇ ਕਿਸੇ ਵੱਲ ਵੇਖ ਕਰਕੇ ਕਿ ਉਹ ਵੱਡਾ ਲਾਈ ਜਾਂਦਾ, ਉਹਨੂੰ ਕੀ ਹੋਣ ਲੱਗਾ, ਜੇ ਮੈਨੂੰ ਕੀ ਹੋ ਚੱਲਿਆ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਦੀ ਰਹਿਤ ਪਾਲਣੀ ਚਾਹੀਦੀ ਹੈ ਕਿ ਸਾਨੂੰ ਰੰਗ ਨਹੀਂ ਲਾਉਣਾ ਚਾਹੀਦਾ, ਕਾਲੇ ਨਹੀਂ ਕਰਨੇ ਚਾਹੀਦੇ। ਤੇ ਜੇ ਕਰਦੇ ਹੀ ਰਹਾਂਗੇ ਤੇ ਫਿਰ ਕੀ ਹੋਊਗਾ, ਇੱਕ ਦਿਨ ਮੱਥੇ ਤੇ ਵੀ ਤਾਂ ਝਿਰੜੀਆਂ ਪੈਣੀਆਂ ਹੀ ਹਨ, ਤੇ ਉਹ ਜਵਾਨੀ ਦਾ ਚਿਰਾਗ ਤਾਂ ਚਲੇ ਹੀ ਜਾਣਾ ਨਾ ਇੱਕ ਦਿਨ, ਫਿਰ ਨੈਣਾ ਦੀ ਜੋਤ ਵੀ ਤਾਂ ਬਹਿ ਹੀ ਜਾਣੀ ਹੈ, ਇੱਥੋਂ ਤੱਕ ਹਾਲਤ ਹੋ ਜਾਣੀ ਹੈ, ਤੁਰਿਆ ਨਹੀਂ ਜਾਣਾ। ਫਿਰ ਰੰਗ ਲਾਇਆ ਕੀ ਕਹੂਗਾ ਵੀ ਜਵਾਨ ਹੈ ਅਜੇ, ਫਿਰ ਸਾਧ ਸੰਗਤ ਜੀ ਇਸ ਨੂੰ ਸਗੋਂ ਮਾੜਾ ਮੰਨਿਆ ਜਾਂਦਾ ਹੈ। ਤੋ ਕਦਾਚਿਤ ਵੀ ਇਹ ਰੰਗ ਜਿਹੜਾ ਹੈ ਨਹੀਂ ਲਾਉਣਾ ਚਾਹੀਦਾ, ਦਾੜੇ ਨੂੰ ਨਹੀਂ ਰੰਗਣਾ ਚਾਹੀਦਾ, ਇਹਦੀ ਸਤਿਗੁਰਾਂ ਜੀ ਨੇ ਮਨਾਹੀ ਕੀਤੀ ਹੈ। ਤੇ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਹੈ, ਮੋਹਰ ਛਾਪ ਸਤਿਗੁਰਾਂ ਜੀ ਨੇ ਉੱਤੇ ਲਾ ਦਿੱਤੀ ਹੈ। ਤੋ ਇਹ ਸਾਧ ਸੰਗਤ ਜੀ ਬਜਰ ਕਰੈਤਾਂ ਦਾ ਸੂਖਮ ਜਿਹਾ ਜ਼ਿਕਰ ਕੀਤਾ ਹੈ। ਤੇ ਅੱਗੇ ਜਿਵੇਂ ਫਿਰ 5 ਸੰਸਕਾਰ ਜਾਂ ਗੁਰਸਿੱਖ ਦੀ ਨਿਤ ਦੀ ਕਰਨੀ, ਉਹ ਆਪਾਂ ਕੱਲ ਨੂੰ ਸੂਖਮ ਜ਼ਿਕਰ ਕਰਕੇ ਤੇ ਫਿਰ ਆਪ ਜੀ ਤੋਂ ਸਾਧ ਸੰਗਤ ਜੀ ਇਸ ਪ੍ਰਕਰਣ ਦੀ ਪੂਰਨਤਾ ਵਾਸਤੇ ਖਿਮਾ ਜਾਚਨਾ ਕਰਾਂਗੇ। ਤੋ ਆਓ ਲੜੀਵਾਰ ਕਥਾ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾਂ ਘਰ ਦੂਜਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਝ ਰਾਗ ਦੇ ਅੰਦਰ ਦੂਸਰੇ ਘਰ ਸੁਰ ਤਾਲ ਵਿੱਚ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਹਨ। ਨਿਤ ਨਿਤ ਦਇਓ ਸੰਭਾਲਿਐ। ਹਜ਼ੂਰ ਫਰਮਾਉਂਦੇ ਨੇ ਗੁਰਸਿੱਖੋ, ਨਿਤ ਨਿਤ ਸਦਾ ਵਾਸਤੇ, ਨਿਤ ਨਿਤ ਹਮੇਸ਼ਾ ਲਈ ਜਿਹੜਾ ਦਇਓ ਪ੍ਰੇਰਕ ਹੈ ਨਾ ਪਰਮੇਸ਼ਰ, ਮਹਾਰਾਜ ਕਹਿੰਦੇ ਭਾਈ ਉਹਦੇ ਨਾਮ ਨੂੰ ਸੰਭਾਲੀਏ, ਚੇਤੇ ਕਰੀਏ। ਮਹਾਰਾਜ ਕਿੰਨਾ ਕੁ ਚਿਰ ਚੇਤਾ ਕਰਨਾ ਚਾਹੀਦਾ? ਸਤਿਗੁਰੂ ਜੀ ਕਹਿੰਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਫਿਰ ਮਹਾਰਾਜ ਨੇ ਕਿਹਾ ਅਬ ਨਾ ਭਜਸ, ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਫਿਰ ਜਦੋਂ ਅੰਤ ਆ ਗਿਆ ਉਦੋਂ ਭਜਨ ਨਹੀਂ ਤੇਰੇ ਕੋਲੋਂ ਕੀਤਾ ਜਾਣਾ। ਹੁਣ ਨਹੀਂ ਭਜਨ ਕਰੇਗਾ ਤੇ ਕਦੋਂ ਕਰੇਗਾ? ਇਸ ਕਰਕੇ ਸਤਿਗੁਰਾਂ ਜੀ ਨੇ ਦੱਸਿਆ, ਕਿਉਂਕਿ ਕਈ ਨਾ ਉਹ ਗੁਰਸਿੱਖ ਕਹਿੰਦੇ ਆ ਸੁਭਾਅ ਹੁੰਦਾ ਪ੍ਰੇਮ ਨਾਲ, ਆ ਭਾਈ ਜਪਜੀ ਸਾਹਿਬ ਪੜ੍ਹ ਲਈਏ। ਉਹ ਕਹਿੰਦੇ ਜਪਜੀ ਸਾਹਿਬ ਵੀ ਪੜ੍ਹੀ ਜਾਣੋ, ਤੇ ਸਵੇਰੇ ਪੜ੍ਹੀਦਾ, ਸ਼ਾਮ ਨੂੰ ਥੋੜ੍ਹਾ ਪੜ੍ਹੀਦਾ। ਕਈ ਇਉਂ ਜਪਜੀ ਸਾਹਿਬ ਦਾ ਸ਼ਾਮ ਨੂੰ ਪੜ੍ਹਨਾ ਬੜਾ ਮਾੜਾ ਮੰਨਦੇ ਆ, ਪਤਾ ਨਹੀਂ ਨਾ ਹੁੰਦਾ। ਕਹਿੰਦੇ ਇਹ ਤੇ ਸਵੇਰੇ ਪੜ੍ਹੀਦਾ, ਸ਼ਾਮ ਨੂੰ ਥੋੜ੍ਹਾ ਪੜ੍ਹੀਦਾ। ਸਾਧ ਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਤਾਂ ਸਦਾ ਹੀ ਪੜ੍ਹੀਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਦਾ ਹੀ ਸਾਨੂੰ ਭਜਨ ਕਰਨ ਦੀ ਆਗਿਆ ਕੀਤੀ ਹੈ। ਤੇ ਫਿਰ ਇਹ ਆਗਿਆ ਕੀਤੀ ਹੈ ਜਬ ਲਗ ਜਰਾ ਰੋਗ ਨਹੀਂ ਆਇਆ, ਜਦੋਂ ਤੱਕ ਜਰਾ ਬੁਢੇਪਾ ਨਹੀਂ ਨਾ ਆਇਆ। ਕਿਉਂਕਿ ਬੁਢੇਪੇ ਵਿੱਚ ਫਿਰ ਕਿੱਥੇ ਇਸ਼ਨਾਨ ਨਹੀਂ ਹੁੰਦਾ, ਆਪਦੀ ਕਿਰਿਆ ਸੋਧਣੀ ਔਖੀ ਹੋ ਜਾਂਦੀ ਹੈ। ਜਾਂ ਤੈਨੂੰ ਰੋਗ ਨੇ ਨਹੀਂ ਆ ਕਰਕੇ ਗਰਸਿਆ, ਕਿਹੋ ਜੀ ਤੇਰੀ ਰਿਸ਼ਟ ਪੁਸ਼ਟ ਦੇਹੀ ਹੈ, ਤੇ ਖਾ ਕੇ ਸੂਕਾ ਮਾਰਦਾ ਰਹੇ, ਪਿਆ ਰਹੇ ਲੰਮੇ। ਤੇ ਫਿਰ ਦੱਸ ਕੀ ਜਦੋਂ ਰੋਗ ਚਿੰਬੜ ਗਿਆ ਉਦੋਂ ਭਜਨ ਕਰਨਾ ਹੀ? ਤੇ ਸਾਧ ਸੰਗਤ ਜੀ ਮਾਫ ਕਰਨਾ, ਭਾਵੇਂ ਦੁੱਖ ਵੇਲੇ ਵੀ ਚੇਤੇ ਕਰੀਏ ਨਾ, ਜਦੋਂ ਕੋਈ ਰੋਗ ਆ ਕੇ ਚਿੰਬੜਦਾ ਫਿਰ ਉਹਨਾਂ ਨੂੰ ਦੁੱਖ ਭੰਜਨੀ ਸਾਹਿਬ ਗੁਟਕਾ ਸਾਹਿਬ ਪੁੱਛਦੇ, ਕਿਸੇ ਨੂੰ ਮਿਲ ਜੇਗਾ? ਫਿਰ ਪੁੱਛਦੇ ਆ
ਨਾ ਪਹਿਲਾਂ ਤਾਂ ਕਦੇ ਗੁਟਕਾ ਸਾਹਿਬ ਹੀ ਨਹੀਂ ਪੁੱਛਿਆ, ਕਦੇ ਘਰ ਵਿੱਚ ਨਾਮ ਹੀ ਨਹੀਂ ਜਪਿਆ। ਤੇ ਜੇ ਰਿਸ਼ਟ ਪੁਸ਼ਟ ਹੈ, ਸਰੀਰ ਕੋਈ ਰੋਗ ਨਹੀਂ, ਫਿਰ ਤਾਂ ਟੈਲੀਵਿਜ਼ਨ ਚਾਹੀਦਾ ਤੇ ਰਿਮੋਟ ਚਾਹੀਦਾ ਹੱਥ ਵਿੱਚ। ਤੇ ਫਿਲਮਾਂ ਸਾਰੀਆਂ ਹੁਣ ਵੇਖ ਵੇਖ ਕੇ ਕਈਆਂ ਨੇ ਪੁਰਾਣੀਆਂ ਵੀ ਘਸਾ ਛੱਡੀਆਂ ਹੋਣ ਭਾਵੇਂ ਘਰ ਵਿੱਚ, ਕਿਉਂਕਿ ਆ ਬੰਦ ਜੂ ਪਿਆ, ਕਿਹੜਾ ਕੋਈ ਭਜਨ ਕਰਨ ਵੱਲ ਚਿੱਤ ਲਾਉਣਾ ਹੈ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਦੋਂ ਤੱਕ ਤੇਰੀ ਕਾਇਆ ਨੂੰ ਕਾਲ ਨੇ ਨਹੀਂ ਗ੍ਰਸਿਆ ਹੈ, ਉਦੋਂ ਤੱਕ ਮਹਾਰਾਜ ਕਹਿੰਦੇ ਭਜਨ ਕਰੀ ਚੱਲ। ਫਿਰ ਮਹਾਰਾਜ ਕਿਹਾ ਜਬ ਲਗ ਬਿਕਲ ਭਈ ਨਹੀਂ ਬਾਣੀ, ਬਾਣੀ ਦਾ ਵਿਕਲ ਹੋ ਜਾਣਾ। ਜਦੋਂ ਬਿਰਧ ਅਵਸਥਾ ਹੁੰਦੀ ਹੈ ਨਾ, ਉਦੋਂ ਆਰਾਮ ਆਰਾਮ ਨਹੀਂ, ਲਾਮ ਲਾਮ ਮੂੰਹ ਤੋਂ ਨਿਕਲਣ ਲੱਗ ਪੈਂਦਾ ਹੈ, ਵਾਹਿਗੁਰੂ ਵੀ ਸ਼ੁੱਧ ਸ਼ਬਦ ਨਹੀਂ ਨਿਕਲਦਾ। ਤੇ ਹੁਣ ਜਦੋਂ ਬਾਣੀ ਵਿੱਚ ਜ਼ੋਰ ਵੈ, ਗਾਲਾਂ ਕੱਢਣ 'ਚ ਬੜਾ ਸਮਾਂ ਲਾਉਂਦਾ ਹੈ, ਈਰਖਾ ਦੇ ਵਿੱਚ ਬੋਲਦਾ ਹੈ, ਤੇ ਉਧਰ ਨੂੰ ਆਪਣੀ ਜਾਨ ਸਾਰੀ ਲਾ ਛੱਡੀ ਹੈ। ਮਹਾਰਾਜ ਕਹਿੰਦੇ ਨੇ ਕਿੰਨਾ ਚਿਰ ਭਜਨ ਕਰਨਾ ਚਾਹੀਦਾ, ਜਬ ਲਿਗ ਬਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਹੇ ਮਨਾ, ਵਾਹਿਗੁਰੂ ਦਾ ਭਜਨ ਕਰ ਲੈ। ਸਤਿਗੁਰੂ ਜੀ ਨੇ ਸੰਕੇਤ ਦਿੱਤਾ ਅਬ ਨਾ ਭਜਸ। ਹੁਣ ਮਨੁੱਖਾ ਜਨਮ ਹੈ ਤੇਰੇ ਕੋਲ, ਸਰੀਰ ਤੇਰਾ ਬੁੱਢਾ ਨਹੀਂ ਹੋਇਆ, ਰੋਗ ਤੈਨੂੰ ਲੱਗਾ ਨਹੀਂ, ਬਾਣੀ ਤੇਰੀ ਵਿਕਲ ਨਹੀਂ ਹੋਈ। ਤੇ ਫਿਰ ਮਹਾਰਾਜ ਨੇ ਕਿਹਾ ਅਬ ਨਾ ਭਜਸ। ਜੇ ਹੁਣ ਬਚਪਨ 'ਚ ਨਹੀਂ ਭਜਨ ਕਰਨਾ, ਕਿ ਛੋਟਾ ਹੈ, ਬੱਚਾ ਹੈ, ਤੁਸੀਂ ਹੁਣੀ ਬੋਝ ਪਾਈ ਜਾਂਦੇ ਆ, ਐਵੇਂ ਬੱਚਿਆਂ ਨੂੰ ਖੇਡਣ ਮੱਲਣ ਦੇਈਦਾ। ਤੇ ਸਾਧ ਸੰਗਤ ਜੀ, ਜਿਹਨੇ ਬਚਪਨ 'ਚ ਬੱਚਿਆਂ ਨੂੰ ਨਾਮ ਵੱਲ ਨਹੀਂ ਨਾ ਜੋੜਿਆ, ਤੇ ਮਾਫ ਕਰਨਾ, ਵੱਡੇ ਹੋ ਕੇ ਨਹੀਂ ਜੁੜਨਾ ਉਹਨਾਂ ਨੇ। ਇਸ ਕਰਕੇ ਗੁਰਸਿੱਖ ਜਿਹੜੇ ਬਚਪਨ ਤੋਂ ਹੀ ਸਿਖਾ ਦਿੰਦੇ ਆ, ਬਾਣੀ ਸਰਲ ਹੋ ਜਾਂਦੀ ਹੈ ਬੱਚਿਆਂ ਨੂੰ ਬਚਪਨ 'ਚ ਹੀ। ਕਈ ਇੱਕ ਮੁਸਲਮਾਨ ਵੇਖਿਆ, ਛੋਟਾ, ਉਹਦੀ 4 ਸਾਲ ਦੀ ਉਮਰ, ਤੇ ਕੁਰਾਨ ਸ਼ਰੀਫ ਦੀਆਂ ਕਈ ਆਇਤਾਂ ਯਾਦ ਕਰੀ ਫਿਰੇ। ਉਹ ਸਾਧ ਸੰਗਤ ਜੀ, ਮਹਾਰਾਜ ਜਿਨ੍ਹਾਂ ਤੇ ਗੁਰਸਿੱਖ ਪਰਿਵਾਰਾਂ ਤੇ ਕਿਰਪਾ ਕਰਦੇ ਆ, ਤੇ ਛੋਟੀ ਛੋਟੀ ਉਮਰ 'ਚ ਕਈ ਬੱਚਿਆਂ ਨੂੰ 5 ਗ੍ਰੰਥੀ ਦਾ ਨਿਤਨੇਮ ਕੰਠ ਵੈ, ਏਡੀ ਬਖਸ਼ਿਸ਼ ਵੈ। ਤੇ ਸਤਿਗੁਰੂ ਜੀ ਨੇ ਕਿਹਾ ਕਿ ਜਦੋਂ ਤੱਕ ਇਹ ਤੇਰੀ ਬਾਣੀ 'ਚ ਜ਼ੋਰ ਵੈ, ਤੇ ਉਦੋਂ ਤੱਕ ਮਹਾਰਾਜ ਕਿਹਾ ਕਿ ਹੁਣ ਅਬ ਨਾ ਭਜਸ। ਜੇ ਅਜੇ ਤੱਕ ਹੁਣ ਭਜਨ ਨਹੀਂ ਕਰੇਗਾ, ਜਵਾਨੀ ਹੈ, ਰੋਗ ਚਿੰਬੜਿਆ ਨਹੀਂ, ਤੇ ਫਿਰ ਭਜਸ ਕਬ ਭਾਈ, ਕਦੋਂ ਭਜਨ ਕਰੇਗਾ? ਅੰਤ ਦਾ ਸਮਾਂ ਜਦੋਂ ਕਈ ਆ ਜਾਂਦੇ, ਉਹ ਅਜੇ ਤੇ ਖਾਣ ਪੀਣ ਦੀ ਉਮਰ ਹੈ, ਹੰਡਾ ਲਈਏ, ਫਿਰ ਉਹ ਬੁੱਢੇ ਹੋਏ ਅੰਮ੍ਰਿਤ ਛਕ ਲਾਂਗੇ। ਬਾਬਾ ਜੀ ਪਿਛਲੀ ਉਮਰੇ ਅੰਮ੍ਰਿਤ ਹੀ ਛਕਣਾ, ਫਿਰ ਨਾਲੇ ਪੋਤੇ ਖਿਡਾਵਾਂਗੇ, ਨਾਲੇ ਅੰਮ੍ਰਿਤ ਛਕ ਕੇ ਬਾਣੀ ਪੜ੍ਹਿਆ ਕਰਾਂਗੇ। ਫਿਰ ਕਿੱਥੇ ਪੋਤੇ ਪੋਤੀਆਂ ਦੇ ਮੋਹ 'ਚ ਬਾਣੀ ਨਹੀਂ ਫਿਰ ਪੜ੍ਹੀ ਜਾਣੀ, ਉੱਥੇ ਹੀ ਮਰੀ ਜਾਣਾ ਹੁੰਦਾ ਹੈ। ਕਈ ਇਹਨਾਂ ਦੀ ਇੰਨੀ ਬਿਰਧ ਅਵਸਥਾ, ਤੇ ਉਹ ਆਪਣੇ ਲਈ ਨਹੀਂ ਅਰਦਾਸ ਕਰਾਉਂਦੇ, ਕਹਿੰਦੇ ਮੇਰੀ ਪੋਤਰੀ ਡਾਕਟਰ ਬਣ ਜੇ, ਉਹ ਅਰਦਾਸ ਕਰੋ, ਉਹਦਾ ਫਲਾਨਾ ਕਾਰਜ ਹੋਦੇ, ਉਹਦੀ ਅਰਦਾਸ ਕਰੋ। ਮਹਾਰਾਜ ਕਹਿੰਦੇ ਅਬ ਨਾ ਭਜਸ, ਭਜਸ ਕਬ ਭਾਈ ਆਵੈ ਅੰਤ ਨਾ ਭਜਿਆ ਜਾਈ। ਜਦੋਂ ਅੰਤ ਦਾ ਸਮਾਂ ਆ ਗਿਆ ਨਾ, ਉਦੋਂ ਤੇਰੇ ਕੋਲੋਂ ਭਜਨ ਨਹੀਂ ਕੀਤਾ ਜਾਣਾ। ਮਹਾਰਾਜ ਕਹਿੰਦੇ ਸਤਿਗੁਰੂ ਜੀ ਮੈਂ ਫਿਰ ਕੀ ਕਰਾਂ? ਹਜੂਰ ਕਹਿੰਦੇ ਨੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾਏ ਹੀ ਲਾਹੋ। ਮਹਾਰਾਜ ਕਹਿੰਦੇ ਮਨੁੱਖਾ ਜਨਮ ਦਾ ਇਹੀ ਲਾਭ ਹੈ, ਨਿਤ ਨਿਤ ਦਈਓ ਸੰਭਾਲੀ ਹੈ। ਜਿਹੜਾ ਦਈਓ ਪ੍ਰੇਰਕ ਪਰਮੇਸ਼ਰ ਹੈ ਨਾ, ਉਹਨੂੰ ਨਿਤ ਨਿਤ ਸਦਾ ਸਦਾ ਲਈ ਮਹਾਰਾਜ ਕਹਿੰਦੇ ਹਮੇਸ਼ਾ ਲਈ ਸੰਭਾਲੀਏ, ਚੇਤੇ ਕਰੀਏ, ਜਪਣਾ ਕਰੀਏ। ਮੂਲ ਨਾ ਮਨ ਹੋ ਵਿਸਾਰਿਆ। ਮਹਾਰਾਜ ਕਹਿੰਦੇ ਨੇ ਮੂਲ ਮੁੱਢੋਂ ਹੀ, ਮੋਲ ਉੱਕਾ ਹੀ, ਮਨੋਂ ਕਦੇ ਵਿਸਾਰੀਏ ਹੀ ਨਾ, ਭੁਲਾਈਏ ਹੀ ਨਾ ਐਸਾ ਦਿਆਲੂ ਪਰਮੇਸ਼ਰ, ਜਿਹਦੇ ਨਾਮ ਦੇ ਜਪਣ ਵਿੱਚ ਐਡਾ ਲਾਹਾ ਹੈ। ਜੇ ਤੂੰ ਸਵਾਰਥ ਨਾਲ ਵੀ ਜਪੇ ਤਾਂ ਵੀ ਭਲਾ ਹੋ ਜੇ। ਤੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਕਿ ਭਾਈ ਨਾਮ ਧਰੀਕ ਉਧਾਰੇ ਭਗਤੈ ਸੰਸੈ ਕੌਣ। ਨਾਮ ਧਰੀਕ ਮਹਾਰਾਜ ਉਧਾਰ ਦਿੱਤੇ, ਤੇ ਭਗਤਾਂ ਨੂੰ ਕੀ ਸ਼ੰਕਾ ਹੈ? ਉਹਦੇ ਵਾਸਤੇ ਦੱਸਿਆ ਕਾਮਾ ਰਥੀ ਸਵਾਰਥੀ ਵਾਕੀ ਪੈਜ ਸਵਾਰੀ। ਕਹਿੰਦੇ ਜਿਹੜਾ ਕਾਮ ਵਾਸ਼ਨਾ ਦੀ ਪੂਰਤੀ ਲਈ ਆਇਆ ਸੀ, ਸਤਸੰਗੀਆਂ ਸਾਖੀ ਸੁਣੀ ਹੈ, ਸਦਨਾ ਜੀ ਦਾ ਸ਼ਬਦ ਵੈ, ਤੇ ਸਾਧ ਸੰਗਤ ਜੀ ਉਹਦੇ ਵਾਸਤੇ ਹੀ ਪਰਮੇਸ਼ਰ ਨੇ ਜਿਹੜਾ ਸੀ, ਉਹਦੇ ਜਦੋਂ ਧਿਆਨ ਕਰ ਲਿਆ ਨਾ, ਉਹਨੇ ਪਰਮੇਸ਼ਰ ਨੂੰ ਸੱਚੇ ਦਿਲੋਂ ਯਾਦ ਕੀਤਾ, ਤੇ ਪਰਮੇਸ਼ਰ ਵਿਸ਼ਨੂੰ ਨੇ ਆਪਣਾ ਸਰੂਪ ਉਹਦੇ 'ਚ ਹੀ ਪ੍ਰਗਟ ਕਰ ਦਿੱਤਾ। ਤੋ ਇਸ ਪ੍ਰਕਾਰ ਜੇ ਕੋਈ ਵਾਸ਼ਨਾ ਨਾਲ ਵੀ ਚੇਤੇ ਕਰੇ ਨਾ, ਮਹਾਰਾਜ ਉਹਦੀ ਵਾਸ਼ਨਾ ਵੀ ਮਾਰ ਦਿੰਦੇ ਆ। ਤੇ ਸਤਿਗੁਰੂ ਕਹਿੰਦੇ ਮੂਲ ਨਾ ਮਨੋਂ ਵਸਾਰੀਏ, ਮੂਲੋਂ ਉੱਕਾ ਹੀ ਮਨੋਂ ਆਪਣੇ ਵਸਾਰੀਏ ਨਾ, ਭੁਲਾਈਏ ਨਾ, ਆਖੀਏ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮੂਲ ਨਾ ਮਨੋਂ ਵਸਾਰੀਏ। ਮੂਲ ਕੀ ਹੁੰਦਾ? ਜਨਮ ਤੋਂ ਲੈ ਕੇ
ਤੇ ਮਰਨ ਤੱਕ ਕਦੇ ਵਿਸਾਰੀਏ ਹੀ ਨਾ। ਜਿਨ੍ਹਾਂ ਨੂੰ ਸਾਧ ਸੰਗਤ ਜੀ ਐਸੀ ਬਖਸ਼ਿਸ਼ ਹੁੰਦੀ ਹੈ ਨਾ, ਸੰਸਕਾਰਾਂ ਵਿੱਚ ਕੱਲ ਸੁਣਾਂਗੇ, ਜਨਮ ਹੁੰਦਿਆਂ ਹੀ ਬੱਚੇ ਦੇ ਕੰਨਾਂ ਵਿੱਚ ਗੁਰਮੰਤਰ ਤੇ ਮੂਲ ਮੰਤਰ ਜਦੋਂ ਪਾਈਏ, ਮਹਾਰਾਜ ਦੀ ਕਿਰਪਾ ਨਾਲ ਅੰਦਰ ਮਾਤਾ ਦੇ ਉਦਰ ਵਿੱਚ ਭਜਨ ਕਰਦਾ ਹੁੰਦਾ ਹੈ, ਤੇ ਭਜਨ ਉਦੋਂ ਪਰਾਬਾਣੀ ਨਾਲ ਹੋ ਰਿਹਾ ਹੁੰਦਾ ਹੈ। ਤੇ ਜਦੋਂ ਜਨਮ ਹੁੰਦਿਆਂ ਕੰਨਾਂ ਵਿੱਚ ਫਿਰ ਨਾਮ ਦੀ ਆਵਾਜ਼ ਪੈਂਦੀ ਹੈ, ਤੇ ਕਈਆਂ ਦੇ ਸਾਧ ਸੰਗਤ ਜੀ ਪਿਛਲੇ ਜਨਮਾਂ ਦੇ ਸਦਗੁਣ ਐਸੇ ਹੁੰਦੇ ਆ, ਉਹਨਾਂ ਨੂੰ ਜਨਮ ਤੋਂ ਵੀ ਕਦੇ ਨਾਮ ਵਿਸਰਦਾ ਹੀ ਨਹੀਂ, ਫਿਰ ਭੁੱਲਦਾ ਹੀ ਨਹੀਂ ਨਾਮ। ਮਰਨ ਤੱਕ ਸਰੀਰ ਦੇ ਵਿੱਚੋਂ ਨਾਮ ਦੀਆਂ ਹੀ ਧੁਨਾਂ ਉੱਠਦੀਆਂ ਰਹਿੰਦੀਆਂ। ਮਹਾਰਾਜ ਕਹਿੰਦੇ ਕਦੇ ਭਾਈ ਵਿਸਾਰੀਏ ਨਾ, ਮਰਨ ਤੱਕ ਭੁਲਾਈਏ ਨਾ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸੰਤਾ ਸੰਗਤ ਪਾਈਐ। ਮਹਾਰਾਜ ਇਹ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਹਜੂਰ ਕਹਿੰਦੇ ਸੰਤਾਂ ਦੀ ਸੰਗਤ ਵਿੱਚੋਂ, ਜਿਨ੍ਹਾਂ ਦੇ ਅੰਦਰੋਂ ਸੰਸ਼ਿਆਂ ਦਾ ਅੰਤ ਹੋ ਗਿਆ ਨਾ, ਐਸੇ ਗੁਰਸਿੱਖਾਂ ਦੀ, ਸੰਤਾਂ ਮਹਾਤਮਾ ਦੀ ਸੰਗਤ ਵਿੱਚੋਂ ਸਤਿਗੁਰੂ ਜੀ ਕਹਿੰਦੇ ਭਾਈ ਪਾਈ ਦਾ ਏ। ਜਿਤ ਜਮ ਕੈ ਪੰਥ ਨਾ ਜਾਈਐ। ਜਿਸ ਕਰਕੇ ਫਿਰ ਮਹਾਰਾਜ ਕਹਿੰਦੇ ਭਾਈ ਜਮ ਦੇ ਪੰਥ ਰਸਤੇ ਤੇ ਨਹੀਂ ਜਾਈਦਾ। ਜਮਾਂ ਦੀ ਜਿਹੜੀ ਰਾਹ ਨਾ, ਜਮਾਂ ਦੀ ਜਿਹੜੀ ਬਾਟ ਵੈ, ਸਤਿਗੁਰੂ ਕਹਿੰਦੇ ਨੇ ਉਹ ਭਾਈ ਜਨਾਂ ਤੋਂ ਦੂਰ ਹੋ ਜਾਂਦੀ ਹੈ। ਜਮਾਂ ਦਾ ਰਸਤਾ ਜਿਹੜਾ, ਉਹਦੇ ਤੇ ਫਿਰ ਮਹਾਰਾਜ ਕਹਿੰਦੇ ਨਹੀਂ ਜਾਣਾ ਪੈਂਦਾ, ਜਿੱਥੇ ਪਾਪੀਆਂ ਨੂੰ ਤੋਰਦੇ ਆ ਤੱਤੀ ਰੇਤਾ ਤੇ, ਕਦੇ ਅੰਗਿਆਰਾਂ ਤੇ। ਇਹੋ ਜਿਹਾ 100 ਯੋਜਨ ਦਾ ਸਮੁੰਦਰ ਆਉਂਦਾ ਹੈ। ਫਿਰ ਸਾਧ ਸੰਗਤ ਜੀ ਇਹੋ ਜਿਹਾ ਜੰਗਲ ਆਉਂਦਾ ਜਿਹਦੇ ਕਹਿੰਦੇ ਆ ਅੱਗ ਦਾ ਸਮੁੰਦਰ ਲੰਘ ਕੇ, ਉਹ ਜੰਗਲ ਇਹੋ ਜਿਹਾ ਜਿਹਦੇ ਤਿੱਖੇ ਤਿੱਖੇ ਕਿਰਪਾਨਾਂ ਵਰਗੇ ਪੱਤਰੇ ਹੁੰਦੇ ਆ, ਬੜੀ ਰੂਹ ਨੂੰ ਦੁੱਖ ਦਿੰਦੇ ਆ। ਜੰਮ ਕੇ ਪੰਥ ਨਾ ਜਾਈਏ, ਉਸ ਜੰਮ ਦੇ ਪੰਥ ਰਸਤੇ ਦੇ ਉੱਤੇ ਮਹਾਰਾਜ ਕਹਿੰਦੇ ਭਾਈ ਨਹੀਂ ਜਾਣਾ ਪਵੇਗਾ। ਤੋਸਾ ਹਰ ਕਾ ਨਾਮ ਲੈ। ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਹਰੀ ਦਾ, ਸਤਿਗੁਰੂ ਜੀ ਕਹਿੰਦੇ ਪ੍ਰਲੋਕ ਦੇ ਰਾਹ ਵਾਸਤੇ ਤੂੰ ਤੋਸਾ ਨਾਲ ਲੈ ਲੈ। ਸਾਧ ਸੰਗਤ ਜੀ ਤੋਸਾ ਜਿਹੜਾ ਹੁੰਦਾ ਨਾ, ਪਹਿਲਾਂ ਜਦੋਂ ਬਜ਼ੁਰਗ ਤੁਰ ਕੇ ਮੰਜ਼ਲਾਂ ਸਰ ਕਰਿਆ ਕਰਦੇ ਸੀਗੇ, ਤੇ ਰਾਹ ਵਿੱਚ ਜਿਹੜਾ ਪ੍ਰਸ਼ਾਦਾ ਛਕਣ ਨੂੰ ਘਰੋਂ ਤਿਆਰ ਕਰਕੇ ਲੈ ਕੇ ਤੁਰਦੇ ਸੀ, ਉਹਨੂੰ ਤੋਸਾ ਕਹਿੰਦੇ ਸੀਗੇ। ਤੇ ਤੋਸਾ ਉਹ ਬਣਦਾ ਹੈ ਜਿਹਦੇ ਵਿੱਚ ਖੰਡ, ਘਿਓ ਤੇ ਆਟਾ ਤਿੰਨੇ ਚੀਜ਼ਾਂ ਬਰਾਬਰ ਪਾਈਆਂ ਜਾਣ, ਤੇ ਉਹਨੂੰ ਸਾਧ ਸੰਗਤ ਜੀ ਉਹਦਾ ਪਕਾਏ ਹੋਏ ਪ੍ਰਸ਼ਾਦੇ ਨੂੰ ਤੋਸਾ ਕਿਹਾ ਜਾਂਦਾ ਹੈ। ਤੇ ਜਿਹੜਾ ਹੈ ਰਸਤੇ ਵਿੱਚ ਜਦੋਂ, ਕਿਉਂਕਿ ਘਿਓ ਵਿੱਚ ਬਣਿਆ ਹੋਇਆ ਮਿੱਠਾ ਇੱਕ, ਤੇ ਉਹਦੇ ਛਕਣ ਨਾਲ ਕੀ ਭੁੱਖ ਨਹੀਂ ਫਿਰ ਡਾਢੀ ਲੱਗਦੀ, ਤੇ ਮੰਜ਼ਲ ਤੇ ਉਹ ਤੁਰੇ ਰਹਿੰਦੇ ਆ। ਤੇ ਇਸ ਕਰਕੇ ਜਿਵੇਂ ਕੋਈ ਵਿਹਲਾ ਵੀ ਘਰੇ ਕੰਮ ਨਾ ਕਰੇ, ਤੇ ਮਾਈਆਂ ਵੀ ਉਹਨੂੰ ਕਹਿ ਦਿੰਦੇ ਤੈਨੂੰ ਦੇਣੀ ਤੋਸਾ ਬਣਾ ਕਰਕੇ। ਉਹ ਤੋਸਾ ਸ਼ਬਦ ਹੈ ਕਿ ਰਸਤੇ ਵਿੱਚ ਸਾਧ ਸੰਗਤ ਜੀ ਇਹ ਕੰਮ ਆਉਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਪਰਲੋਕ ਦੇ ਰਾਹ ਵਿੱਚ ਕਿਹੜਾ ਤੋਸਾ ਹੈ? ਤੋਸਾ ਹਰ ਕਾ ਨਾਮ ਲੈ। ਵਾਹਿਗੁਰੂ ਦਾ ਨਾਮ ਲੈ ਆਪਣੇ ਮੁਖ ਤੋਂ, ਵਾਹਿਗੁਰੂ ਵਾਹਿਗੁਰੂ ਇਹ ਉਚਾਰਨ ਕਰ। ਇਹ ਮਹਾਰਾਜ ਕਹਿੰਦੇ ਭਾਈ ਪਰਲੋਕ ਦੇ ਰਾਹ ਦਾ ਤੋਸਾ ਇਹ ਹੀ ਹੈ। ਇਹ ਬਣਦਾ ਕਿਵੇਂ ਹੈ? ਸਾਧ ਸੰਗਤ ਜੀ ਇਹਦੇ ਵਿੱਚ ਭਗਤੀ ਰੂਪੀ ਖੰਡ ਪੈਂਦੀ ਹੈ, ਪ੍ਰੇਮ ਰੂਪੀ ਘਿਓ ਪੈਂਦਾ ਹੈ, ਤੇ ਗਿਆਨ ਰੂਪੀ ਮੈਦਾ ਆਟਾ ਪੈਂਦਾ ਹੈ। ਜਿਨ੍ਹਾਂ ਨੇ ਭਗਤੀ, ਪ੍ਰੇਮ ਤੇ ਗਿਆਨ ਇਹ ਇਕੱਠਾ ਪ੍ਰਾਪਤ ਕਰਕੇ ਤੋਸਾ ਬਣਾ ਲਿਆ ਨਾ, ਤੇ ਮਹਾਰਾਜ ਕਹਿੰਦੇ ਇਹ ਤੋਸਾ ਹਰ ਕਾ ਨਾਮ ਲੈ। ਇਹ ਨਾਮ ਲੈ ਪਰਮੇਸ਼ਰ ਦਾ, ਤੇ ਮਹਾਰਾਜ ਕਹਿੰਦੇ ਨਾਲ ਲੈ ਲੈ ਪਰਲੋਕ ਦੇ ਰਾਹ ਵਿੱਚ। ਇਹ ਹਰੀ ਦਾ ਨਾਮ, ਵਾਹਿਗੁਰੂ ਦਾ ਨਾਮ ਹੀ ਤੋਸੇ ਵਜੋਂ ਤੇਰੇ ਕੰਮ ਆਵੇਗਾ। ਤੇਰੇ ਕੁਲਹੇ ਨਾ ਲਾਗੈ ਗਾਲ ਜਿਉ। ਫਿਰ ਤੇਰੀਆਂ ਕੁੱਲਾਂ ਨੂੰ ਗਾਲ ਨਹੀਂ ਲੱਗੇਗੀ, ਭਾਵ ਕਲੰਕ ਨਹੀਂ ਲੱਗੇਗਾ, ਸਗੋਂ ਸਾਰੇ ਕਲੰਕ ਧੁੱਪ ਜਾਣਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਕੁਲਹ ਨਾ ਲਾਗੈ ਗਾਲ ਜਿਉ, ਤੇਰੀਆਂ ਕੁੱਲਾਂ ਨੂੰ ਵੀ ਕਲੰਕ ਲੱਗੇ ਹੋਏ ਸਾਰੇ ਨਾਸ਼ ਹੋ ਜਾਣਗੇ। ਜਿਵੇਂ ਭਗਤ ਪ੍ਰਹਲਾਦ ਜੀ ਨੂੰ ਮਾਤਾ ਨੇ ਕਿਹਾ ਸੀ ਨਾ ਕਿ ਪ੍ਰਹਲਾਦ ਤੂੰ ਛੱਡ ਦੇ, ਨਾ ਨਾਮ ਲੈ ਤੇ ਆਪਣੇ ਪਿਤਾ ਦਾ ਨਾਮ ਜਪਣ ਲੱਗ ਜਾ। ਤੇ ਭਗਤ ਪ੍ਰਹਲਾਦ ਜੀ ਨੇ ਜੋ ਆਖੇ ਨਾ ਸ਼ਬਦ ਬਾਣੀ ਵਿੱਚ ਮਹਾਰਾਜ ਦੱਸੇ ਹੈ, ਭਗਤ ਪ੍ਰਹਲਾਦ ਜੀ ਕਹਿੰਦੇ ਜੇ ਹਰ ਛੋਡੋ ਤਾਂ ਕੁੱਲ ਲਾਗੈ ਗਾਲ। ਮਾਂ ਜੇ ਹੁਣ ਮੈਂ ਹਰੀ ਦਾ ਨਾਮ ਜਪਣਾ ਛੱਡਦਾ ਤਾਂ ਸਾਡੀ ਦੈਂਤ ਕੁੱਲ ਨੂੰ ਗਾਲ ਲੱਗੇਗੀ, ਕਲੰਕ ਲੱਗੇਗਾ ਕਿ ਵੇਖ ਇਹਨਾਂ ਦੀ ਕੁੱਲ ਵਿੱਚ ਪੈਦਾ ਹੋ ਕਰਕੇ ਤੇ ਇਹਨੇ ਗੁਰੂ ਦਾ ਮੰਤਰ ਛੱਡ ਦਿੱਤਾ ਹੈ, ਮੈਂ ਨਹੀਂ ਗੁਰੂ ਦਾ ਮੰਤਰ ਛੱਡਣਾ। ਇਸ ਕਰਕੇ ਭਗਤ ਪ੍ਰਹਲਾਦ ਜੀ ਦੇ ਵੀ ਇਹ ਸ਼ਬਦ ਨੇ, ਜੇ ਹਰ ਛੋਡਾ ਤਾਂ ਕੁੱਲ ਲਾਗੈ ਗਾਲ।
ਤਾਂ ਕੁੱਲ ਨੂੰ ਗਾਲ ਲੱਗੇਗੀ, ਕਲੰਕ ਲੱਗੇਗਾ। ਮਹਾਰਾਜ ਕਹਿੰਦੇ ਨਾਮ ਰੂਪੀ ਤੋਸਾ ਲੈ ਲੈ, ਵਾਹਿਗੁਰੂ ਦਾ ਨਾਮ ਜਪ ਲੈ, ਫਿਰ ਕੀ ਹੋਵੇਗਾ? ਤੇਰੀ ਕੁਲਹ ਨਾ ਲਾਗਾ ਗਾਲ ਜੀਓ, ਤੇਰੀਆਂ ਕੁੱਲਾਂ ਨੂੰ ਗਾਲ ਨਹੀਂ ਲੱਗੇਗੀ। ਨਹੀਂ ਨਾਮ ਜਪਿਆ ਨਾ ਤੇ ਕੋਈ ਇਹੋ ਜਿਹਾ ਮਰ ਜੇ ਨਾ, ਤੇ ਫਿਰ ਸਾਧ ਸੰਗਤ ਜੀ ਲੋਕ ਕਹਿੰਦੇ ਆ ਉਹ ਕੋਲੀ ਮਾੜੀ ਆ, ਦਫਾ ਕਰੋ ਪਰਾਂ, ਦਾ ਨਾਂ ਕੀ ਲੈਣਾ, ਇਹ ਸਾਰਾ ਖਣਵਾਦਾ ਹੀ ਮਾੜਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਕਲੰਕ ਲੱਗਾ ਹੁੰਦਾ, ਉਹ ਕਲੰਕੀ ਕਰ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਕੁੱਲਾਂ ਦਾ ਕਲੰਕ ਲੱਥ ਜਾਵੇ ਜੇ ਤੂੰ ਨਾਮ ਜਪੇ, ਪਰਲੋਕ ਦੇ ਰਾਹ ਵਿੱਚ ਨਾਲੇ ਤੇਰਾ ਕੰਮ ਆਵੇਗਾ। ਜੋ ਸਿਮਰੰਦੇ ਸਾਈਆਂ, ਜਿਹੜੇ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਭਾਈ ਆਪਣਾ ਸਾਈਂ ਮਾਲਕ ਜਾਣ ਕਰਕੇ ਸਿਮਰੰਦੇ ਸਿਮਰਦੇ ਹਨ, ਚੇਤੇ ਕਰਦੇ ਹਨ। ਨਰਕ ਨਾ ਸੇ ਪਾਈਐ, ਹਜੂਰ ਕਹਿੰਦੇ ਉਹ ਭਾਈ ਨਰਕਾਂ 'ਚ ਨਹੀਂ ਫਿਰ ਪਾਏ ਜਾਂਦੇ, ਉਹ ਤਾਂ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਆ। ਜਿਹੜੇ ਮਾਲਕ ਨੂੰ ਸਵਾਸ ਸਵਾਸ ਚੇਤੇ ਕਰਦੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਨਰਕਾਂ 'ਚ ਨਹੀਂ ਪੈਂਦੇ ਹਨ। ਤਤੇ ਵਾਓ ਨਾ ਲਗਾਏ, ਉਹਨਾਂ ਨੂੰ ਮੇਰਾ ਵਾਹਿਗੁਰੂ ਤੱਤੀ ਵਾਹ ਨਹੀਂ ਲੱਗਣ ਦਿੰਦਾ। ਸਾਧ ਸੰਗਤ ਜੀ ਮਾਤਾ ਦੇ ਗਰਭ ਦੀ ਤੱਤੀ ਵਾਹ ਨਹੀਂ ਲੱਗਦੀ, ਇੱਥੇ ਰੋਗਾਂ ਦੀ ਤੱਤੀ ਵਾਹ ਨਹੀਂ ਲੱਗਦੀ, ਤ੍ਰਿਸ਼ਨਾ ਦੀ ਤੱਤੀ ਵਾਹ ਨਹੀਂ ਲੱਗਦੀ, ਕਾਮ ਵਾਸ਼ਨਾ ਦੀ, ਕ੍ਰੋਧ ਦੀ ਤੱਤੀ ਵਾਹ ਨਹੀਂ ਲੱਗਦੀ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਤੱਤੀ ਵਾਹ ਨਹੀਂ ਮੇਰਾ ਵਾਹਿਗੁਰੂ ਲੱਗਣ ਦਿੰਦਾ। ਤੱਤੀ ਹਵਾ ਹੁੰਦੀ ਹੈ ਦੁੱਖ, ਤਕਲੀਫਾਂ, ਝੋਰੇ, ਚਿੰਤਾਵਾਂ। ਮੇਰਾ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ ਹੈ। ਜਿਨ ਮਨ ਉਠਾ ਆਏ ਜਿਉ, ਜਿਨ੍ਹਾਂ ਦੇ ਮਨ ਦੇ ਅੰਦਰ ਮਹਾਰਾਜ ਕਹਿੰਦੇ ਆ ਕਰਕੇ ਆਪ ਹੀ ਉਠਾ ਵਸ ਗਿਆ ਨਾ ਮੇਰਾ ਵਾਹਿਗੁਰੂ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤੱਤੀ ਵਾਹ ਨਹੀਂ ਲੱਗਣ ਦਿੰਦਾ। ਸੇ ਸੁੰਦਰ ਸੋਹਣੇ, ਹਜੂਰ ਕਹਿੰਦੇ ਭਾਈ ਸੇਈ ਉਹੋ ਹੀ ਸੁੰਦਰ ਹਨ ਇਸ ਲੋਕ ਵਿੱਚ ਵੀ ਤੇ ਸੋਹਣੇ ਹਨ ਮਹਾਰਾਜ ਕਹਿੰਦੇ ਭਾਈ ਪਰਲੋਕ ਵਿੱਚ। ਸਾਧ ਸੰਗਤ ਜੀ ਅੱਜ ਸੰਸਾਰ ਦੇ ਅੰਦਰ ਨਾ ਸੋਹਣੇ ਬਣਨ ਵਾਸਤੇ ਬੜਾ ਯਤਨ ਕੀਤਾ ਜਾਂਦਾ ਹੈ, ਤੇ ਕਈਆਂ ਦਾ ਵਪਾਰ ਹੀ ਇਸੇ ਕੰਮ ਦਾ ਹੈ। ਤੇ ਚਲੋ ਔਰਤਾਂ ਵਿੱਚ ਤਾਂ ਮੰਨਿਆ ਗਿਆ ਸੀ ਨਾ ਕਿ ਔਰਤਾਂ ਤੇ ਸੋਹਣਿਆ ਬਣਨ ਵਾਸਤੇ, ਕਿਉਂਕਿ ਆਦਿ ਕਾਲ ਤੋਂ ਹੀ ਸ਼ੀਸ਼ੇ ਦੀ ਵਰਤੋਂ ਕਰਨੀ ਤੇ ਕਈ ਚਿਰ ਲਾਉਣਾ। ਉਹ ਭਗਤ ਕਬੀਰ ਜੀ ਨੇ ਕਿਹਾ ਕਿ ਉਹ ਮਾਂਗ ਸਵਾਰੈ ਬਿਖੈ ਕੋ ਸਿਮਰੈ ਹਰ ਨਾਮ। ਤੇ ਕਬੀਰ ਜੀ ਨੇ ਵੀ ਜਿਹੜਾ ਹੈ ਨਾ ਸੰਤਾਂ ਦੇ ਪਾਣੀ ਭਰਨ ਵਾਲੀ ਨੂੰ ਜਿਹੜਾ ਹੈ, ਕਿਉਂ ਕਬੀਰ ਨਿਰਪ ਨਾਰੀ ਕਿਉਂ ਨੰਦੀਐ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ। ਭਗਤ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਇਸ ਕਰਕੇ ਉਹਨੂੰ ਮਾਣ ਦਿੱਤਾ ਕਿ ਉਹ ਨਾਮ ਨੂੰ ਸਿਮਰਦੀ ਹੈ, ਚੇਤੇ ਕਰਦੀ ਹੈ। ਪਰ ਹੱਦ ਹੋ ਗਈ, ਜ਼ਮਾਨਾ ਬਦਲ ਗਿਆ, ਹੁਣ ਤਾਂ ਬੰਦੇ ਹੀ ਸ਼ਿੰਗਾਰ ਕਰੀ ਜਾਂਦੇ ਆ। ਕਈ ਸਾਧ ਸੰਗਤ ਜੀ ਨੌਜਵਾਨ ਹੀ ਕੰਨਾਂ ਵਿੱਚ ਮੁੰਦਰਾਂ ਪਾਈ ਫਿਰਦੇ ਸੋਹਣੇ ਬਣਨ ਨੂੰ। ਤੇ ਕਈ ਜਿਹੜੇ ਲੀਡਰ ਲੋਕ ਵਾ ਨਾ, ਇਹਨਾਂ ਨੇ ਤੇ ਕਈ ਕਰਮਚਾਰੀ ਰੱਖੇ ਹੁੰਦੇ ਆ, ਤੇ ਉਹ ਬੜਾ ਉਹਨਾਂ ਨੂੰ ਮੂੰਹ ਆਦਿਕ ਸਾਰਾ ਸਵਾਰ ਕਰਕੇ ਤੇ ਚੰਗੀ ਤਰ੍ਹਾਂ ਉਹਨਾਂ ਲੀਡਰਾਂ ਨੂੰ ਜਿਹੜਾ ਹੈ ਨਾ ਨੇਸ਼ਨ ਨੂੰ ਸੰਬੋਧਨ ਕਰਨਾ ਆਖੇ ਜੀ ਇਹਨਾਂ ਨੇ, ਤੇ ਉਹਨਾਂ ਨੂੰ ਪਹਿਲੋਂ ਚੰਗੀ ਤਰ੍ਹਾਂ ਸ਼ਿੰਗਾਰਦੇ ਆਖੇ ਜੀ ਸੋਹਣੇ ਲੱਗਣ। ਤੇ ਉਹ ਸੁਹੱਪਣ ਜਿਹੜਾ ਬਾਹਰੋਂ ਲਾਇਆ ਨਾ, ਚਾਰ ਪੈਰ ਭੁੱਖੇ ਰਹਿਣ ਕਰਕੇ ਸਭ ਚਲਿਆ ਜਾਂਦਾ, ਮੂੰਹ ਤੇ ਝਿਰੜੀਆਂ ਪੈ ਜਾਂਦੀਆਂ, ਬੁੱਲਾਂ ਤੇ ਸਿਕਰੀ ਜੰਮ ਜਾਂਦੀ ਹੈ। ਇਹ ਬਨੌਟੀ ਬਾਹਰੋਂ ਲਾਇਆ ਹੋਇਆ ਸ਼ਿੰਗਾਰ, ਇਹਦੇ ਨਾਲ ਸੁਹੱਪਣ ਕਾਇਮ ਨਹੀਂ ਰਹਿੰਦਾ। ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦੇ ਉੱਤੇ ਸਦਾ ਹੀ ਸੁਹੱਪਣ ਕਾਇਮ ਰਹਿੰਦਾ ਹੈ, ਕਿਉਂਕਿ ਅੰਦਰ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਹੈ। ਮਹਾਰਾਜ ਨੇ ਦੱਸਿਆ ਕਿ ਸੇਈ ਸੁੰਦਰ ਸੋਹਣੇ, ਉਹੋ ਹੀ ਮਹਾਰਾਜ ਕਹਿੰਦੇ ਭਾਈ ਇਸ ਲੋਕ ਵਿੱਚ ਵੀ ਸੁੰਦਰ ਤੇ ਪਰਲੋਕ ਵਿੱਚ ਵੀ ਸੋਹਣੇ ਲੱਗਦੇ ਆ। ਕੌਣ? ਮਹਾਰਾਜ ਦੱਸਦੇ ਹਨ, ਸਾਧ ਸੰਗ ਜਿਨ ਬਹਿਣੇ, ਜਿਨ੍ਹਾਂ ਨੇ ਮਹਾਰਾਜ ਕਹਿੰਦੇ ਭਾਈ ਸਾਧ ਸੰਗਤ ਦੇ ਅੰਦਰ ਬਹਿਣ ਦੀ ਜਾਚ ਸਿੱਖ ਲਈ ਹੈ, ਜਿਨ੍ਹਾਂ ਨੇ ਸਾਧ ਸੰਗਤ ਦੇ ਅੰਦਰ ਆਪਣੀ ਸੁਰਤ ਲਾਉਣ ਦੀ ਜਾਚ ਸਿੱਖ ਲਈ ਹੈ ਨਾ, ਉਹ ਮਹਾਰਾਜ ਕਹਿੰਦੇ ਭਾਈ ਸੋਹਣੇ ਆ। ਜਿਨ੍ਹਾਂ ਦੀ ਕਹਿਣੀ ਬਹਿਣੀ ਰਹਿਣੀ ਸਹਿਣੀ ਜਿਹੜੀ ਆ ਗੁਰਮਤ ਅਨੁਸਾਰ ਹੈ ਨਾ, ਉਹ ਮਹਾਰਾਜ ਕਹਿੰਦੇ ਭਾਈ ਬੜੇ ਹੀ ਸੁੰਦਰ ਲੱਗਦੇ ਆ, ਬੜੇ ਸੋਹਣੇ ਲੱਗਦੇ ਆ। ਕਹਿਣੀ ਦੇ ਸਾਧ ਸੰਗਤ ਜੀ ਪੂਰੇ ਹੈ ਕਿ ਕਹਿੰਦੇ ਕੀ ਹੈ, ਮਿੱਠਾ ਬੋਲ ਬੋਲਦੇ ਆ, ਗੁਰਮੁਖ ਬੋਲ ਬੋਲਦੇ ਮਿੱਠਾ ਹੈ ਉਹਨਾਂ ਦੀ ਕਹਿਣੀ ਹੈ। ਨਿਮਰਤਾ ਦੇ ਹਲੀਮੀ ਦੇ ਬੋਲ ਬੋਲਦੇ ਆ, ਤੇ ਰਹਿਣੀ ਸਤਿਗੁਰਾਂ ਦੀ ਰਹਿਤ ਵਾ ਉਹਨਾਂ ਦੀ। ਤੇ ਬਹਿਣੀ ਫਿਰ ਸਾਧ ਸੰਗਤ ਜੀ ਕੀ ਹੈ ਕਿ ਨਹੀਂ ਕਿ ਢੋ ਕੰਧ ਨਾਲ ਲਾ ਕੇ ਤੇ ਕਥਾ ਹੁੰਦੀ ਹੈ ਤੇ ਸੌਂ ਹੀ ਗਏ ਤੇ ਮੂੰਹ ਵੀ ਉੱਪਰ ਨੂੰ ਖੁੱਲਾ ਹੈ, ਇਹ ਬਹਿਣੀ ਥੋੜੋ ਹੈ। ਜਾਂ ਕਦੇ ਉਧਰ ਡਿੱਗ ਕਦੇ ਉਧਰ ਡਿੱਗ, ਇਹ ਬਹਿਣੀ ਥੋੜੋ ਹੈ। ਤੋ ਚੌਂਕੜਾ ਲਾ ਕਰਕੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਸੁਣਦੇ ਆ।
ਘੜੀ ਪਲ ਜੇ ਕੋਈ ਨਹੀਂ ਸਰੀਰ ਹੁੰਦੇ ਐ, ਹੌਲੀ ਹੌਲੀ ਸਰੀਰ ਗਿੱਝ ਵੀ ਜਾਂਦੇ। ਤੇ ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜਾ ਹੈ ਨਾ ਸਹਿਣੀ ਹੈ ਕਿਸੇ ਦਾ ਕੌੜਾ ਵਾਕ ਸਹਾਰ ਲੈਣਾ, ਕਿਸੇ ਦਾ ਕਿਹਾ ਹੋਇਆ ਕ੍ਰੋਧ ਵਿੱਚ ਆਇਆ ਹੋਇਆ ਬੁਰਾ ਬੋਲ ਉਸ ਨੂੰ ਸਹਾਰ ਲੈਣਾ, ਬਰਦਾਸ਼ਤ ਕਰ ਲੈਣਾ। ਇਹ ਸਾਧ ਸੰਗਤ ਜੀ ਕਹਿਣੀ ਬਹਿਣੀ ਰਹਿਣੀ ਤੇ ਸਹਿਣੀ ਜਿਨ੍ਹਾਂ ਦੀ ਸਾਧ ਸੰਗਤ ਵਿੱਚ ਸੁਧਰ ਜਾਂਦੀ ਹੈ ਨਾ, ਠੀਕ ਹੋ ਜਾਂਦੀ ਹੈ, ਮਹਾਰਾਜ ਕਹਿੰਦੇ ਬੜੇ ਸੁੰਦਰ ਵੈ, ਉਹ ਬੜੇ ਸੋਹਣੇ ਲੱਗਦੇ ਐ। ਜਿਨ੍ਹਾਂ ਨੇ ਮੁਖ ਤੋਂ ਮਿੱਠਾ ਬੋਲਣਾ ਤੇ ਉਹਦਾ ਸੁਹੱਪਣ ਕੀ ਕਰੇ ਜੇ ਮੂੰਹ ਤੋਂ ਕੌੜਾ ਹੀ ਬੋਲਦੇ ਤਾਂ। ਸਾਧ ਸੰਗਤ ਜੀ ਗੱਲ ਕਰੇ ਤੇ ਇਹੋ ਜੀ ਭੈੜੀ ਤੇ ਉਹਦਾ ਸੁਹੱਪਣ ਕਿਸੇ ਕੀ ਕਰਨਾ ਹੈ ਲਾਇਆ ਹੋਇਆ। ਰੱਬ ਦੇ ਪਿਆਰੇ ਤਾਂ ਸੋਹਣੇ ਫੱਬਦੇ ਆ ਕਿ ਬੜਾ ਮਿੱਠਾ ਬੋਲਦੇ ਆ, ਪਰਉਪਕਾਰੀ ਹੁੰਦੇ ਆ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਸਾਧ ਸੰਗਤ ਦੇ ਅੰਦਰ ਬਹਿਣਾ ਸਿੱਖ ਲਿਆ ਨਾ, ਜਿਨ੍ਹਾਂ ਦੇ ਚਿੱਤ ਦੀ ਬਿਰਤੀ ਬਹਿ ਗਈ ਹੈ, ਭਾਵ ਇਕਾਗਰ ਹੋ ਗਈ ਹੈ, ਟਿਕ ਗਈ ਹੈ ਵਾਹਿਗੁਰੂ ਦੇ ਨਾਮ ਦੇ ਅੰਦਰ, ਸੰਗਤ ਵਿੱਚ ਜਿਨ੍ਹਾਂ ਨੂੰ ਰਸ ਆਉਣ ਲੱਗ ਪਿਆ, ਹਜੂਰ ਕਹਿੰਦੇ ਸੇਈ ਸੁੰਦਰ ਸੋਹਣੇ। ਉਹ ਭਾਈ ਸੁੰਦਰ ਨੇ, ਬੜੇ ਹੀ ਫੱਬਦੇ ਹਨ। ਉਹਨਾਂ ਦਾ ਬਾਹਰੋਂ ਵੀ ਸਰੀਰ ਸੁੰਦਰ ਵੈ, ਅੰਦਰੋਂ ਮਨ ਵੀ ਮਹਾਰਾਜ ਕਹਿੰਦੇ ਭਾਈ ਸੋਹਣਾ ਗੁਣਾ ਕਰਕੇ। ਹਰ ਤਨ ਜਿਨੇ ਸੰਜਿਆ, ਮੇਰੇ ਵਾਹਿਗੁਰੂ ਦੇ ਨਾਮ ਦੇ ਧਨ ਨੂੰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੰਜਿਆ ਹੈ, ਇਕੱਠਾ ਕੀਤਾ ਏ, ਸੇ ਗੰਭੀਰ ਅਪਾਰ ਜਿਉ। ਮਹਾਰਾਜ ਕਹਿੰਦੇ ਭਾਈ ਉਹੋ ਹੀ ਗੰਭੀਰ ਹਨ, ਸਮੁੰਦਰ ਦੀ ਨਿਆਈ ਬੜੇ ਹੀ ਡੂੰਘੇ ਐ ਤੇ ਪਾਰਾਵਾਰ ਤੋਂ ਪਰੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਭਾਈ ਵਾਹਿਗੁਰੂ ਨਾਲ ਪਿਆਰ ਪੈ ਗਿਆ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਨੂੰ ਵੀ ਇਹੋ ਜੀ ਦਾਤ ਪ੍ਰਾਪਤ ਹੋਈ ਹੈ ਕਿ ਉਹ ਵੀ ਸਮੁੰਦਰ ਵਾਂਗ ਡੂੰਘੇ ਹੋ ਜਾਂਦੇ ਆ, ਗੁਣਾਂ ਦੇ ਸਮੁੰਦਰ ਹੀ ਬਣ ਜਾਂਦੇ ਆ। ਪਾਰਾਵਾਰ ਤੋਂ ਪਰੇ ਹੀ ਉਹਨਾਂ ਦੀ ਮਹਿਮਾ ਹੁੰਦੀ ਹੈ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋਣਾ ਕੀਤਾ। ਜਿਹੜਾ ਸਾਧ ਸੰਗਤ ਜੀ ਆਪ ਖੁਦ ਗੰਭੀਰ ਹੈ, ਡੂੰਘਾ ਹੈ ਤੇ ਪਾਰਾਵਾਰ ਤੋਂ ਰਹਿਤ ਹੈ। ਹਰ ਅਮਿਓ ਰਸਾਇਣ ਪੀਵਿਆ, ਜੋ ਰਸਾਂ ਦਾ ਆਇਣ ਘਰ ਹੈ ਨਾ, ਵਾਹਿਗੁਰੂ ਦਾ ਨਾਮ ਅੰਮ੍ਰਿਤ, ਸਤਿਗੁਰੂ ਜੀ ਕਹਿੰਦੇ ਭਾਈ ਉਸ ਨੂੰ ਉਹ ਪੀਂਦੇ ਆ। ਮੋਹਿ ਡਿਠਾ ਜਨ ਕਾ ਜੀਵਿਆ, ਐਸੇ ਜਨ ਪਿਆਰਿਆਂ ਦੇ ਮਹਾਰਾਜ ਕਹਿੰਦੇ ਮੁਖੜੇ ਨੂੰ ਡਿੱਠ ਲਈਏ ਨਾ, ਵੇਖ ਲਈਏ ਤੇ ਮਹਾਰਾਜ ਕਹਿੰਦੇ ਭਾਈ ਸਾਨੂੰ ਜ਼ਿੰਦਗੀ ਪ੍ਰਾਪਤ ਹੁੰਦੀ ਹੈ। ਧੰਨ ਸਤਿਗੁਰੂ ਜੀ ਗੁਰਮੁਖਾਂ ਦਾ ਨਾਮ ਜਪਣ ਵਾਲਿਆਂ ਦਾ ਵੇਖੋ ਉਹਨਾਂ ਦੇ ਦਰਸ਼ਨ ਦੀ ਕਿੱਡੀ ਵੱਡੀ ਮਹਿਮਾ ਕਹਿੰਦੇ ਆ। ਮਹਾਰਾਜ ਕਹਿੰਦੇ ਇਹੋ ਜੇ ਜਨ ਪਿਆਰੇ ਦਾ ਜਿਹਦਾ ਸਾਧ ਸੰਗਤ ਜੀ ਅਮਿਓ ਰਸਾਇਣ ਪੀਵੀਐ, ਜਿਹੜਾ ਅੰਮ੍ਰਿਤ ਜੋ ਰਸਾਂ ਦਾ ਆਇਣ ਘਰ ਹੈ ਵਾਹਿਗੁਰੂ ਦਾ ਨਾਮ, ਉਸ ਨਾਮ ਅੰਮ੍ਰਿਤ ਰਸ ਨੂੰ ਪੀਂਦੇ ਆ ਨਾ, ਮੋਹਿ ਡਿਠੈ ਜਨ ਕੈ ਜੀਵੀਐ। ਇਹੋ ਜੇ ਗੁਰਮੁਖ ਦਾ ਮਹਾਰਾਜ ਕਹਿੰਦੇ ਮੁਖੜਾ ਹੀ ਵੇਖਣ ਨੂੰ ਮਿਲ ਜੇ ਤੇ ਅੰਦਰ ਸੁੱਤਾ ਪਿਆ ਉਹਨਾਂ ਦਾ ਮਨ ਜਿਹੜਾ ਨਾ ਉਹ ਵੀ ਜੀਣ ਲੱਗ ਪੈਂਦਾ ਹੈ। ਇਸੇ ਕਰਕੇ ਅਰਦਾਸ ਚ ਕਹਿੰਦੇ ਨਾ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਵੇਖਿਆ ਆਪ ਜੀ ਦਾ ਨਾਮ ਚਿਤ ਆਵੇ, ਉਹਨਾਂ ਦੇ ਦਰਸ਼ਨ ਬਖਸ਼ਣਾ। ਤੇ ਸਾਧ ਸੰਗਤ ਜੀ ਉਹਨਾਂ ਦਾ ਦਰਸ਼ਨ ਵੇਖਦਿਆਂ ਹੀ ਮਰੀਆਂ ਹੋਈਆਂ ਸੁੱਕੀਆਂ ਰੂਹਾਂ ਜਿਹੜੀਆਂ ਉਹ ਵੀ ਹਰੀਆਂ ਹੋ ਜਾਂਦੀਆਂ। ਰੱਬ ਦੇ ਪਿਆਰੇ ਦੇ ਨੇਤਰਾਂ ਵਿੱਚ ਨਾਮ ਦੀ ਕਸ਼ਿਸ਼ ਹੁੰਦੀ ਹੈ, ਮੱਥਾ ਡਲਕਦਾ ਹੁੰਦਾ ਨੂਰ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੀਵਨ ਜਿਹੜਾ ਪ੍ਰਾਪਤ ਹੁੰਦਾ ਹੈ ਆਤਮਕ ਉਹਨਾਂ ਦਾ ਦਰਸ਼ਨ ਕਰਕੇ। ਕਾਰਜ ਸਭ ਸਵਾਰ ਲੈ, ਇਹ ਮਨਾ ਤੂੰ ਵੀ ਆਪਣੇ ਸਾਰੇ ਕਾਰਜ ਜਿਹੜੇ ਆ ਨਾ ਮੁਕਤੀ ਦੇ, ਵਾਹਿਗੁਰੂ ਜੀ ਦੇ ਨਾਲ ਪਿਆਰ ਕਰਨ ਦੇ, ਨਾਮ ਜਪਣ ਦੇ, ਸੰਗਤ ਦੀ ਸੇਵਾ ਕਰਨ ਦੇ ਸਾਰੇ ਕਾਰਜ ਮਨਾ ਤੂੰ ਵੀ ਸਵਾਰ ਲੈਣਾ ਕਰ। ਨਿਤ ਪੂਜਾ ਹੋ ਗੁਰ ਕੇ ਪਾਵ ਜਿਉ, ਮਹਾਰਾਜ ਸਾਰੇ ਕਾਰਜ ਸਵਾਰਨੇ ਹੋਣ ਤੇ ਕੀ ਇੱਕ ਕੰਮ ਦੱਸੋ ਜਿਹੜਾ ਕਰ ਲਈਏ ਫਿਰ ਜੋ ਸਾਰੇ ਕਾਰਜ ਸੌਰ ਜਾਣ। ਮਹਾਰਾਜ ਕਹਿੰਦੇ ਗੁਰੂ ਜੀ ਦੇ ਚਰਨਾਂ ਦੀ ਪੂਜਾ ਕਰ ਲੈ, ਫਿਰ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਲਿਪਟ ਜਾ, ਫਿਰ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ। ਇੱਕੋ ਹੀ ਕੰਮ ਦੇ ਅੰਦਰ ਸਾਰੇ ਕੰਮ ਪੂਰੇ ਹੋ ਜਾਣਗੇ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨੀ ਲੱਗ ਗਿਓ ਨਾ ਤੇ ਫਿਰ ਸਾਰੇ ਕਾਰਜ ਤੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਕਰ ਦੇਣਗੇ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਵਾਕ ਹਨ ਕਿ ਭਾਈ ਗੁਰੂ ਸਾਹਿਬ ਦੇ ਚਰਨਾਂ ਦੀ ਪੂਜਾ ਕਰ ਲੈ, ਫਿਰ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ। ਜੋ ਹਰ ਕੀਤਾ ਆਪਣਾ, ਜਿਸ ਨੂੰ ਮੇਰੇ ਵਾਹਿਗੁਰੂ ਨੇ ਆਪਣਾ ਕੀਤਾ ਹੈ ਨਾ, ਕਰ ਲਿਆ ਹੈ, ਬਣਾ ਲਿਆ ਹੈ, ਤਿਨ ਹੈ ਗੁਸਾਏ ਜਾਪਣਾ। ਮਹਾਰਾਜ ਕਹਿੰਦੇ ਭਾਈ ਉਸੇ ਨੇ ਹੀ ਮਾਲਕ ਦੇ ਨਾਮ ਨੂੰ ਜਪਣਾ ਕੀਤਾ ਹੈ
ਜਿਨ੍ਹਾਂ ਨੂੰ ਮੇਰੇ ਵਾਹਿਗੁਰੂ ਨੇ ਪਰਮੇਸ਼ਰ ਨੇ ਆਪਣਾ ਬਣਾ ਲੈਣਾ ਕੀਤਾ ਹੈ, ਉਹਨਾਂ ਨੇ ਵਾਹਿਗੁਰੂ ਨੂੰ ਜਪਿਆ ਹੈ, ਮਾਲਕ ਨੂੰ। ਸੋ ਸੂਰਾ ਪ੍ਰਧਾਨ ਸੋ, ਮਹਾਰਾਜ ਕਹਿੰਦੇ ਉਹੋ ਹੀ ਸੂਰਬੀਰ ਸੂਰਮਾ ਹੈ, ਤੇ ਉਹੋ ਹੀ ਮਹਾਰਾਜ ਕਹਿੰਦੇ ਭਾਈ ਪ੍ਰਧਾਨ ਮੈਂ ਸਾਰਿਆਂ ਦਾ ਮੁਖੀ ਹੈ, ਜਥੇਦਾਰ ਹੈ। ਮਸਤਕ ਜਿਸ ਦਾ ਭਾਗ ਜਿਉ, ਜਿਹਦੇ ਮਸਤਕ ਦੇ ਉੱਤੇ ਸੱਚੇ ਪਾਤਸ਼ਾਹ ਨੇ ਭਾਗ ਪਾ ਦਿੱਤਾ, ਲੇਖ ਪਾ ਦਿੱਤਾ ਨਾ। ਸਾਧ ਸੰਗਤ ਜੀ, ਪੰਥ ਦੇ ਅੰਦਰ ਜਦੋਂ ਇਹ ਬਖਸ਼ਿਸ਼ਾਂ ਹੁੰਦੀਆਂ ਨਾ, ਕਿੱਥੇ ਨਵਾਬ ਕਪੂਰ ਸਿੰਘ ਜੀ, ਭਾਈ ਕਪੂਰ ਸਿੰਘ ਜੀ ਪੱਖਾ ਫੇਰਦੇ ਪਏ ਸੀ। ਖਾਲਸੇ ਨੇ ਕਿਹਾ ਕਿ ਸੇਵਾਦਾਰ ਨੂੰ ਇਹ ਵਸਤੂ ਦੇਣੀ ਚਾਹੀਦੀ ਹੈ, ਕਿੱਥੇ ਮਸਤਕ ਦੇ ਭਾਗ ਜਾਗੇ, ਪੱਖਾ ਫੇਰਦੇ ਨੂੰ ਆਪਣਾ ਜਥੇਦਾਰ ਬਣਾ ਦਿੱਤਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਭਾਈ ਉਹੋ ਹੀ ਸੂਰਵੀਰ ਹੈ, ਉਹੋ ਹੀ ਪ੍ਰਧਾਨ ਹੈ, ਜਥੇਦਾਰ ਹੈ, ਜਿਹਦੇ ਮਸਤਕ ਦੇ ਉੱਤੇ ਭਾਗ ਜਾਗਦੇ ਹੈ। ਜੇ ਕੋਈ ਸਾਧ ਸੰਗਤ ਜੀ ਪੰਥ ਦੀ ਜਥੇਦਾਰੀ ਕਰਕੇ ਢਲਿਆਈ ਕਰਦਾ ਨਾ, ਤੇ ਇਹ ਮਤਾਂ ਜਾਣੋ ਕਿ ਉਹ ਐਵੇਂ ਹੀ ਬਣ ਗਿਆ, ਨਹੀਂ ਕੋਈ ਪਿੱਛੇ ਮਹਾਰਾਜ ਤੋਂ ਮੰਗਿਆ ਹੋਣਾ, ਕਚਿਆਈ ਥੋੜੀ ਰਹਿ ਗਈ ਹੋਊਗੀ, ਪਰ ਇਹ ਨਾ ਪੰਥ ਦੀ ਜਥੇਦਾਰੀ ਭਾਗਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਪ੍ਰਧਾਨ ਪੁਰਖ ਹੈ। ਉਹ ਸਾਧ ਸੰਗਤ ਜੀ ਪ੍ਰਧਾਨ ਕਿਉਂ ਹੈ? ਨਾਮ ਦੇ ਜਪਣੇ ਕਰਕੇ ਹੈ। ਇਹ ਨਾਮ ਦੀ ਮਹਿਮਾ ਇੱਕ ਅੰਗ ਤੋਂ ਹੁਣ ਸਮਝਣਾ, ਕਿਉਂਕਿ ਮਹਾਰਾਜ ਨਾਮ ਦੀ ਮਹਿਮਾ ਬਾਣੀ ਅੰਦਰ ਕਹਿੰਦੇ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਮਸਤਕ ਦੇ ਉੱਤੇ ਮੇਰੇ ਵਾਹਿਗੁਰੂ ਨੇ ਨਾਮ ਦਾ ਭਾਗ ਪਾ ਦਿੱਤਾ ਨਾ, ਨਾਮ ਦੇ ਜਪਣ ਦਾ, ਭਾਵੇਂ ਉਹਨਾਂ ਨੂੰ ਨਾਮ ਹੀ ਕੋਈ ਜਥੇਦਾਰੀ ਮਿਲੇ ਤਾਂ ਵੀ ਉਹਨਾਂ ਦਾ ਪ੍ਰਤਾਪ ਹੀ ਹੁੰਦਾ ਹੈ। ਤਾਂ ਵੀ ਸਾਧ ਸੰਗਤ ਜੀ ਉਹ ਸੂਰਬੀਰ ਯੋਧੇ ਹੁੰਦੇ ਆ। ਉਹ ਕਿਸੇ ਕੋਲੋਂ ਇਉਂ ਨਾ ਕਿਸੇ ਨੂੰ ਭੈ ਦਿੰਦੇ ਆ ਤੇ ਨਾ ਕਿਸੇ ਦਾ ਭੈ ਮੰਨਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹੋ ਹੀ ਭਾਈ ਸੂਰਬੀਰ ਯੋਧਾ ਹੈ, ਉਹੋ ਹੀ ਪ੍ਰਧਾਨ ਜਥੇਦਾਰ ਹੈ, ਜਿਹਦੇ ਮਸਤਕ ਦੇ ਉੱਤੇ ਮੇਰੇ ਵਾਹਿਗੁਰੂ ਨੇ ਭਾਗ ਪਾ ਦਿੱਤਾ ਹੈ। ਭਾਵੇਂ ਉਹ ਫਕੀਰੀ ਵੇਸ ਚ ਨੇ, ਉਹਨਾਂ ਨੂੰ ਤੇ ਮਹਾਰਾਜ ਨੇ ਸੱਚੀ ਪਾਤਸ਼ਾਹੀ ਦਿੱਤੀ ਹੋਈ ਹੈ, ਫਿਰ ਉਹਨਾਂ ਨੂੰ ਹੋਰ ਪ੍ਰਧਾਨਗੀ ਦੀ ਲੋੜ ਹੀ ਨਹੀਂ ਰਹਿ ਜਾਂਦੀ, ਕਿਉਂਕਿ ਮਸਤਕ ਤੇ ਜਿਨ੍ਹਾਂ ਦੇ ਨਾਮ ਦਾ ਭਾਗ ਲੇਖ ਪਾਤਾ ਹੈ ਨਾ, ਸਤਿਗੁਰੂ ਕਹਿੰਦੇ ਉਹੋ ਹੀ ਸੱਚੇ ਭਾਈ ਜਥੇਦਾਰ ਪ੍ਰਧਾਨ ਹਨ, ਤੇ ਭਾਈ ਉਹੋ ਹੀ ਇਸ ਪ੍ਰਕਾਰ ਸੂਰਬੀਰ ਯੋਧੇ ਹਨ। ਮਨ ਮੰਧੇ ਪ੍ਰਭ ਅਵਗਾਹਿਆ, ਫਿਰ ਸਾਧ ਸੰਗਤ ਜੀ ਮਹਾਰਾਜ ਇਹ ਵੀ ਪ੍ਰਮਾਣ ਦਿੱਤਾ ਹੈ ਨਾ ਕਿ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਉਹੋ ਹੀ ਸੂਰਬੀਰ ਹੈ, ਜਿਹਨੂੰ ਹਰੀ ਦੇ ਨਾਮ ਦਾ ਰੰਗ ਲੱਗਾ, ਉਹੋ ਹੀ ਜਥੇਦਾਰ ਹੈ। ਇਹ ਫਿਰ ਪੜੋ ਪੰਕਤੀ ਪਿਛਲੀ। ਮਨ ਮੰਧੇ ਪ੍ਰਭ ਅਵਗਾਹਿਆ, ਮਹਾਰਾਜ ਕਹਿੰਦੇ ਮਨ ਦੇ ਅੰਦਰ ਭਾਈ ਮੰਦੇ ਵਿੱਚ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਮਹਾਰਾਜ ਕਹਿੰਦੇ ਅਵਗਾਹੀਆ ਵਿਚਾਰਨਾ ਕੀਤਾ ਹੈ। ਇਹ ਰਸ ਭੋਗਣ ਪਾਤਸ਼ਾਹੀਆਂ, ਇਹ ਨਾਮ ਦਾ ਰਸ ਭੋਗਣਾ ਜਿਹੜਾ ਨਾ, ਮਾਨਣਾ ਭੁੰਚਣਾ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਪੁੱਛੋ ਕਿ ਕੀ? ਉਹ ਕਹਿੰਦੇ ਪਾਤਸ਼ਾਹੀ ਹੈ, ਆਨੰਦ ਹੈ। ਤੇ ਨਿਹੰਗ ਸਿੰਘਾਂ ਦੇ ਬੋਲੇ ਇਸ ਕਰਕੇ ਨਿਆਰੇ ਆ ਕਿਉਂਕਿ ਉਹ ਰਸ ਨੂੰ ਮਾਨਣ ਵਾਲੇ ਸਾਡੇ ਬਜ਼ੁਰਗ ਉਹ ਸਦਾ ਹੀ ਪਾਤਸ਼ਾਹੀ ਦਾ ਨਜ਼ਾਰਾ ਮਾਣਦੇ। ਉਹ ਤਾਂ ਸਾਧ ਸੰਗਤ ਜੀ ਉਹ 15 ਵਾਰ ਤਾਂ ਦਿੱਲੀ 17 ਵਾਰ ਖਾਲਸੇ ਨੇ ਫਤਿਹ ਕੀਤੀ ਹੈ। ਜਦੋਂ ਦੀਵਾਲੀ ਦਾ ਪੁਰਬ ਆਉਂਦਾ ਸੀ ਤਾਂ ਕਹਿੰਦੇ ਇਹਦਾ ਦਿੱਲੀ ਤਖਤ ਕੀ ਹੈ, ਫਿਰ ਆ ਕੇ ਜਿੱਤ ਲਾਂਗੇ, ਚਲੋ ਦੀਵਾਲੀ ਗੁਰਦੁਆਰੇ ਸਾਹਿਬ ਜਾ ਕੇ ਮਨਾਈਏ। ਤੇ ਇਹ ਸਾਧ ਸੰਗਤ ਜੀ ਦਿੱਲੀ ਦਾ ਤਖਤ ਹੀ ਕੁਝ ਨਹੀਂ ਸੀ ਸਮਝਦੇ, ਕਿਉਂਕਿ ਉਹਨਾਂ ਨੂੰ ਤੇ ਮਹਾਰਾਜ ਨੇ ਸੱਚੀ ਪਾਤਸ਼ਾਹੀ ਦਿੱਤੀ ਹੋਈ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਫਿਰ ਪੜ੍ਹ ਦਿਓ ਪੰਕਤੀ। ਇਹ ਰਸ ਭੋਗਣ ਪਾਤਸ਼ਾਹੀਆਂ, ਇਹ ਵਾਹਿਗੁਰੂ ਦੇ ਨਾਮ ਦਾ ਰਸ ਦਾ ਜਿਹੜਾ ਭੋਗਣਾ ਹੈ ਨਾ, ਇਹ ਸਾਧ ਸੰਗਤ ਜੀ ਪਾਤਸ਼ਾਹੀ ਹੈ। ਕਹਿੰਦੇ ਆ ਬਹੁਤ ਜ਼ਿਆਦਾ ਇਉਂ ਸਾਧ ਸੰਗਤ ਜੀ ਆਨੰਦ ਮੰਨੇ ਹੋਏ ਹੈ। ਤੋ ਸਮਾਂ ਥੋੜਾ ਹੈ ਪਰ ਮੈਂ ਸੂਖਸ਼ਮ ਮਾਤਰ ਬੇਨਤੀ ਕਰਦੇ ਆ। ਸਾਧ ਸੰਗਤ ਜੀ ਬ੍ਰਹਮਾ ਦਾ ਜਿਹੜਾ ਆਨੰਦ ਹੈ ਨਾ, ਉਹ ਕਹਿੰਦੇ ਆ ਕਿ ਸਾਰੀ ਉਮਰ ਦੇ ਵਿੱਚ, ਬ੍ਰਹਮਾ ਦੀ ਉਮਰ ਵੀ ਬੜੀ ਲੰਮੀ ਹੁੰਦੀ, ਤੇ ਬ੍ਰਹਮਾ ਨੂੰ ਸਾਰੀ ਉਮਰ ਦੇ ਅੰਦਰ ਉਹਨਾਂ ਧਰਤੀ ਦੇ ਰਾਜਿਆਂ ਦੀ ਤਾਂ ਗੱਲ ਹੀ ਵੱਖਰੀ ਹੈ, ਤਾਂ ਕੁਛ ਵੀ ਨਹੀਂ। ਬ੍ਰਹਮਾ ਨੂੰ ਸਾਰੀ ਉਮਰ ਦੇ ਵਿੱਚ ਉਹਨਾਂ ਆਨੰਦ ਨਹੀਂ ਆਉਂਦਾ। ਬ੍ਰਹਮਾ ਨੂੰ ਉਹ ਜਿਹੜਾ ਆਨੰਦ ਸਾਰੀ ਉਮਰ ਦਾ ਨਾ, ਬ੍ਰਹਮ ਗਿਆਨੂ ਨੂੰ ਇੱਕ ਅੱਖ ਦੇ ਫੋਰ ਵਿੱਚ ਉਹਨਾਂ ਆਨੰਦ ਰਹਿੰਦਾ ਹੈ। ਤੁਸੀਂ ਹੁਣ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਰੱਬ ਦਾ ਪਿਆਰਾ ਜਿਹੜਾ ਨਾਮ ਰਸ ਨੂੰ ਪੁੰਚਦਾ ਹੈ ਉਹ ਕਿੰਨੀਆਂ ਕੁ ਪਾਤਸ਼ਾਹੀਆਂ ਭੋਗਦਾ। ਸਾਰੀਆਂ ਹੀ ਪਾਤਸ਼ਾਹੀਆਂ ਉਹਦੇ ਚਰਨਾਂ 'ਚ ਹੀ ਮਹਾਰਾਜ ਰੱਖ ਦਿੰਦੇ ਆ।
ਮੰਦਾ ਮੂਲ ਨਾ ਉਪਜਿਓ। ਸਤਿਗੁਰੂ ਜੀ ਕਹਿੰਦੇ ਭਾਈ ਮੰਦਾ ਫੁਰਨਾ ਤਾਂ ਮੂਲ ਹੀ ਉਹਨਾਂ ਦੇ ਅੰਦਰ ਉਪਜਦਾ ਹੀ ਨਹੀਂ, ਪੈਦਾ ਹੀ ਨਹੀਂ ਹੁੰਦਾ ਹੈ। ਤਰੇ ਸੱਚੇ ਕਾਰੈ ਲਾਗ ਜਿਓ। ਉਹ ਤਰ ਜਾਂਦੇ ਸੰਸਾਰ ਸਮੁੰਦਰ ਨੂੰ। ਮਹਾਰਾਜ ਨੇ ਉਹਨਾਂ ਨੂੰ ਸੱਚੀ ਭਗਤੀ ਰੂਪੀ ਕਾਰ ਵਿੱਚ ਲਾ ਲਿਆ ਨਾ, ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਸੱਚੀ ਪ੍ਰੇਮਾ ਭਗਤੀ ਰੂਪੀ ਕਾਰ ਵਿੱਚ ਲੱਗ ਕੇ ਤਰ ਗਏ ਹਨ। ਕਰਤਾ ਮਨ ਵਸਾਇਆ। ਕਰਤਾ ਪੁਰਖ ਵਾਹਿਗੁਰੂ ਨੂੰ ਮਨ 'ਚ ਹੀ ਵਸਾ ਲਿਆ ਏ। ਜਨਮੈ ਕਾ ਫਲ ਪਾਇਆ। ਤੇ ਇਹ ਸਾਧ ਸੰਗਤ ਜੀ ਮਨ 'ਚ ਜਦੋਂ ਵਾਹਿਗੁਰੂ ਜੀ ਵਸ ਗਏ ਤਾਂ ਜਨਮ ਧਾਰਨ ਦਾ ਫਲ ਪਾ ਲਿਆ। ਫਿਰ ਜਿਹੜਾ ਜਨਮ ਲਿਆ ਸੀ ਉਸ ਪ੍ਰਯੋਜਨ ਨੂੰ ਉਹਨਾਂ ਨੇ ਪੂਰਾ ਕਰ ਲਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਨਮ ਦੇ ਲੈਣ ਦਾ ਫਲ ਪਾ ਲਿਆ ਵੱਡਾ। ਮਨ ਭਾਵਨ ਦਾ ਕੰਤ ਹਰ। ਸਤਿਗੁਰੂ ਜੀ ਕਹਿੰਦੇ ਮਨ ਭਾਉਂਦੇ ਸਾਰੇ ਫਲ ਮਿਲ ਗਏ। ਮਨ ਨੂੰ ਭਾਉਂਦਾ ਜਿਹੜਾ ਨਾ ਕੰਤ ਪਤੀ ਪਰਮਾਤਮਾ ਵਾਹਿਗੁਰੂ। ਤੇਰਾ ਥਿਰ ਹੋਆ ਸੁਹਾਗ ਜਿਉ। ਜਦੋਂ ਉਹਦੀ ਪ੍ਰਾਪਤੀ ਹੋ ਗਈ ਤੇ ਫਿਰ ਸਾਧ ਸੰਗਤ ਜੀ ਉਹਦਾ ਜਿਹੜਾ ਸੁਹਾਗ ਹੈ ਨਾ ਸਦਾ ਵਾਸਤੇ ਸਥਿਰ ਹੋ ਜਾਂਦਾ ਹੈ। ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਆ, ਸਦਾ ਅਟਲ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰਸਿੱਖਾ ਤੇਰਾ ਜਿਹੜਾ ਸੁਹਾਗ ਹੈ ਨਾ ਪਤੀ ਪਰਮਾਤਮਾ ਉਹ ਸਦਾ ਸਥਿਰ ਹੈ, ਸਦਾ ਰਹਿਣ ਵਾਲਾ ਹੈ। ਜਦੋਂ ਤੈਨੂੰ ਉਹਦੀ ਪ੍ਰਾਪਤੀ ਹੋ ਗਈ ਨਾ ਮਨ ਭਾਉਂਦਾ ਜੋ, ਕਿਉਂਕਿ ਮਨ ਦੇ ਅੰਦਰ ਉਹੋ ਹੀ ਪਾਉਂਦਾ, ਫਿਰ ਹੋਰ ਕੁਝ ਚੰਗਾ ਨਹੀਂ ਲੱਗਦਾ। ਕੰਤ ਪਤੀ ਪਰਮਾਤਮਾ ਵਾਹਿਗੁਰੂ ਹੀ ਇੰਨਾ ਭਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਫਿਰ ਸਦਾ ਰਹਿਣ ਵਾਲਾ ਥਿਰ ਰਹਿਣ ਵਾਲਾ ਸੁਹਾਗ ਜਿਹੜਾ ਹੈ ਨਾ ਅਟਲ ਉਹ ਪ੍ਰਾਪਤ ਹੋ ਜਾਂਦਾ ਏ। ਅਟਲ ਪਦਾਰਥ ਪਾਇਆ। ਨਾ ਟਲਣ ਵਾਲਾ ਅਟਲ ਪਦਾਰਥ ਜਿਹੜਾ ਨਾਮ ਦਾ ਪਦਾਰਥ ਉਹ ਗੁਰੂ ਜੀ ਕੋਲੋਂ ਪਾਇਆ। ਕਿਉਂਕਿ ਕਈਆਂ ਦੇ ਵਰ ਹੁੰਦੇ ਆ ਉਹ ਕਹਿੰਦੇ ਵੀ ਇੱਕ ਦਿਨ ਸਫਲੂਗਾ ਮੁੜ ਕੇ ਟਲ ਜਾਣਾ। ਜਿਵੇਂ ਜੈਦ ਰਥ ਨੂੰ ਨਹੀਂ ਸੀ ਵਰ ਦਿੱਤਾ ਕਿਸੇ ਰਿਖੀ ਨੇ, ਕਹਿੰਦਾ ਇਹ ਮਹਾਂਭਾਰਤ ਦੇ ਯੁੱਧ 'ਚ ਇੱਕ ਦਿਨ ਆ ਤੇਰਾ, ਇੱਕ ਦਿਨ ਦੇ ਵਿੱਚ ਬਸ ਤੂੰ ਜੋ ਕਰ ਸਕਦਾ ਕਰ ਲਈ। ਅਭਿਮਨਿਊ ਨੂੰ ਉਦਣ ਹੀ ਮਾਰਿਆ ਸੀ ਇਹਨੇ ਫਿਰ ਜੈਦ ਰਥ ਨੇ, ਤੇ ਇੱਕ ਦਿਨ ਹੀ ਸੀਗਾ। ਅਗਲੇ ਦਿਨ ਫਿਰ ਉਵੇਂ ਹੀ ਰਥ ਤੇ ਚੜ ਕੇ ਜਦੋਂ ਫਿਰ ਜਿਹੜਾ ਸੀਗਾ ਇਹ ਯੁੱਧ ਕਰਨ ਲੱਗਾ ਉਦਣ ਕਿੱਥੇ ਗੱਲ ਬਣਨੀ ਸੀ। ਉਹਦਾ ਵਰ ਦਿੱਤਾ ਹੋਇਆ ਟਲ ਗਿਆ ਸੀ। ਫਿਰ ਅਰਜਨ ਨੇ ਮਾਰਿਆ ਸੀ ਇਸ ਨੂੰ, ਇਹਦਾ ਸਿਰ ਲਾਇਆ ਸੀਗਾ। ਕ੍ਰਿਸ਼ਨ ਜੀ ਨੇ ਦੱਸ ਕੇ ਲਵਾਇਆ ਸੀ ਕਿ ਅੱਜ ਨਹੀਂ ਇਹ ਯਾਥਰਥ ਦੀ ਪਾਵਰ ਰਹੀ, ਅੱਜ ਨਹੀਂ ਜ਼ੋਰ ਰਿਹਾ। ਇਹ ਸਾਧ ਸੰਗਤ ਜੀ ਕਈ ਇਹੋ ਜਿਹੇ ਵਰ ਹੁੰਦੇ ਆ ਜਿਹੜੇ ਫਲ ਦੇ ਕੇ ਟਲ ਜਾਂਦੇ ਆ, ਫਿਰ ਨਹੀਂ ਉਹ ਵਰ ਰਹਿ ਸਕਦੇ। ਕਰਨ ਦੇ ਕੋਲੋਂ ਵੀ ਵਰ ਦਿੱਤਾ ਹੋਇਆ ਜਿਹੜਾ ਸੀਗਾ ਨਾ ਪਰਸ਼ੁਰਾਮ ਦਾ ਉਹ ਚਲਿਆ ਗਿਆ ਸੀ। ਸਮਾਂ ਨਹੀਂ ਇੰਨਾ ਮੈਂ ਦੱਸਾਂ। ਮਹਾਰਾਜ ਕਹਿੰਦੇ ਨਾਮ ਦਾ ਜਿਹੜਾ ਪਦਾਰਥ ਹੈ ਨਾ ਇਹ ਅਟਲ ਹੈ, ਟਲ ਹੀ ਨਹੀਂ ਸਕਦਾ। ਜਿੰਨੇ ਮਰਜੀ ਪਦਾਰਥ ਜਿੰਨੇ ਮਰਜੀ ਵਰ ਮੰਗੀ ਜਾਓ। ਕੋਈ ਕਿਹਾ ਕਿ ਬ੍ਰਹਮ ਅਸਤਰ ਅੱਗੋਂ ਚਲਾ ਦਿੰਦਾ ਜੀ, ਫਿਰ ਕੋਈ ਪਰਸ਼ੂ ਪਾਸ ਅਸਤਰ ਚਲਾ ਦਿੰਦਾ। ਇਹ ਨਾਮ ਦਾ ਅਸਤਰ ਹੀ ਇਹੋ ਜਿਹਾ, ਸਭ ਅਸਤਰ ਫੇਲ ਹੋ ਜਾਂਦੇ ਇਹਦੇ ਅੱਗੇ। ਇਹ ਅਟਲ ਹੈ। ਮਹਾਰਾਜ ਕਹਿੰਦੇ ਭਾਈ ਨਾ ਟਲਣ ਵਾਲਾ ਫਲ ਦੇ ਕੇ ਹੀ ਰਹਿੰਦਾ ਹੈ। ਭਾਵੇਂ ਆਪਾਂ ਨਾਮ ਕਿਸੇ ਕਾਰਨ ਵਾਸਤੇ ਜਪੀਏ ਨਾ, ਲਾਲਚ ਵਾਸਤੇ ਜਪੀਏ, ਤਾਂ ਵੀ ਸਾਧ ਸੰਗਤ ਜੀ ਨਾਮ ਅਟਲ ਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਫਿਰ ਪੜ੍ਹ ਦਿਓ। ਅਟਲ ਪਦਾਰਥ ਪਾਇਆ। ਇਹ ਨਾ ਟਲਣ ਵਾਲਾ ਅਟਲ ਜਿਹੜਾ ਹੈ ਨਾਮ ਰੂਪੀ ਪਦਾਰਥ ਸਤਿਗੁਰੂ ਜੀ ਤੋਂ ਪਾਇਆ ਹੈ। ਭੈ ਭੰਜਨ ਕੇ ਸ਼ਰਨ ਆਇਆ। ਕਿੱਥੋਂ ਪਾਇਆ ਹੈ? ਭੈ ਨੂੰ ਭੰਜਨ ਵਾਲਾ ਜਿਹੜਾ ਨਾ ਵਾਹਿਗੁਰੂ ਉਹਦੀ ਸ਼ਰਨ ਵਿੱਚੋਂ ਸਾਧ ਸੰਗਤ ਜੀ ਇਹ ਮਿਲਦਾ ਹੈ। ਪੂਰੇ ਗੁਰੂ ਜੀ ਦੀ ਸ਼ਰਨ ਵਿੱਚੋਂ ਪ੍ਰਾਪਤ ਹੁੰਦਾ ਹੈ ਤੇ ਭੈ ਨੂੰ ਭੰਜਨ ਵਾਲੇ ਵਾਹਿਗੁਰੂ ਦੀ ਸ਼ਰਨ ਫਿਰ ਪ੍ਰਾਪਤ ਹੋ ਜਾਂਦੀ ਆ। ਲਾਏ ਅੰਚਲ ਨਾਨਕ ਤਾਰਿਆਨ। ਸ਼ਬਦ ਦੀ ਸਮਾਪਤੀ ਹੋਈ ਕਰਦੇ ਹੋਏ ਹਜੂਰ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਐ ਕਿ ਮਹਾਰਾਜ ਆਪਣੇ ਸੇਵਕਾਂ ਨੂੰ ਆਪ ਜੀ ਨੇ ਆਪਣੇ ਪ੍ਰੇਮ ਰੂਪੀ ਅੰਚਲ ਨਾਲ ਲਾ ਕਰਕੇ, ਪੱਲੇ ਨਾਲ ਲਾ ਕੇ ਮਹਾਰਾਜ ਜੀ ਧਾਰ ਦਿੱਤਾ ਹੈ। ਸੱਚੇ ਪਾਤਸ਼ਾਹ ਇਹ ਪ੍ਰੇਮ ਦਾ ਹੀ ਪੱਲਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਕਹਿੰਦੇ ਜੀ ਇਹ ਬੜੇ ਕੱਟੜ ਵਾ, ਮਰਿਆਦਾ ਬੜੀ ਦੱਸਦੇ ਆ। ਜਿੰਨੇ ਨਹੀਂ ਕਮਾਉਣੀ ਨਾ ਉਹਨੂੰ ਕੱਟੜਤਾ ਹੀ ਲੱਗਦੀ ਹੈ। ਤੇ ਜਦ ਸੰਗਤ ਜੀ ਜਿਹਨੂੰ ਸਤਿਗੁਰੂ ਜੀ ਦਾ ਪਿਆਰ ਹੈ ਉਹ ਕਹਿੰਦੇ ਮਰਿਆਦਾ ਤਾਂ ਸਤਿਗੁਰੂ ਦਾ ਪ੍ਰੇਮ ਹੈ। ਕਹਿੰਦੇ ਕਕਾਰਾਂ ਦਾ ਭਾਰ ਚੁੱਕੀ ਫਿਰਦੇ ਆ ਸਾਧ ਸੰਗਤ ਜੀ। ਆ ਕੋਈ ਨਿਸ਼ਾਨੀ ਦੇ ਦਿੰਦੇ ਆਖੇ ਜੀ ਇਹ ਤਾਂ ਮੇਰੀ ਪ੍ਰੇਮ ਦੀ ਨਿਸ਼ਾਨੀ ਹੈ, ਮੁੰਦਰੀਆਂ ਪਾਈ ਫਿਰਦੇ ਆ। ਤੇ ਸਾਡਾ ਕੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਆਰ ਦੀ ਨਿਸ਼ਾਨੀ ਨਹੀਂ। ਸਰਬੰਸ ਵਾਰ ਕੇ ਸਤਿਗੁਰਾਂ ਸਾਨੂੰ ਗਾਤਰੇ ਕਿਰਪਾਨ ਦਿੱਤੀ ਹੈ, ਪਿਆਰ ਦੀ ਨਿਸ਼ਾਨੀ ਨਹੀਂ। ਇਹ ਤਾਂ ਸੱਚੇ ਪਾਤਸ਼ਾਹ ਜੀ ਦੀਆਂ ਪ੍ਰੀਤ ਦੀਆਂ ਨਿਸ਼ਾਨੀਆਂ ਨੇ। ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੇ ਮਹਾਰਾਜ ਜੀ ਦੇ ਨਾਲ ਪ੍ਰੇਮ ਪਾ ਲਿਆ ਨਾ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਚਲ ਪੱਲਾ ਹੈ। ਤੇ ਜਿਨ੍ਹਾਂ ਨੇ ਮਹਾਰਾਜ ਦਾ ਪੱਲਾ ਪਕੜ ਲਿਆ
ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੱਲਾ ਪਕੜਨ ਵਾਲਾ ਭਲਾ ਕਿੱਧਰ ਜਾਊਗਾ? ਸੱਚਖੰਡ ਹੀ ਜਾਵੇਗਾ। ਫਿਰ ਲਾਏ ਅੰਚਲ ਨਾਨਕ ਤਾਰਿਆਨ। ਫਿਰ ਪੜਿਓ ਪੰਕਤੀ, ਲਾਏ ਅੰਚਲ ਨਾਨਕ ਤਾਰਿਆਨ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਵਾਹਿਗੁਰੂ ਆਪ ਜੀ ਨੇ ਆਪਣੀ ਕਿਰਪਾ ਕਰਕੇ ਪ੍ਰੇਮ ਰੂਪੀ ਪੱਲੇ ਨਾਲ, ਨਾਮ ਰੂਪੀ ਪੱਲੇ ਨਾਲ, ਸਤਸੰਗਤ ਰੂਪੀ ਪੱਲੇ ਨਾਲ ਲਾ ਕੇ ਮਹਾਰਾਜ ਸਾਨੂੰ ਤਾਰ ਦਿੱਤਾ ਏ। ਜਿਤਾ ਜਨਮ ਅਪਾਰ ਜਿਉ। ਮਹਾਰਾਜ ਇਹ ਜਨਮ ਜਿਹੜਾ ਸੀ ਨਾ ਜਿੱਤ ਲਿਆ। ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਜਿਹੜਾ ਜਿਹਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ, ਉਹ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਾਨੂੰ ਬਖਸ਼ ਦਿੱਤਾ। ਇਹ ਜਨਮ ਵੀ ਜਿਹੜਾ ਅਪਾਰ ਹੀ ਹੈ ਨਾ, ਕੀ ਪਾਰਾਵਾਰ ਪਾਈਏ। ਕਦੇ ਕੋਈ ਵਕਾਰ ਢਾ ਲੈਂਦਾ, ਕਦੇ ਕੋਈ ਆਣ ਕੇ ਨਵਾਂ ਹੀ ਔਗਣ ਸਾਹਮਣੇ ਆ ਕਰਕੇ ਢਾ ਲੈਂਦਾ ਹੈ। ਇਹ ਵੀ ਅਪਾਰ ਹੀ ਹੈ ਮਹਾਰਾਜ, ਇਹਦੇ ਨਾਲ ਵੀ ਕਿੱਥੇ ਸਾਥੋਂ ਲੜਿਆ ਜਾ ਸਕਦਾ ਸੀਗਾ। ਜਿੱਤਾ ਜਨਮ ਅਪਾਰ ਜੀਓ। ਮਹਾਰਾਜ ਇਹ ਵੀ ਜਨਮ ਜਿਹੜਾ ਨਾ ਖਰੇ ਕਿੰਨੀਆਂ ਜੂਨਾਂ ਭੋਗ ਭੋਗ ਕੇ ਹੈ ਤਾਂ ਗਿਣਤੀ 'ਚ 84, ਪਰ ਇੱਕ ਜੂਨ ਵੀ ਖਰੇ ਕਿੰਨੀ ਵਾਰੀ ਭੋਗੀ ਹੈ ਮਹਾਰਾਜ। ਇਸ ਕਰਕੇ ਪਤਾ ਨਹੀਂ ਕਿੰਨੀ ਕੁ ਵਾਰ ਫਿਰਦਿਆਂ ਹੋਇਆਂ ਨੂੰ ਮਨੁੱਖਾ ਜਨਮ ਮਿਲਿਆ, ਇਹਦਾ ਵੀ ਪਾਰਾਵਾਰ ਨਹੀਂ। ਜਿੱਤਾ ਜਨਮ ਅਪਾਰ ਜੀਓ। ਉਹ ਮਹਾਰਾਜ ਜਿਹੜਾ ਇੰਨੀ ਗੇੜੇ ਤੋਂ ਬਾਅਦ ਮਿਲਿਆ, ਉਹ ਅਸੀਂ ਜਨਮ ਜਿੱਤ ਲਿਆ ਆਪ ਜੀ ਦੇ ਪੱਲੇ ਨਾਲ ਲੱਗ ਕਰਕੇ, ਸੱਚੇ ਪਾਤਸ਼ਾਹ ਆਪ ਜੀ ਦੀ ਪ੍ਰੀਤ ਨਾਲ ਜੁੜ ਕਰਕੇ। ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਕੱਲ ਦਾ ਇੱਕ ਸ਼ਬਦ ਹੈ ਤੇ ਫਿਰ 12 ਮਾਹ ਆਰੰਭ ਹੋ ਜਾਣੇ ਆ। ਸਤਿਗੁਰੂ ਕਿਰਪਾ ਕਰਨ ਕੱਲ ਨੂੰ ਆਪਾਂ ਜੋ ਮਰਜ਼ਾਦਾ ਦਾ ਪ੍ਰਕਰਨ ਹੈ ਇਹ ਪੂਰਾ ਕਰ ਲਾਂਗੇ। ਫਿਰ 12 ਮਾਹ ਦੀ ਸਾਧ ਸੰਗਤ ਜੀ ਇੱਕ ਰਸ ਕਥਾ ਚੱਲੇਗੀ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਅਟਲ ਪਦਾਰਥ ਪਾਇਆ ਪੈ ਭੰਜਨ ਕੇ ਸ਼ਰਨ ਆਇਆ। ਲਾਏ ਅੰਚਲ ਨਾਨਕ ਤਾਰਿਆਨ ਜਿਤਾ ਜਨਮ ਅਪਾਰ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ।